KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ। ਅੱਜ ਬੁੱਧਵਾਰ ਦਾ ਦਿਨ ਹੈ, ਬਰਾ 2020, 16 ਵਿਸਾਖ, ਨਾਨਕ ਸ਼ੇ ਸੰਮਤ 552, ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਦੇ ਨਾਲ ਨਾਲ 12 ਤੋਂ 1 ਵਜੇ ਤੱਕ ਕੁਝ ਸਮਾਂ ਆਪਾਂ ਗੱਲਬਾਤ ਪੰਜਾਬ ਦੀ ਕਰਨੀ ਹੈ। ਪੰਜਾਬ ਦੇ 15 ਦਿਨ ਉਹਨਾਂ ਨੇ ਹੋਰ ਵਧਾ ਦਿੱਤੇ ਆ। 17 ਮਈ ਤੱਕ ਕਰਫਿਊ ਹੋ ਗਿਆ। 17 ਤੋਂ ਫਿਰ 14 ਦਿਨ ਵਧਣਗੇ। ਜੂਨ ਦੇ ਪਹਿਲੇ ਹਫ਼ਤੇ ਤੱਕ ਇਹ ਜਾਣਾ ਹੀ ਜਾਣਾ ਹੈ। ਤੁਹਾਨੂੰ ਪਹਿਲਾਂ ਸ਼ੁਰੂ 'ਚ ਦੱਸਿਆ ਸੀ ਕਿ ਜੂਨ ਤੱਕ ਨਹੀਂ ਇਹ ਖੁੱਲ੍ਹਣਾ। ਉੱਥੇ ਜਿਹੜਾ ਪਰਿਵਾਰ ਬੈਠੇ ਆ ਉਹਨਾਂ ਦੀਆਂ ਮੁਸ਼ਕਿਲਾਂ, ਉਹਨਾਂ ਦੇ ਪਰਿਵਾਰ ਦੇ ਜੀਅ ਇੱਥੇ ਬੈਠੇ ਆ, ਫੋਨ ਉਹ ਕਰ ਰਹੇ ਨੇ ਕੀ ਹੋ ਰਿਹਾ। ਜਿਹੜੀਆਂ ਫਲਾਈਟਸ ਵਗੈਰਾ ਆਉਣ ਦੀ ਗੱਲ ਚੱਲਦੀ ਹੈ, ਉਹਦੇ ਵਿੱਚ ਕੋਈ ਆਇਆ ਜਾਂ ਨਹੀਂ, ਜਾਂ ਕੀ ਹੋ ਰਿਹਾ, ਕੌਣ ਆ ਸਕਦਾ। PR ਜਿਹੜੇ ਨੇ ਉਹਨਾਂ ਦੀ ਤਾਂ ਗੱਲੇ ਨਹੀਂ, ਹਲੇ ਤਾਂ ਸਿਟੀਜ਼ਨ ਨੇ ਜਿਹੜੇ, ਉਹਨਾਂ ਦੀ ਰਜਿਸਟ੍ਰੇਸ਼ਨ ਵਗੈਰਾ ਕੋਈ ਕਹਿ ਰਿਹਾ, ਕੋਈ ਸਾਨੂੰ ਕਾਗਜ਼ ਪੱਤਰ ਆ ਨਹੀਂ ਰਿਹਾ, ਕੋਈ ਕਹਿੰਦਾ ਆ ਗਿਆ। ਅਲੱਗ-ਅਲੱਗ ਗੱਲਾਂ ਹੈ। ਤੇ ਵੱਡੀ ਗੱਲ ਉੱਥੇ ਕਿ ਜਦ ਉਹਨਾਂ ਨੂੰ ਖਰੀਦਦੇ ਆ ਟਿਕਟਾਂ, $2 ਲੱਖ ਰੁਪਈਏ ਦੀ ਟਿਕਟ ਆ, 1,70,000 ਦੀ, ਤੇ ਉਹਦੇ ਲਈ ਕੈਨੇਡੀਅਨ ਇੱਥੋਂ ਵੀਜ਼ੇ ਵਗੈਰਾ ਨਹੀਂ ਦੇ ਸਕਦੇ। ਕਿਸੇ ਨੇ ਦੱਸਿਆ ਸੀ ਕਿ ਪੰਜਾਬ ਦੇ ਵਿੱਚੋਂ ਭਾਰਤ ਦਾ ਹੀ ਕ੍ਰੈਡਿਟ ਕਾਰਡ ਚਾਹੀਦਾ। ਜਿਹੜੀ ਉਹਨਾਂ ਨੂੰ ਚਿੱਠੀ ਆਉਂਦੀ ਆ ਉਹ ਬੰਬੇ ਤੋਂ ਆਉਂਦੀ ਆ, ਥਾਮਸ ਕੁੱਕ ਵਾਲਿਆਂ ਦੀ। ਉਹ ਇਹ ਕਿਸੇ ਨੇ ਦੱਸਿਆ ਸੀ ਕਿ ਇਹ ਵੱਡੀ ਮੁਸ਼ਕਿਲ ਆ ਰਹੀ ਆ। ਉੱਥੇ ਕੋਈ ਕ੍ਰੈਡਿਟ ਕਾਰਡ ਵਾਲਾ ਬੰਦਾ ਨਹੀਂ ਲੱਭਦਾ ਜਿਹਦੀ ਲਿਮਟ ਹੋਵੇ 4 ਬੰਦਿਆਂ ਦੇ ਲਈ 10 ਲੱਖ ਰੁਪਈਆ, 8 ਲੱਖ ਚਾਹੀਦਾ। ਇਹ ਗੱਲ ਕਿੰਨੀ ਕੁ ਸਹੀ ਹੈ? 12 ਤੋਂ 1 ਵਜੇ ਤੱਕ ਆਪਾਂ ਇਸ ਤੇ ਗੱਲਬਾਤ ਕੁਝ ਸਮਾਂ ਕਰਾਂਗੇ ਤੇ ਕੁਝ ਖਬਰਾਂ ਸਾਂਝੀਆਂ ਕਰਾਂਗਾ। ਚੀਨ ਦੇ ਖਿਲਾਫ ਲੋਕਾਂ ਦਾ ਰੋਹ, ਦੇਸ਼ਾਂ ਦਾ ਜਿਹੜਾ ਉਹ ਵੱਧ ਰਿਹਾ ਹੈ ਤੇ ਉਸ ਦਾ ਮਤਲਬ ਕੀ ਹੈ, ਇਸ ਦੇ ਬਾਰੇ ਵੀ ਗੱਲਬਾਤ ਹੋਏਗੀ। KRPRadio.com ਤੇ ਸਿੱਧਾ ਪ੍ਰਸਾਰਣ ਚੱਲਦਾ ਹੈ। 1-844-247-1550 ਉਹਨੇ ਨੰਬਰ ਹੈ। 12 ਤੋਂ 1 ਵਜੇ ਤੱਕ ਇਹ ਗੱਲਬਾਤ ਹੋਗੀ। 1 ਤੋਂ 2 ਅੱਜ ਬੁੱਧਵਾਰ ਦਾ ਦਿਨ ਹੈ। ਬੁੱਧਵਾਰ ਦੇ ਦਿਨ ਦੇ ਵਿੱਚ ਆਪਾਂ ਕਹਾਣੀ ਕੋਈ ਨਾ ਕੋਈ ਸੁਣਾਉਂਦੇ ਹਾਂ। ਅੱਜ ਸਿਰਚੰਦ ਜੱਗੀ ਕੁੱਸਾ ਦੀ ਕਹਾਣੀ, ਪੁਰਜਾ ਕਟਮਰੇ ਦੇ ਵਿੱਚੋਂ ਉਹਨਾਂ ਦਾ ਉਹ ਨਾਵਲ ਪੰਜਾਬ ਦੇ ਸਿੱਖ ਸੰਘਰਸ਼ ਦੇ ਦਿਨਾਂ ਦੇ ਵਿੱਚ ਛਪਿਆ। ਜਦ ਕਲਮਾਂ ਊਟੀ ਚੜ੍ਹ ਗਈਆਂ, ਗਜ਼ਲਾਂ ਲਿਖਣ ਲੱਗ ਗਏ, ਜਾ ਕੇ ਰਿਸ਼ੀਕੇਸ਼ ਤੋਂ ਉੱਪਰ ਜਾ ਵੜੇ, ਕਹਿੰਦੇ ਤਨਹਾ ਹੋ ਕੇ ਗਜ਼ਲਾਂ ਲਿਖਣੀਆਂ। ਤੇ ਉਸ ਸਮੇਂ ਪੰਜਾਬ ਦੀਆਂ ਇਹ ਜਿਹੜੀਆਂ ਸੁਨਹਿਰੀ ਕਲਮਾਂ ਹੈ, ਉਹਨਾਂ ਦੇ ਵਿੱਚੋਂ ਇੱਕ ਸਿਰਚੰਦ ਜੱਗੀ ਕੁੱਸਾ, ਜਿਸ ਨੂੰ ਹੁਣ ਅੰਗਰੇਜ਼ੀ ਦੇ ਵਿੱਚ ਵੀ ਤਰਜਮਾ ਇਸ ਪੁਰਜਾ ਕਟਮਰੇ ਦਾ ਹੋਇਆ, ਉਸ ਦੇ ਵਿੱਚੋਂ ਕੋਈ ਕਹਾਣੀ ਬਣਾ ਕੇ ਤੁਹਾਡੇ ਸਨਮੁਖ ਕਰਾਂਗਾ। 184424715550 ਆਨ ਨੰਬਰ। KRPRadio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸੱਥ ਦੇ ਥੱਲੇ 604-440-6462 ਇਹ ਦਫ਼ਤਰ ਦਾ ਨੰਬਰ ਹੈ। info@krpradio.com ਦਫ਼ਤਰ ਦੀ ਈਮੇਲ ਹੈ। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਅਕਾਊਂਟ, ਜਿੱਥੇ ਤੁਸੀਂ ਨਾਲ ਰਹਿੰਦੇ ਹੋ। 604-729-1224 WhatsApp ਤੇ ਟੈਕਸਟ ਦੇ ਲਈ ਨੰਬਰ ਹੈ 6047291224। harjeet.g@krpradio.com ਇਹ ਈਮੇਲ ਹੈ। ਬਰਛੇ ਪਰਖ ਲਓ, ਰੰਬੀਆਂ ਤੇਜ਼ ਕਰ ਲਓ, ਪਹਿਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ। ਬਰਛੇ ਪਰਖ ਲਓ, ਰੰਬੀਆਂ ਤੇਜ਼ ਕਰ ਲਓ, ਪਹਿਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ। ਉਹਦੇ ਸਿਦਕ ਨੂੰ ਪਸਰਨੋਂ ਥੱਲੋਂਗੇ ਕੀ, ਜਿਹੜਾ ਰੱਖੀ ਆਉਂਦਾ ਸਿਰ ਤਲੀ ਉੱਤੇ। ਜਿਹਦੇ ਲੂਣ ਨੂੰ ਚ ਤਪੇ ਬ੍ਰਹਮੰਡ ਸਾਰਾ, ਉਹਨੂੰ ਕਿਹੜੇ ਪਾਸਿਓਂ ਥੜਕਾਓਗੇ ਵੇ। ਜਿਹੜਾ ਵਸੇ ਹੀ ਤਾਰਿਓਂ ਪਾਰ ਖੋਪੜ, ਉਹਨੂੰ ਵੱਢ ਕੇ ਕਿੱਥੋਂ ਲਿਆਓਗੇ ਵੇ। ਕੈਸੀ ਹਵਾ ਸੀ, ਇਸ਼ਕ ਸੀ, ਨੈਣ ਕੈਸੇ, ਮਾਛੀ ਵਾਰੇ ਨੂੰ ਪੁੱਛ ਕੇ ਵੇਖੀਏ ਜੀ। ਸੰਦ ਰੇਤਣ ਦੇ ਪਿੱਛੇ ਜਜ਼ਬਾਤ ਜਿਹੜੇ, ਆ ਜਾਓ ਉਸ ਨੂੰ ਮੱਥਾ ਟੇਕੀਏ ਜੀ। ਜਦੋਂ ਜੰਮਣਾ ਤੇ ਮਰਨਾ ਇੱਕ ਹੈ ਨਹੀਂ, ਕੀ ਚੁੱਕੋਗੇ ਕੀ ਖੜਕਾਓਗੇ ਵੇ। ਜਿਹੜਾ ਵਸੇ ਹੀ ਤਾਰਿਓਂ ਪਾਰ ਖੋਪੜ, ਉਹਨੂੰ ਵੱਢ ਕੇ ਕਿੱਥੇ ਲਿਜਾਓਗੇ ਵੇ। ਸਾਰੇ ਜੱਗ ਦੇ ਆਵਣ ਜਾਣ ਚੱਕਰ, ਉਹਦੀ ਪੋਟਲੀ ਸਭ ਸਮਾਨ ਪੈ ਜੂ। ਤੇਗਾ ਧਰਤ ਚੋਂ ਉੱਗਦੀਆਂ ਰਹਿਣੀਆਂ ਵੇ, ਬਾਜਾਂ ਵਾਸਤੇ ਛੋਟਾ ਅਸਮਾਨ ਪੈ ਜੂ। ਜਿਹੜੀ ਤਰਜ਼ ਨੂੰ ਉਸਨੇ ਆਬਾਦ ਕਰਨਾ ਹੈ, ਲੱਖਾਂ ਸਾਲ ਦੇ ਬਾਅਦ ਵੀ ਗਾਓਗੇ ਵੇ। ਜਿਹੜਾ ਵਸੇ ਹੀ ਤਾਰਿਓਂ ਪਾਰ ਖੋਪੜ, ਉਹਨੂੰ ਵੱਢ ਕੇ ਕਿੱਥੇ ਲਿਜਾਓਗੇ ਵੇ। ਉਹਨੂੰ ਵੱਢ ਕੇ ਕਿੱਥੇ ਲਿਜਾਓਗੇ ਵੇ। ਹਰਮਨਜੀਤ ਲਿਖਦਾ ਹੈ, ਜਿਹੜੀ ਮੈਂ ਗੱਲ ਅਨਸਰਟਨਟੀ ਦੀ ਕਰ ਰਿਹਾ ਸੀ, ਅਮਰੀਕਾ ਵਾਲੇ ਪਾਸਿਓਂ ਜਿਹੜਾ ਕੁਝ ਖਬਰਾਂ ਆ ਰਹੀਆਂ, GDP ਜਿਹੜੇ ਪਹਿਲੇ ਕੁਆਟਰ ਦੇ ਵਿੱਚ, ਜਨਵਰੀ, ਫਰਵਰੀ, ਮਾਰਚ ਦੇ ਵਿੱਚ -4.8% ਗਈ ਹੈ। ਜਿਹੜਾ 2008 ਦਾ
रिसैशन सी जिसनूं कहने हैं, उस समय ये -8 तक चले गई सी, पर हुण पहले हिस्से 4.8% का घाटा है। ते नाल जिहड़े इकोनॉमिस्ट ने उन्हां दा यह कहना कि जिहड़ा वर्ष जिहड़ा कोई समा वध भी आ सकता, अनसर्टन ने, पता नहीं कि की होना। जिहड़ा ग्रॉस डोमैस्टिक प्रोडक्ट है, जिहड़ियां ले ऑफ्स ने, बिजनेस क्लोज हो रहे ने, ये जिहड़ी ये औखा समय यह मोस्टली जिहड़ियां ग्रॉस डोमैस्टिक प्रोडक्ट वो ये है कि वेख्या जाता है कि देश दे विच जिहड़ियां समान की बन रहा है, सर्विसेज की इकोनमी पैदा कर रही है। इसका द चीफ इकोनॉमिस्ट ने जिहड़े क्रेडिट इंश्योरेंस कंपनी यूलर हार्म्स नॉर्थ अमेरिका दे डैन नॉर्थ, उन्हें कहा ये हो सकता हो सकेगा कि क्योंकि अनसर्टन है, पता नहीं की हो सकता है। ते जिहड़े खजाने दे सैक्रटरी ने स्टीवन म्यूचिन, उसने जिहड़ी गल कही है, वो कहते भी नहीं ये बाउंस बैक होएगी इकोनॉमी। अलग अलग अर्थशास्त्री अलग अलग गल कर रहे हैं, कर कित्थों रहे ने कि बिल्कुल अगे सामने कख नहीं दे रहा। अनसर्टन जिहड़ी शब्द है वो बड़ा माड़ा हुंदा आर्थिकता, किसी चीज बारे भी जब पता ही ना होवे, अक पलाही हाथ होण भी की होएगा, कि सामने की होएगा। यही सब इंडस्ट्री ते फर्क पा रहा है। जिहड़ी रियल एस्टेट की गल करिए, हुण सारे इस चीज ते सोच रहे ने भी होऊ की, बनू की। घर लौट लई हुई बना लीए, रख लीए, छड्ड लीए, जिन्हां दी डिवेलपमेंट शुरू की हुई है, लॉट्स डिवेलप कर लीए या ना कर लीए, लैंड पई रहन दीए, कंस्ट्रक्शन जिन्हां दी चल रही है भी इहनूं कित्थे तक लैके चलीए। बहुत वड्डे प्रोजैक्ट ने जिहड़े जिन्हां दे कोल, असल कहानी ये है भी जिहड़े बिल्डर्स दे कोल लैंड बैंक आ, जिन्हां ने सस्तियां जिहड़ी जमीन खरीदी हुई है, उन्हां नूं कोई फर्क नहीं है, कोई फिक्र नहीं है। जिन्हां ने मिलियन डॉलर दे एकड़ खरीदे ने ते 20-25 यूनिट बन रहे ने, 40 50 हज़ार नूं उन्हां नूं एक दरवाजा पै रहा, $2.5 लाख उपर ला के 3 लाख च रेडी हो रहा। 5 दा वेच देण, 4.5 दा, 5.5 दा वेच देण, उन्हां नूं कोई तंगी नहीं है। प्रॉब्लम यह है कि पिछले 2 सालों च लोगों ने महंगा बहुत कुछ खरीदा है। उन्होंने जिहड़ा हुण 1.5 लाख नूं, पौने 2 लाख नूं, एक बार 2,20,000 का भी टाउन हाउस का डोर विकिया। हुण उहदे लई कुछ, क्योंकि उस समय की मार्केट के हिसाब दे नाल भी अग लगी पई है ते चक दिओ काम, पर हुण आ नहीं सी पता कि आ समा जिहड़ा आउणा है ते उहदे लई की होवे। हुण ओह फीजेबल है नहीं। जे देखिए 5.5 लाख की रेंज दे विच टाउन हाउस विकण लग गए, जे 1.5 लाख का भी किसी ने लिया, 2.5 लाख तो 3 लाख की कंस्ट्रक्शन कॉस्ट आ, ते उसनूं कैरी ऑन जिहड़ा 1 साल का 1.5 साल का प्रोसैस आ, तो 4.5 पौने 5 च ओह कॉस्ट कर रहा। जे 1.5 लाख का भी लाइए, जिन्हें महंगा लिया वो नहीं। बहुत बिल्डर ने सही दे विच जिन्हां दी लैंड 15-15 साल 20-20 साल की लई हुई है, NCP च आ गई, उन्हां नूं फिक्र नहीं है। पर जिहड़ी एक पौंजी स्कीम वांगू एक चों दूजे च, दूजे चों तीजे च, तीजे च चौथे, चौथे तो 5वें तक इस तरह जिहड़ियां प्रॉपर्टियां जिहड़ियां होल्ड कीतियां, वो डेंजरस मोड दे विच है काम। हुण वो सोचण लगे ने भी की करिए, हुण आपां किश्तां दईए जां ना दईए, किश्तां दईए जां ना दईए। जद एक र्यूमर्स कम्यूनिटी दे विच शुरू हो गईयां, जिवें पिछले दिनी एक रियल्टी की गल चली सी कि वह फोरक्लोजर कर रहे हैं, वो कंस्ट्रक्शन अपनी करते सी, घर भी बेचते सी, ते उसने फिर ज़्यादा अराजकता हो जाए फिर लोग डरन लग जाते। बस गल ये है। हुण जे देखिए किसी दे 3,000 तो 2,000 इनकम हो गई, फर्क तो इन्ना पिया, मुक्या तो कुछ नहीं। 3,000 कमाने वाले नूं सरकार ने 2,000 देता, $1,000 घटिया, इउं तो है नहीं भी सड़क ते समान रख लिया आके। पर मेजर इन्वेस्टमेंट है जिहड़ी वो नहीं कोई कर रहा।
ਅੱਜ ਐਵੀਏਸ਼ਨ ਇੰਡਸਟਰੀ ਦੀ 100 ਦੇ ਵਿੱਚੋਂ 80-85 ਜਹਾਜ਼ ਖੜੇ ਨੇ। ਤੁਸੀਂ ਇਹ ਦੇਖ ਲਓ ਵੀ ਬਣਨਾ ਕੀ। 16,000 ਦੇ ਕਰੀਬ ਲੇ ਆਫ ਹੋ ਰਹੀ ਹੈ ਬੋਇੰਗ ਦੇ ਵਿੱਚ। ਜਿਹੜਾ ਕੁਛ ਡਿੱਗ ਰਿਹਾ ਕਰੂਜ਼ ਸ਼ਿਪਾਂ ਦਾ ਤਾਂ ਇੰਨਾ ਮਾੜਾ ਹਾਲ ਹੈ। ਕਰੂਜ਼ ਸ਼ਿਪ ਆਉਣ ਵਾਲੇ 5 ਸਾਲ ਕਿਸੇ ਨੇ ਚੜ੍ਹਨਾ ਨਹੀਂ ਉਹਦੇ ਵਿੱਚ, ਇੰਨਾ ਲੋਕ ਡਰ ਗਏ। ਸਾਰੀ ਦੁਨੀਆ ਦੇ ਵਿੱਚ ਆਇਲ ਟੈਂਕਰ ਖੜੇ ਨੇ, ਉਹਨਾਂ ਨੂੰ ਕੰਢੇ ਨਹੀਂ ਕੋਈ ਲਾ ਰਿਹਾ। $30,000 ਇੱਕ ਦਿਹਾੜੀ ਦਾ ਖਰਚਾ ਪੈ ਰਿਹਾ ਆਇਲ ਟੈਂਕ। ਸੋ ਇਹ ਜਿਹੜਾ ਇਸ਼ੂ ਆਰਥਿਕਤਾ ਦਾ ਬੜਾ ਅਲੱਗ ਰੂਪ ਵੱਲ ਨੂੰ ਜਾ ਰਿਹਾ। ਆਸ ਕਰਦੇ ਹਾਂ, ਪਰ ਹੁਣ ਗੱਲ ਇਹ ਆ ਵੀ ਫੋਕੀਆਂ ਤਸੱਲੀਆਂ ਨਾਲ ਵੀ ਨਹੀਂ ਗੱਲ ਬਣਨੀ, ਸੱਚ ਵੀ ਬੋਲਣਾ। ਇਹ ਜੇ ਉਹੀਓ ਕਹਿੰਦੇ ਨੇ ਜੀ ਇਹ ਤਾਂ ਬਹੁਤ ਸਿਰਿਆ ਬਹੁਤ ਸਿਰਿਆ, ਇਹ ਗੱਲਾਂ ਜਿਹੜੀਆਂ ਨੇ ਉਹ ਅਲੱਗ ਨੇ। ਵਾਪਸ ਆ ਕੇ ਇਸ ਤੇ ਫਿਰ ਗੱਲ ਕਰਦੇ। ਹੁਣ ਅਮਨ ਖਹਿਰਾ ਨੇ ਮੇਰੇ ਨਾਲ। ਅਮਨ ਖਹਿਰਾ ਹੋਰਾਂ ਦੇ ਨਾਲ ਇਮੀਗ੍ਰੇਸ਼ਨ ਸੰਬੰਧੀ ਕੁਛ ਤੁਹਾਡੇ ਵੀ ਸਵਾਲ ਨੇ, ਕੁਛ ਮੇਰੇ ਸਵਾਲ ਨੇ, ਉਹਨਾਂ ਨੂੰ ਪੁੱਛਦੇ ਆ। ਅਮਨ ਜੀ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਸਵਾਲਾਂ ਤੋਂ ਪਹਿਲਾਂ ਇੱਕ ਮੇਰਾ ਸਵਾਲ ਹੈ ਜੀ, ਉਹਦਾ ਜਵਾਬ ਦਿਓ। ਮੁੰਡੇ ਬਹੁਤ ਪੁੱਛ ਰਹੇ ਨੇ, ਬਹੁਤ ਵਰਕ ਪਰਮਿਟ ਤੇ ਆਏ ਹੋਏ ਨੇ ਮੁੰਡੇ ਡਰਾਈਵਰ ਨੇ ਜਿਹੜੇ, ਪਰ ਉਹ ਇੱਥੇ ਪਹੁੰਚ ਗਏ, ਹਾਲੇ ਲਾਇਸੈਂਸ ਨਹੀਂ ਉਹਨਾਂ ਨੇ ਲਿਆ। ਉਹ ਲਾਇਸੈਂਸ ਦਾ ਪ੍ਰੋਸੀਜਰ ਆ ਤੇ ICBC ਬੰਦ ਹੈ। ਉਹ ਹੁਣ ਨਾ ਕੋਈ ਕੰਮ ਕਰ ਸਕਦੇ ਆ, ਨਾ ਉਹ ਕੋਈ ਬੈਨੀਫਿਟ ਮੇਰਾ ਖਿਆਲ ਲੈ ਸਕਦੇ ਸਰਕਾਰ ਤੋਂ। ਉਹਨਾਂ ਲਈ ਤੁਹਾਡੀ ਪ੍ਰੋਫੈਸ਼ਨਲ ਓਪੀਨੀਅਨ ਕੀ ਹੈ? ਜੀ ਬਾਈ ਜੀ, ਇਹਨੂੰ ਆਪਾਂ ਇੱਕ ਸਿਸਟਮ ਗਲਿਚ ਕਹਿ ਸਕਦੇ ਹਾਂ। ਜਦੋਂ ਵੀ ਸਰਕਾਰ ਕੋਈ ਪ੍ਰੋਗਰਾਮ ਬਣਾਉਂਦੀ ਹੈ, ਸੋ ਬਿਊਰੋਕਰੈਟਸ ਜਿਵੇਂ ਉਹ ਪ੍ਰੋਗਰਾਮ ਲਿਖਦੇ ਨੇ ਤੇ ਰੂਲਸ ਬਣਦੇ ਨੇ, ਨਵੇਂ ਕਾਨੂੰਨ ਬਣਦੇ ਨੇ, ਉਹਦੇ ਵਿੱਚ ਕੁਛ ਚੀਜ਼ਾਂ ਰਹਿੰਦੀਆਂ ਨੇ ਜਿਵੇਂ ਜਿਹੜੀਆਂ ਕਿ ਕਿਸੇ ਬੰਦੇ ਨੂੰ ਡੈਡਲੌਕ ਪੋਜੀਸ਼ਨ 'ਚ ਲੈ ਆਉਂਦੀਆਂ ਨੇ। ਹੁਣ ਸਰਕਾਰ ਨੇ ਪ੍ਰੋਗਰਾਮ ਤਾਂ ਬਣਾਇਆ ਹੈਗਾ ਵੀ ਫੋਰਨ ਵਰਕਰਸ ਕੰਮ ਕਰ ਸਕਦੇ ਨੇ ਇੱਥੇ ਆ ਕੇ। ਸੋ ਜਿਹੜੀਆਂ ਆਕੂਪੇਸ਼ਨ 'ਚ ਕਿਸੇ ਪ੍ਰੋਵਿੰਸ ਦੇ ਵਿੱਚ ਲਾਇਸੈਂਸਿੰਗ ਰਿਕੁਆਇਰਮੈਂਟ ਹੈ, ਉਹ ਲਾਇਸੈਂਸ ਲੈਣ ਦਾ ਜਿਹੜਾ ਪੈਥਵੇ ਹੈ, ਜੇ ਉਹਦੇ ਵਿੱਚ ਕੋਈ ਗਲਿਚ ਆ ਜਾਏ, ਮਤਲਬ ਤੁਸੀਂ ਨਾ ਲੈ ਸਕੋ ਲਾਇਸੈਂਸ, ਤਾਂ ਉਨੀ ਦੇਰ ਤੁਸੀਂ ਟੈਕਨੀਕਲ ਤੌਰ ਤੇ ਕੰਮ ਨਹੀਂ ਕਰ ਸਕਦੇ। ਸੋ ਜਿੰਨੀ ਦੇਰ ਤੁਸੀਂ ਕੰਮ ਨਹੀਂ ਕਰ ਸਕਦੇ, ਉਹਦਾ ਸਾਰਾ ਭਾਰ ਸਰਕਾਰ ਨੇ ਇੰਪਲੋਇਰ ਦੇ ਜੁੰਮੇ ਪਾਇਆ ਹੋਇਆ ਵੀ ਇੰਪਲੋਇਰ ਉਹਨਾਂ ਨੂੰ ਸੈਲਰੀ ਦੇਵੇ ਜਿੰਨੀ ਦੇਰ ਉਹ ਲਾਇਸੈਂਸ ਨਹੀਂ ਲੈ ਰਹੇ। ਨਾ ਇੱਥੇ ਕੁਐਸਚਨ ਇਹ ਖੜਾ ਹੋ ਜਾਂਦਾ ਵੀ ਇੰਪਲੋਇਰ ਉਹਨਾਂ ਨੂੰ ਹਾਇਰ ਤਾਂ ਡਰਾਈਵਰ ਦੇ ਲਈ ਕੀਤਾ, ਡਰਾਈਵਰ ਉਹ ਕੰਮ ਕਰ ਨਹੀਂ ਸਕਦੇ, ਤਾਂ ਇੰਪਲੋਇਰ ਕਿਸ, ਔਰ ਡਰਾਈਵਰ ਤੋਂ ਬਿਨਾਂ ਉਹ ਹੋਰ ਕੋਈ ਟੈਕਨੀਕਲੀ ਕੰਮ ਕਰ ਵੀ ਨਹੀਂ ਸਕਦੇ, ਤਾਂ ਇੰਪਲੋਇਰ ਉਹਨਾਂ ਨੂੰ ਕਿਸ ਵਜ੍ਹਾ ਕਰਕੇ ਜਿਹੜੀ ਉਹ ਸੈਲਰੀ ਦੇਵੇ। ਸੋ ਉਹ ਇੱਕ ਗਲਿਚ ਜ਼ਰੂਰ ਹੈਗਾ ਹੀ। ਇਹ ਇੱਕ ਬਹੁਤ ਸਿਚੁਏਸ਼ਨ ਜਿਹੜੀ ਸੀ ਕਿਸੇ ਨੇ ਐਕਸਪੈਕਟ ਨਹੀਂ ਕਰੀ ਸੀ। ਆਮ ਕਰਕੇ ਜਿਹੜਾ ਇਹ ਡਿਲੇ ਹੁੰਦਾ ਸੀ ਵੀ ਹਿੰਮਤ ਕਰਕੇ ਜਿਹੜੇ ਆਮ ਫੋਰਨ ਵਰਕਰਸ ਹੁੰਦੇ ਸੀ, ਜਿਹਨਾਂ ਕੋਲ ਐਕਸਪੀਰੀਅੰਸ ਹੁੰਦਾ ਸੀ, ਤਾਂ ਉਹ 2 ਜਾਂ 2.5 ਜਾਂ 3 ਮਹੀਨਿਆਂ ਦੇ ਵਿੱਚ ਇਹ ਜਿਹੜਾ ਲਾਇਸੈਂਸ ਸੀ ਲੈ ਲੈਂਦੇ ਸੀ। ਜਾਂ ਕਈ ਵਰਕਰ ਸੀ ਜਿਹੜੇ ਵਿਜ਼ਿਟਰ ਆਏ ਹੋਏ ਸੀ ਕੈਨੇਡਾ ਦੇ ਵਿੱਚ, ਉਹਨਾਂ ਨੇ ਹਿੰਮਤ ਕਰਕੇ ਵਿਨੀਪੈਗ ਜਾਂ ਓਨਟੇਰੀਓ ਦੇ ਵਿੱਚ ਜਿੱਥੇ ਵਿਜ਼ਿਟਰਸ ਨੂੰ ਅਲਾਓ ਕਰਦੇ ਸੀ ਹੈਵੀ ਡਿਊਟੀ ਟਰੱਕ ਦਾ ਲਾਇਸੈਂਸ ਦੇਣਾ, ਤਾਂ ਉਹ ਲੋਕਾਂ ਨੇ ਲੈ ਲਏ ਸੀ ਤੇ ਉਹਨਾਂ ਲਈ ਤਾਂ ਸਵਿਚ ਕਰਨਾ ਬਹੁਤ ਈਜ਼ੀ ਸੀਗਾ। ਜਿਹੜੇ ਵਰਕਰਸ ਬਾਹਰੋਂ ਜਿਹੜੇ ਫੋਰਨ ਲਾਇਸੈਂਸ ਲੈ ਕੇ ਆਏ ਸੀ, ਉਹਨਾਂ ਨੂੰ ਇਹ ਸਵਿਚਿੰਗ ਜਿਹੜੀ ਕਰਨੀ ਹੈ ਬਹੁਤ ਮੁਸ਼ਕਿਲ ਹੈ। ਅਨਫੋਰਚੂਨੇਟਲੀ ਇੰਪਲੋਇਰ ਜਿਹੜਾ ਉਹ ਪੇ ਨਹੀਂ ਕਰ ਸਕਦਾ, ਬਿਕੋਜ਼ ਉਹ ਬਿਜ਼ਨਸ ਸੈਂਸ ਨਹੀਂ ਬਣਦੀ। ਉਨੀ ਦੇਰ ਫਿਰ ਜਿਹੜਾ ਹੈਗਾ ਵਰਕਰ ਕਿਤੇ ਹੋਰ ਨਹੀਂ ਕੰਮ ਕਰ ਸਕਦਾ, ਕਿਉਂਕਿ ਇੰਪਲੋਇਰ ਸਪੈਸੀਫਿਕ ਪ੍ਰੋਗਰਾਮ ਹੈ ਨਾ। ਇਹਦੇ ਤੇ ਬਈ ਜੀ ਗਵਰਨਮੈਂਟ ਇੱਕ ਬਹੁਤ ਜਲਦੀ ਪ੍ਰੋਗਰਾਮ ਡਿਵੈਲਪ ਕਰ ਰਹੀ ਹੈ। ਉਹ ਜਿਹੜੀ ਐਕਸਪਲੋਇਟੇਸ਼ਨ ਹੈ ਉਹਨੂੰ ਇੱਕ, ਜਿਵੇਂ ਆਪਾਂ ਤੁਸੀਂ ਇਹ ਮੁੱਦਾ ਵੀ ਡਿਸਕਸ ਕਰਦੇ ਰਹੇ ਹੋ, ਜਿੱਥੇ ਕਿ ਫੋਰਨ ਵਰਕਰਸ ਲਈ ਕੰਮ ਕਰਨਾ ਜਾਂ ਫੋਰਨ ਵਰਕਰਸ ਦੇ ਈਵਨ ਦੋ ਰਾਈਟਸ ਐਗਜ਼ਿਸਟ ਕਰਦੇ ਨੇ, ਪਰ ਉਹ ਬੈਲੈਂਸ ਨਹੀਂ ਹੈ। ਜਿੰਨਾ ਇੰਪਲੋਇਰਸ ਦੇ ਜਿੰਨੀਆਂ ਪ੍ਰਿਵਿਲੇਜਸ ਮਿਲਦੀਆਂ ਨੇ ਜੇ ਕੋਈ ਫੋਰਨ ਵਰਕਰ ਨੂੰ ਹਾਇਰ ਕਰਦਾ, ਤੇ ਕਈ ਵਾਰ ਐਕਸਪਲੋਇਟੇਸ਼ਨ ਵੀ ਹੁੰਦੀ ਹੈ। ਸੋ ਫੋਰਨ ਵਰਕਰ ਜਿਹੜਾ ਇਮੀਗ੍ਰੇਸ਼ਨ ਕਰਕੇ ਕਾਫੀ ਚੀਜ਼ਾਂ ਤੇ ਕੰਪਰੋਮਾਈਜ਼ ਕਰਦਾ। ਸੋ ਉਹ ਚੀਜ਼ ਨੂੰ ਕਵਰ ਅਪ ਕਰਨ ਲਈ ਸਰਕਾਰ ਇੱਕ ਨਵਾਂ ਜਿਹੜਾ ਚੇਂਜ ਲੈ ਕੇ ਆ ਰਹੀ ਹੈ, ਜਿਹੜਾ ਕਿ ਨੈਨੀ ਪ੍ਰੋਗਰਾਮ 'ਚ ਆਲਰੇਡੀ ਲੈ ਆਂਦਾ ਸਰਕਾਰ ਨੇ। ਜਿਹੜਾ ਇੰਪਲੋਇਰ ਸਪੈਸੀਫਿਕ ਵਰਕ ਪਰਮਿਟ ਹੈ, ਇਹਨੂੰ ਹਟਾ ਕੇ ਆਕੂਪੇਸ਼ਨ ਸਪੈਸੀਫਿਕ ਵਰਕ ਪਰਮਿਟ ਕੀਤਾ ਜਾਵੇਗਾ। ਭਾਵ ਕਿ ਜੇ ਕੋਈ ਟਰੱਕ ਡਰਾਈਵਰ ਕੈਨੇਡਾ ਦੇ ਵਿੱਚ ਲੈਂਡ ਕਰਦਾ, ਤਾਂ ਹੁਣ ਉਹਦੇ ਤੇ ਰਿਸਟ੍ਰਿਕਸ਼ਨ ਹੈ ਵੀ ਉਹ ਸਿਰਫ ਉਸੇ ਇੰਪਲੋਇਰ ਦੇ ਕੰਮ ਕਰ ਸਕਦਾ। ਬਟ ਜਦੋਂ ਇਹ ਆਕੂਪੇਸ਼ਨ ਸਪੈਸੀਫਿਕ ਹੋ ਗਿਆ, ਫਿਰ ਉਹ ਐਜ਼ ਅ ਟਰੱਕ ਡਰਾਈਵਰ ਕਿਸੇ ਵੀ ਇੰਪਲੋਇਰ ਕੋਲ ਕੰਮ ਕਰ ਸਕਦਾ। ਜੇ ਫੋਰ ਐਗਜ਼ਾਮਪਲ ਕੋਈ BC ਦਾ ਲਾਇਸੈਂਸ ਹੈ, ਤਾਂ BC ਦੇ ਵਿੱਚ ਉਹ ਕਿਤੇ ਵੀ ਕਰ ਸਕਦਾ। ਜੇ ਉਹਨੇ ਪੋਜੀਸ਼ਨ ਆਪਣੀ ਸਵਿਚ ਕਰਨੀ ਹੈ, ਕਿਤੇ ਹੋਰ ਜਾਣਾ, ਤਾਂ ਉੱਥੇ ਜਾ ਕੇ ਉਸ ਪ੍ਰੋਵਿੰਸ ਦਾ ਲਾਇਸੈਂਸ ਲੈ ਕੇ ਕੰਮ ਕਰ ਸਕਦਾ। ਬਟ ਜਿਹੜੀ ਤੁਸੀਂ ਪ੍ਰੋਬਲਮ
ਦਾ ਕੁਐਸਚਨ ਜਿਹੜਾ ਮੈਨੂੰ ਕੀਤਾ, ਜਿਹੜੀ ਪ੍ਰੋਬਲਮ ਤੁਸੀਂ ਡਿਸਕਸ ਕਰ ਰਹੇ ਹੋ, ਇਹ ਬਿਲਕੁਲ ਬਹੁਤ ਲਾਰਜ ਨੰਬਰ 'ਚ ਐਗਜ਼ਿਸਟ ਕਰ ਰਹੀ ਹੈ। ਔਰ ਖਾਸ ਕਰਕੇ COVID-19 ਕਰਕੇ ਇਹ ਹੋਰ ਵੀ ਸੀਰੀਅਸ ਹੋ ਗਈ, ਬਿਕੋਜ਼ ਹੁਣ ਸਾਰੇ ਲਾਇਸੈਂਸਿੰਗ ਆਫਿਸਿਸ ਬੰਦ ਨੇ। ਕੋਈ ਲਾਇਸੈਂਸ ਜਿਹੜਾ ਹੈ ਔਰ ਖੁੱਲਣ ਦਾ ਵੀ ਕੋਈ ਇੱਕ ਸੀਮਿਤ ਸਮਾਂ ਨਹੀਂ ਹੈ। ਸਰਕਾਰ ਹੋ ਸਕਦਾ ਵਧਾ ਦੇਵੇ ਔਰ ਲਾਇਸੈਂਸ ਉਹਨਾਂ ਚਿਰ ਉਹ ਲੈ ਨਹੀਂ ਸਕਣਗੇ, ਔਰ ਇੱਕ ਡੈਡਲੌਕ ਪੋਜੀਸ਼ਨ ਹੈ ਜਿੱਥੇ ਉਹ ਉਨੀ ਦੇਰ ਕੰਮ ਵੀ ਨਹੀਂ ਕਰ ਸਕਣਗੇ, ਔਰ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਫੈਸਿਲਿਟੀ ਵੀ ਸਰਕਾਰ ਜਿਹੜੀ ਹੈ ਐਸ ਸੱਚ ਪ੍ਰੋਵਾਈਡ ਨਹੀਂ ਕਰੇਗੀ, ਬਿਕੋਜ਼ ਉਹ ਕਿਸੇ ਪ੍ਰੋਗਰਾਮ 'ਚ ਕੁਆਲੀਫਾਈ ਨਹੀਂ ਕਰਨਗੇ। ਕਿਸੇ ਨਾ ਕਿਸੇ ਸੋਸ਼ਲ ਬੈਨੀਫਿਟ ਆ ਜਿਹੜੀ ਸਰਕਾਰ ਬੈਨੀਫਿਟ ਦੇ ਰਹੀ ਹੈ। ਅੱਛਾ ਜੀ, ਹੁਣ ਆਈਏ ਗੱਲ ਕਿ ਫਾਰਮਰ ਕਮਿਊਨਿਟੀ ਦੇ ਬਾਰੇ ਜੀ। ਹਾਰਵੈਸਟਿੰਗ ਸੀਜ਼ਨ ਨੇੜੇ ਲੱਗ ਗਿਆ, ਹੁਣ ਕੀ ਹੋਊਗਾ ਜੀ? ਜਿਹੜੇ ਉਡੀਕ ਰਹੇ ਨੇ, ਵਰਕਰ ਨਹੀਂ ਆ ਰਹੇ, ਹੁਣ ਕੀ ਇਹਨਾਂ ਲਈ ਹੋਏਗਾ ਜੀ? ਜੀ ਬਿਲਕੁਲ, ਇਹ ਇੱਕ ਬਹੁਤ ਸੀਰੀਅਸ ਇਸ਼ੂ ਬਣਦਾ ਜਾ ਰਿਹਾ ਜਿਹੜਾ ਹਾਰਵੈਸਟਿੰਗ ਲੇਬਰ ਦਾ ਮੁੱਦਾ, ਕਿਉਂਕਿ ਤਕਰੀਬਨ 60 ਤੋਂ 70 ਹਜ਼ਾਰ ਜਿਹੜਾ ਫੋਰਨ ਵਰਕਰ ਇੱਕ ਸੀਜ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਦਾਖਲ ਹੁੰਦਾ। ਨਾ ਕੈਨੇਡੀਅਨਸ ਨੇ ਉਹ ਜੌਬ ਕਰਨੀ ਪਸੰਦ ਨਹੀਂ ਕਰਦੇ। ਕੁਝ ਫਾਰਮਰਸ ਨੇ ਜਿਹੜੇ ਅਨਆਥੋਰਾਈਜ਼ਡ ਜਿਵੇਂ ਵਰਕਰਸ ਨੇ, ਜਿਹੜੇ ਫੋਰ ਐਗਜ਼ਾਮਪਲ ਵਿਜ਼ਿਟਰਸ ਆਏ ਨੇ, ਉਹ ਹਾਇਰ ਕਰਦੇ ਨੇ, ਬਟ ਉਹ ਲੀਗਲੀ ਉਹ ਕਰੈਕਟ ਨਹੀਂ, ਉਹ ਹਾਇਰ ਨਹੀਂ ਕਰ ਸਕਦੇ ਉਹਨਾਂ ਨੂੰ। ਸੋ ਇਸੇ ਤਰ੍ਹਾਂ ਵਿਜ਼ਿਟਰ ਕਿਹੜਾ ਕੈਨੇਡਾ 'ਚ ਆ ਕੇ ਕੰਮ ਨਹੀਂ ਕਰ ਸਕਦਾ। ਬਟ ਕੋਵਿਡ ਦੀ ਸਿਚੁਏਸ਼ਨ ਕਰਕੇ ਇਹ ਮੁੱਦਾ ਹੋਰ ਵੀ ਗੰਭੀਰ ਹੋ ਗਿਆ, ਸੀਰੀਅਸ ਹੋ ਗਿਆ, ਜਿਹਦੇ ਵਿੱਚ ਸਰਕਾਰ ਨੇ ਕੁਝ ਅਨਾਊਂਸਮੈਂਟਾਂ ਜ਼ਰੂਰ ਕੀਤੀਆਂ ਨੇ ਵੀ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਕੁਝ ਰਿਆਇਤਾਂ ਦਿੱਤੀਆਂ ਵੀ ਤੁਸੀਂ ਬਿਨਾਂ ਐਡਵਰਟਾਈਜ਼ਮੈਂਟ ਤੋਂ, ਜਿਵੇਂ ਕਿ ਜਦੋਂ ਵੀ ਤੁਸੀਂ ਬਈ ਜੀ ਸਪਾਂਸਰ ਕਰਦੇ ਹੋ, ਫਾਰਮਰ ਕਿਸੇ ਨੂੰ ਸਪਾਂਸਰ ਕਰਦਾ ਹੈ ਵਰਕਰ ਦੇ ਤੌਰ ਤੇ, ਤਾਂ ਦੋ ਪ੍ਰੋਗਰਾਮ ਨੇ। ਇੱਕ SAWP ਹੈ, ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਹੈ, ਜਿਹੜਾ ਕਿ ਮੈਕਸੀਕੋ ਜਮੇਕਾ ਦੇ ਨਾਲ ਸਰਕਾਰ ਦੇ ਇੱਕ ਟਾਈ ਅਪਸ ਕੀਤੇ ਹੋਏ ਨੇ, ਇੱਕ ਬਾਇਲੈਟਰਲ ਐਗਰੀਮੈਂਟਸ ਨੇ, ਜਿੱਥੇ ਫਾਰਮਰ ਸਿੱਧੇ ਤੌਰ ਤੇ ਜਿਹੜਾ ਹੈਗਾ ਵਰਕਰ ਨੂੰ ਮੰਗਾ ਸਕਦਾ, ਬੜੇ ਥੋੜੇ ਸਮੇਂ ਲਈ ਮੰਗਾ ਸਕਦਾ ਹੀ। ਨਾਓ ਸੈਕੰਡ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਐਗਜ਼ਿਸਟ ਕਰਦਾ, ਜਿੱਥੇ ਤੁਸੀਂ ਲੌਂਗ ਟਰਮ ਵਰਕਰ ਸਪਾਂਸਰ ਕਰ ਸਕਦੇ ਹੋ, ਜਿੱਥੇ ਤੁਸੀਂ ਘੱਟੋ ਘੱਟ 24 ਮਹੀਨੇ ਮਾਫ ਕਰਨਾ ਘੱਟੋ ਘੱਟ 8 ਮਹੀਨੇ ਤੋਂ ਲੈ ਕੇ 24 ਮਹੀਨੇ ਲਈ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜਾ ਵਰਕਰ ਹੈ ਹਾਇਰ ਕਰਦੇ ਹੋ। ਔਰ ਮੈਜੋਰਿਟੀ ਆਫ ਜਿਹੜੇ ਫਾਰਮਰਸ ਨੇ ਉਹ ਸਵਿਚ ਕਰ ਰਹੇ ਨੇ 24 ਮੰਥਸ ਵਾਲੇ ਜਿਹੜੇ ਪਰਮਿਟਸ ਨੇ। ਰੀਜ਼ਨ ਬੀਇੰਗ ਇੰਪਲੋਇਰਸ ਤੇ ਬਹੁਤ ਬੜੀਆਂ ਆਬਲੀਗੇਸ਼ਨ ਰੱਖੀਆਂ ਹੁੰਦੀਆਂ ਨੇ ਜਦੋਂ ਕਿਸੇ ਫੋਰਨ ਵਰਕਰ ਨੂੰ ਉਹ ਸਪਾਂਸਰ ਕਰਦਾ। ਕਾਫੀ ਖਰਚੇ ਰੱਖੇ ਹੋਏ ਨੇ ਜਿਹੜੇ ਇੰਪਲੋਇਰ ਦੇ ਉੱਤੇ ਪੈ ਜਾਂਦੇ ਨੇ ਜਦੋਂ ਕਿਸੇ ਵਰਕਰ ਨੂੰ ਬਾਹਰੋਂ ਮੰਗਾਉਂਦਾ। ਨਾਓ ਇਸ ਦੇ ਵਿੱਚ ਸਰਕਾਰ ਨੇ ਹੁਣ ਜਿਹੜੀ ਲੇਟੈਸਟ ਚੇਂਜ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਜਿਵੇਂ ਮੈਂ ਕਿਹਾ ਸੀ ਵੀ ਜਦੋਂ ਵੀ ਕਿਸੇ ਇੰਪਲੋਇਰ ਨੇ ਸਪਾਂਸਰ ਕਰਨਾ ਉਹਨੇ 2 ਟੈਸਟ ਮੀਟ ਕਰਨੇ ਨੇ। ਪਹਿਲਾ ਟੈਸਟ ਹੈ ਉਹਨੇ ਆਪਣੀ ਬਿਜ਼ਨਸ ਦੀ ਵਾਇਬਿਲਿਟੀ ਜਾਂ ਬਿਜ਼ਨਸ ਦੀ ਜਿਹੜੀ ਫਾਈਨੈਂਸ਼ੀਅਲ ਐਬਿਲਿਟੀ ਹੈ ਉਹ ਸਾਬਤ ਕਰਨੀ ਹੈ ਵੀ ਉਹ ਕੰਮ ਦੇਣ ਦੇ ਯੋਗ ਹੈ ਬਿਜ਼ਨਸ, ਔਰ ਕੰਮ ਦੇ ਸਕਦਾ ਜਿੰਨੀ ਦੇਰ ਲਈ ਉਹ ਕਮਿਟ ਕਰ ਰਿਹਾ ਕਿਸੇ ਫੋਰਨ ਵਰਕਰ ਨੂੰ ਕੰਮ ਦੇਣ ਦੇ ਲਈ। ਸੈਕੰਡ ਜਿਹੜਾ ਟੈਸਟ ਹੈ ਉਹਨਾਂ ਨੇ ਮੀਟ ਕਰਨਾ ਵੀ ਉਹਨਾਂ ਨੇ ਕੈਨੇਡੀਅਨ ਨੂੰ ਹਾਇਰ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਉਹਨਾਂ ਨੂੰ ਐਡਵਰਟਾਈਜ਼ ਕਰਨਾ ਪੈਂਦਾ ਸੀ, ਇਸ਼ਤਿਹਾਰਬਾਜ਼ੀ ਕਰਨੀ ਪੈਂਦੀ ਸੀ, ਤੇ ਉਸ ਤੋਂ ਬਾਅਦ ਉਹ ਸਾਬਤ ਕਰਦੇ ਸੀ ਵੀ ਕੈਨੇਡੀਅਨ ਸਾਨੂੰ ਅਵੇਲੇਬਲ ਨਹੀਂ ਹੋਇਆ, ਇਸ ਲਈ ਅਸੀਂ ਫੋਰਨ ਵਰਕਰ ਨੂੰ ਐਕਸਟੈਂਡ ਕਰ ਰਹੇ ਹਾਂ ਜੌਬ ਆਫਰ। ਹੁਣ ਸਰਕਾਰ ਨੇ ਕੀ ਕਰਤਾ ਵੀ ਜਿਹੜਾ ਸੈਕੰਡ ਪ੍ਰੋਂਗ ਹੈ ਜਾਂ ਸੈਕੰਡ ਟੈਸਟ ਇਹਨੂੰ ਹਟਾਤਾ, ਤਾਂ ਇੱਕੋ ਟੈਸਟ ਰੱਖਿਆ ਵੀ ਬਿਜ਼ਨਸ ਆਪਣੀ ਜਿਹੜੀ ਫਿਜ਼ੀਬਿਲਿਟੀ ਟੈਸਟ ਹੈ ਜਾਂ ਵਾਇਬਿਲਿਟੀ ਹੈ ਉਹ ਦਿਖਾ ਦੇਵੇ ਵੀ ਜੇ ਕਿਸੇ ਫਾਰਮਰ ਨੇ ਕਿਸੇ ਵਰਕਰ ਨੂੰ ਸਪਾਂਸਰ ਕਰਨਾ ਉਹ ਸਿਰਫ ਐਂਡ ਸਿਰਫ ਇਹ ਪ੍ਰੂਵ ਕਰਦੇ ਵੀ ਉਹਨਾਂ ਕੋਲ ਫਾਰਮ ਐਗਜ਼ਿਸਟ ਕਰਦਾ ਔਰ ਉਸ ਫਾਰਮ ਦੇ ਵਿੱਚ ਉਹਨਾਂ ਨੂੰ ਇੰਨੇ ਵਰਕਰਸ ਦੀ ਜ਼ਰੂਰਤ ਹੈ ਔਰ ਜਿਸ ਕਰਕੇ ਉਹ ਫਾਈਨੈਂਸ਼ੀਅਲੀ ਵੀ ਅਫੋਰਡ ਕਰਦੇ ਨੇ ਇਹ ਵਰਕਰਸ ਨੂੰ ਸੈਲਰੀ ਦੇਣਾ ਔਰ ਕਮਿਟ ਕਰਦੇ ਨੇ ਉਨੀ ਸੈਲਰੀ ਦੇਣਾ, ਤਾਂ ਫਿਰ ਉਹ ਵਰਕਰਸ ਨੂੰ ਮੰਗਾਇਆ ਜਾ ਸਕਦਾ। ਸੋ ਜਿਹੜਾ ਪਾਥਵੇ ਉਹ ਬਹੁਤ ਸੌਖਾ ਕੀਤਾ। ਔਰ ਸੈਕਿੰਡ ਸਰਕਾਰ ਨੇ ਕੀਤਾ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਲੈ ਕੇ ਆਏ ਨੇ, ਜਿੱਥੇ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਸਿਰਫ 2 ਤੋਂ 3 ਦਿਨ ਰੱਖਿਆ। ਜੇ ਅੱਜ ਆਪਾਂ ਐਪਲੀਕੇਸ਼ਨ ਪਾਈਏ ਤਾਂ ਜਨਰਲੀ ਜਿਹੜੀ ਐਪਲੀਕੇਸ਼ਨ ਖੁੱਲ੍ਹਣ ਦਾ ਜਿਹੜਾ ਸਮਾਂ ਉਹ 3 ਦਿਨ ਹੈ। ਸੋ ਵਿਚ ਇਜ਼ ਵੈਰੀ ਫਾਸਟ। ਜਿਵੇਂ ਅਦਰਵਾਈਜ਼ ਜਿਹੜਾ ਵੇਟਿੰਗ ਟਾਈਮ ਹੁੰਦਾ ਸੀ 8 ਹਫ਼ਤੇ ਦਾ ਵੇਟਿੰਗ ਟਾਈਮ ਸੀ, ਜਿਹੜਾ ਕਿ ਘਟਾ ਕੇ ਸਿਰਫ 1 ਵੀਕ ਰਹਿ ਗਿਆ। 1 ਹਫ਼ਤੇ ਦੇ ਅੰਦਰ ਜਿਹੜਾ ਹੈਗਾ ਡਿਸੀਜਨ ਸਰਕਾਰ ਦੇ ਰਹੀ ਹੈ। ਅੱਛਾ ਜੀ, ਜਿਹੜਾ ਇਸ ਦੇ ਨਾਲ ਹੀ ਹੁਣ ਜਿੱਥੇ ਜਿੱਥੇ ਉਹ ਰੁਕੇ ਹੋਏ ਨੇ ਅੱਗੇ ਮਤਲਬ ਆਉਂਦੇ ਸੀ ਬੰਦੇ, ਤੇ ਹੁਣ ਕੋਈ ਕੈਪ ਵੀ ਲਾ ਦਿੱਤਾ ਵੀ ਸਪਾਂਸਰ ਕਿੰਨੇ ਕਰ ਸਕਦੇ ਆ ਫਾਰਮਰ? ਨਹੀਂ ਬਾਈ ਜੀ, ਕੈਪ ਐਸ ਸਰਕਾਰ ਨੇ ਓਪਨ ਰੱਖਿਆ। ਕੈਪ ਉਹਨਾਂ ਨੇ ਲਾਇਆ ਕੁਝ ਜਿਹੜੀਆਂ ਲੋ ਵੇਜ ਆਕੂਪੇਸ਼ਨਸ ਨੇ ਉਹਨਾਂ ਦੇ ਜ਼ਰੂਰ ਇਹ ਕੈਪ ਐਗਜ਼ਿਸਟ ਕਰਦਾ। ਫਾਰਮਰਸ ਲਈ ਉਹਨਾਂ ਨੇ ਕੈਪ ਨਹੀਂ ਲਾਇਆ ਹੈਗਾ। ਇਹਦੇ ਬਾਰੇ ਗੱਲਬਾਤ ਹੋ ਰਹੀ ਸੀ ਵੀ ਕੈਪ ਕੀਤਾ ਜਾਵੇ, ਬਟ ਕਿਉਂਕਿ ਫਾਰਮਰ ਇੱਕ ਬੜੀ ਜਿਹੜੀ ਫਾਰਮਿੰਗ ਹੈ
ਉਹ ਬੜਾ ਇੱਕ ਡਿਵਰਸ ਲਾਈਕ ਔਰ ਬੜੇ ਤਰ੍ਹਾਂ ਦੀ ਫਾਰਮਿੰਗ ਐਗਜ਼ਿਸਟ ਕਰਦੀ ਹੈ ਕੈਨੇਡਾ ਦੇ ਵਿੱਚ, ਚਾਹੇ ਉਹ ਫਰੂਟ ਫਾਰਮਿੰਗ ਹੈ ਜਾਂ ਵੈਜੀਟੇਬਲ ਫਾਰਮਿੰਗ ਹੈ ਜਾਂ ਗ੍ਰੀਨ ਹਾਊਸ ਨੇ ਜਾਂ ਹੋਰ ਤਰ੍ਹਾਂ ਦੀ ਜਿਹੜੇ ਵੇਅਰ ਹਾਊਸਿਸ ਨੇ ਜਿੱਥੇ ਫਾਰਮਿੰਗ ਹੁੰਦੀ ਹੈ ਜਿਹੜੀ ਨਵੀਂ ਟੈਕਨੋਲੋਜੀ ਦੀ ਹੈ, ਜਾਂ ਡੇਅਰੀ ਫਾਰਮਿੰਗ ਹੈ। ਸੋ ਹਰ ਤਰ੍ਹਾਂ ਦੀ ਫਾਰਮਿੰਗ ਦੇ ਵਿੱਚ ਜਿਹੜੀ ਨੀਡਸ ਹੈ ਵਰਕਰਸ ਦੀ ਉਹ ਬਿਲਕੁਲ ਡਿਫਰੈਂਟ ਨੀਡ ਹੈ ਜੀ। ਜਿਹੜਾ ਕੋਈ ਐਪਲ ਆਰਚਿਡਿਸਟ ਹੈ ਉਹਦੀ ਨੀਡ ਜਿਹੜੀ ਹੈ ਉਹ ਡਿਫਰੈਂਟ ਹੋਏਗੀ, ਬਲੂਬੇਰੀ ਦੇ ਫਾਰਮਰ ਦੀ ਨੀਡ ਜਿਹੜੀ ਵਰਕਰ ਦੇ ਪਰ ਏਕੜ ਡਿਫਰੈਂਟ ਹੋਏਗੀ, ਡੇਅਰੀ ਫਾਰਮਿੰਗ ਲਈ ਰਿਕੁਆਇਰਮੈਂਟ ਪਰ ਐਨੀਮਲ ਡਿਫਰੈਂਟ ਹੋਏਗੀ। ਸੋ ਇਸੇ ਕਰਕੇ ਸਰਕਾਰ ਨੇ ਉੱਤੇ ਕੋਈ ਕੈਪ ਨਹੀਂ ਲਾਇਆ, ਬਟ ਇਹਦੀ ਕੈਲਕੂਲੇਸ਼ਨ ਇੱਕ ਰਫਲੀ ਕੀਤੀ ਜਾਂਦੀ ਹੈ। ਜਦੋਂ ਵੀ ਤੁਸੀਂ ਸਪਾਂਸਰਸ਼ਿਪ ਭਰਨੀ ਹੈ ਤਾਂ ਇਹ ਬਿਲਕੁਲ ਦੇਖਣਾ ਜ਼ਰੂਰੀ ਹੁੰਦਾ ਵੀ ਜਿਹੜੀ ਉਸ ਪਰਟੀਕੂਲਰ ਇੰਡਸਟਰੀ ਦਾ ਟੈਸਟ ਰੱਖਿਆ ਹੋਇਆ ਉਹ ਕਿੰਨੇ ਰੱਖੇ ਹੋਏ ਨੇ, ਵੀ ਪਰ ਏਕੜ ਜਿਹੜੇ ਨੇ ਫਾਰਮਰਸ ਨੂੰ ਕਿੰਨੇ ਵਰਕਰਸ ਜਿਹੜੇ ਨੇ ਲੌਂਗ ਟਰਮ ਚਾਹੀਦੇ ਹੁੰਦੇ ਨੇ, ਕਿੰਨੇ ਵਰਕਰਸ ਹਾਰਵੈਸਟਿੰਗ ਲਈ ਸ਼ਾਰਟ ਟਰਮ ਚਾਹੀਦੇ ਹੁੰਦੇ ਨੇ। ਸੋ ਕੈਲਕੂਲੇਸ਼ਨ ਜਨਰਲੀ ਅਸੀਂ ਫ੍ਰੀ ਆਫ ਕਾਸਟ ਕਰਕੇ ਦਿੰਦੇ ਹਾਂ ਜੇ ਕੋਈ ਕਿਸੇ ਦਾ ਇਹੋ ਸਵਾਲ ਹੁੰਦਾ ਵੀ ਕਿੰਨਿਆਂ ਨੂੰ ਸਪਾਂਸਰਸ਼ਿਪ ਦੇ ਸਕਦਾ। ਔਰ ਜਿਹੜੀ ਨੀਡ ਹੈ ਉਹ ਇੰਪਲੋਇਰ ਬੇਸਡ ਨੀਡ ਹੈ, ਇੰਪਲੋਇਰ ਨੂੰ ਜਸਟੀਫਾਈ ਕਰਨਾ ਪੈਂਦਾ, ਦੱਸਣਾ ਪੈਂਦਾ ਵੀ ਉਹ ਇੰਨੇ ਵਰਕਰਸ ਨੂੰ ਹਾਇਰ ਕਰਨਾ ਚਾਹੁੰਦਾ। ਕਈ ਦਫਾ ਕੀ ਹੁੰਦਾ ਤੁਹਾਡੀ ਨੀਡ ਜੇ ਹੈ ਬਹੁਤ ਜ਼ਿਆਦਾ ਵਰਕਰਸ ਦੀ ਹੈ ਤਾਂ ਤੁਹਾਨੂੰ ਫਿਰ ਆਫਿਸਰ ਨੂੰ ਜਸਟੀਫਾਈ ਕਰਾਉਣਾ ਪੈਂਦਾ ਵੀ ਤੁਸੀਂ ਵਰਕਰ ਜੇ ਇੰਡਸਟਰੀ ਸਟੈਂਡਰਡ ਹੈ ਫੋਰ ਐਗਜ਼ਾਮਪਲ 1 ਏਕੜ ਪਿੱਛੇ ਤੁਸੀਂ 2 ਵਰਕਰਸ ਨੂੰ ਬੁਲਾ ਰਹੇ ਹੋ ਤਾਂ ਤੁਸੀਂ 4 ਵਰਕਰਸ ਮੰਗ ਰਹੇ ਹੋ ਤਾਂ ਤੁਹਾਨੂੰ ਜਿਹੜੀ ਐਕਸੈਸਿਵ ਨੀਡ ਹੈ ਉਹ ਡੈਮੋਨਸਟ੍ਰੇਟ ਕਰਨੀ ਪੈਂਦੀ ਹੈ ਵੀ ਕਿਉਂ ਕਰਨਾ ਚਾਹੁੰਦੇ ਹੋ ਤੇ ਕੀ ਰੀਜ਼ਨ ਕੀ ਹੈ। ਔਰ ਤੁਹਾਨੂੰ ਜਿਹੜੀ ਜਨਰਲੀ ਸਰਕਾਰ ਨੇ ਕਿਹਾ ਵੀ ਮੈਕਸਿਮਮ ਜਿਹੜਾ ਅਸੀਂ ਵਰਕ ਪਰਮਿਟ ਦੀ ਅਪਰੂਵਲ ਦੇਵਾਂਗੇ, LMI ਦੀ ਮਾਫ ਕਰਨਾ ਅਪਰੂਵਲ ਦੇਵਾਂਗੇ ਉਹ 24 ਮਹੀਨੇ ਹੈ। ਉਹ ਵੀ ਜਸਟੀਫਾਈ ਕਰਨਾ ਪੈਂਦਾ ਵੀ ਤੁਹਾਨੂੰ ਜਿਹੜੀ ਵਿੰਟਰ ਸੀਜ਼ਨ ਹੈ ਤੇ ਉਸ ਸਮੇਂ ਜਦੋਂ ਸਾਰਾ ਕੁਝ ਡੋਰਮੈਂਟ ਹੈ, ਜਿਵੇਂ ਪਲਾਂਟਸ ਡੋਰਮੈਂਟ ਨੇ, ਹੋਰ ਕੁਝ ਹੋ ਨਹੀਂ ਰਿਹਾ, ਤਾਂ ਉਸ ਸਮੇਂ ਤੁਹਾਨੂੰ ਵਰਕਰਸ ਕੀ ਕੰਮ ਕਰਨਗੇ। ਸੋ ਉਹ ਵੀ ਜਸਟੀਫਾਈ ਕਰਨਾ ਪੈਂਦਾ ਵੀ ਉਹ ਕੰਮ ਜਿਹੜਾ ਹੈਗਾ ਰੈਗੂਲਰ ਤੇ ਫੁੱਲ ਟਾਈਮ ਹੋਏਗਾ। ਇਹ ਨਹੀਂ ਹੈਗਾ ਵੀ ਤੁਸੀਂ ਇੱਕ ਪ੍ਰੋਸੈਸ ਯੂਜ਼ ਕਰ ਰਹੇ ਹੋ ਵੀ ਤੁਸੀਂ ਵਰਕਰਸ ਨੂੰ ਸਿਰਫ ਕੈਨੇਡਾ ਦੇ ਵਿੱਚ ਐਕਸੈਸ ਦੇ ਰਹੇ ਹੋ, ਤਾਂ ਫਿਰ ਤੁਹਾਨੂੰ ਬੜੀ ਸੀਰੀਅਸ ਪ੍ਰੋਬਲਮ 'ਚ ਲੈ ਕੇ ਆ ਸਕਦੀ ਹੈ ਸਰਕਾਰ। ਅਮਿਤ ਖਹਿਰਾ ਜੀ ਮੇਰੇ ਨਾਲ CWC ਇਮੀਗ੍ਰੇਸ਼ਨ ਤੋਂ, ਤੇ ਗੱਲਬਾਤ ਚੱਲ ਰਹੀ ਹੈ ਕਿ ਹੁਣ ਕੀ ਹੋਏਗਾ। ਜਿਹੜਾ ਇਹ ਸਮਾਂ ਚੱਲ ਰਿਹਾ ਹੈ ਅਨਸਰਟਨਟੀ ਦੇ ਵਿੱਚ, ਇੰਡਸਟਰੀ ਜਿਹੜੀ ਖਾਸ ਤੌਰ ਤੇ ਫਾਰਮਰਸ ਨੇ ਉਹਨਾਂ ਨੂੰ ਬੜਾ ਔਖਾ ਹੋਣਾ। ਅੱਛਾ ਜੀ, ਜੇ ਹੁਣ ਕੁਝ ਜ਼ਿੰਮੇਵਾਰੀਆਂ ਇੰਪਲਾਇਰ ਦੀਆਂ ਵੱਧ ਗਈਆਂ ਜੇ ਕਿਸੇ ਨੂੰ ਸਪਾਂਸਰ ਕਰਦਾ ਉਹ? ਜੀ ਬਾਈ ਜੀ, ਹੁਣ ਜਿਹੜਾ COVID-19 ਕਰਕੇ ਸਰਕਾਰ ਨੇ ਕੁਝ ਨਵੀਂ ਕੰਪਲਾਇੰਸ ਆਡਿਟ ਦੇ ਵਿੱਚ ਕੁਝ ਨਵੀਆਂ ਚੇਂਜਸ ਕੀਤੀਆਂ ਨੇ ਜਿਹਦੇ 'ਚ ਇੰਪਲੋਇਰ ਦੀ ਜਿਹੜੀ ਜ਼ਿੰਮੇਵਾਰੀ ਉਹਨੂੰ ਹੋਰ ਵਧਾਇਆ। ਸਭ ਤੋਂ ਬੜੀ ਜਿਹੜੀ ਜ਼ਿੰਮੇਵਾਰੀ ਇੰਪਲੋਇਰ ਲਈ ਰੱਖੀ ਹੋਈ ਹੈ ਵੀ ਜਿਹੜੀ ਉਹਨਾਂ ਨੇ ਸੈਲਫ ਆਈਸੋਲੇਸ਼ਨ ਹੈ ਉਹਨੂੰ ਵੀ ਗਵਰਨ ਕਰਨਾ। ਜਿਵੇਂ ਫੋਰਨ ਵਰਕਰ ਕੈਨੇਡਾ ਦੇ ਵਿੱਚ ਜਦੋਂ ਦਾਖਲ ਹੋਏਗਾ, ਕਿਉਂਕਿ ਉਹਨਾਂ ਨੂੰ ਓਪਨ ਕੀਤਾ ਹੋਇਆ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ ਜਿਹੜੇ ਵਰਕਰਸ ਨੇ। ਨਾ ਜੇ ਵਰਕਰ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਤਾਂ ਉਹਨਾਂ ਨੂੰ 2 ਵੀਕਸ ਦੀ ਜਿਹੜੀ ਸੈਲਫ ਆਈਸੋਲੇਸ਼ਨ ਹੈ ਉਹਦੇ ਵਿੱਚ ਇੰਪਲੋਇਰ ਦੀ ਜ਼ਿੰਮੇਵਾਰੀ ਹੋਏਗੀ ਵੀ ਉਹਨਾਂ ਨੂੰ ਅਕੋਮੋਡੇਸ਼ਨ ਪ੍ਰੋਵਾਈਡ ਕਰਨੀ ਹੈ। ਔਰ ਇਹ ਵੀ ਦੇਖਣਾ ਵੀ ਜਿਹੜੀਆਂ ਸੈਲਫ ਆਈਸੋਲੇਸ਼ਨ ਦੀਆਂ ਜਿਹੜੀਆਂ ਨੋਰਮਸ ਨੇ ਉਹ ਵੀ ਦੇਖੇ ਜਾਣ ਵੀ ਉਹ ਫੁੱਲਫਿਲ ਹੋ ਰਹੀਆਂ ਨੇ। ਔਰ ਖਾਸ ਕਰਕੇ ਜੇ ਕੋਈ ਉਹ ਨਵੇਂ ਵਰਕਰਸ ਨੂੰ ਐਡੀਸ਼ਨ ਦੇ ਵਿੱਚ ਲੈ ਕੇ ਆਉਂਦੇ ਨੇ, ਫੋਰ ਐਗਜ਼ਾਮਪਲ ਇੱਕ ਘਰ ਦੇ ਵਿੱਚ ਉਹਨਾਂ ਨੇ 5 ਵਰਕਰਸ ਨੂੰ ਲਿਆ ਕੇ ਰੱਖਿਆ ਤੇ ਉਹ ਕਿਸੇ 6ਵੇਂ ਵਰਕਰ ਨੂੰ ਵਿਦਿਨ ਦੋਜ਼ 2 ਵੀਕਸ ਇੰਟਰੋਡਿਊਸ ਕਰਦੇ ਨੇ ਤਾਂ ਉਹਨਾਂ ਦਾ ਜਿਹੜਾ 2 ਵੀਕਸ ਦਾ ਸੈਲਫ ਆਈਸੋਲੇਸ਼ਨ ਦਾ ਟਾਈਮ ਹੈ ਉਹ ਜਦੋਂ ਨਵਾਂ ਵਰਕਰ ਇੰਟਰੋਡਿਊਸ ਕੀਤਾ ਉਸ ਤੋਂ ਦੁਬਾਰਾ ਸਟਾਰਟ ਹੋ ਜਾਏਗਾ। ਸੋ ਇਹਦੇ ਵਿੱਚ ਸਰਕਾਰ ਨੇ ਇਹ ਵੀ ਕਿਹਾ ਵੀ ਜਿਹੜੀ ਜੇ ਕੋਈ ਨਾਨ ਕੰਪਲਾਇੰਸ ਦੇ ਵਿੱਚ ਆ ਜਾਂਦਾ ਇੰਪਲੋਇਰ ਤਾਂ ਉਹਨੂੰ ਬੜੇ ਹੈਵੀ ਫਾਈਨਸ ਜਿਹੜੇ ਨੇ ਉਹ ਭੁਗਤਣੇ ਪੈਣਗੇ, ਜਿਹਦੇ ਵਿੱਚ ਜਦੋਂ ਵੀ ਐਪਲੀਕੇਸ਼ਨ ਅਪਰੂਵ ਕੀਤੀ ਜਾਂਦੀ ਹੈ ਤਾਂ ਸਰਵਿਸ ਕੈਨੇਡਾ ਇੱਕ ਲੈਟਰ ਵੀ ਇਸ਼ੂ ਕਰਦਾ ਸਪੈਸ਼ਲੀ ਇੰਪਲੋਇਰਸ ਨੂੰ ਅਪਡੇਟ ਕਰਨ ਦੇ ਲਈ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਵੀ ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਕਿਹੜੀਆਂ ਹੋਣਗੀਆਂ। ਸਰਕਾਰ ਇਸ ਦੇ ਨਾਲ ਜਿਹੜੀ ਸੈਲਰੀ ਹੈ ਜਦੋਂ ਵਰਕਰ ਕੋਈ ਕੈਨੇਡਾ ਦੇ ਵਿੱਚ ਦਾਖਲ ਹੋਏਗਾ, ਸਰਕਾਰ ਨੇ ਪੁਰਾਣੇ ਸਮੇਂ ਦੇ ਵਿੱਚ ਇਹ ਕਿਹਾ ਸੀ ਵੀ ਇੰਪਲੋਇਰ ਜ਼ਿੰਮੇਵਾਰ ਹੋਏਗਾ 2 ਵੀਕ ਦੀ ਸੈਲਰੀ ਜਿਹੜੀ ਹੈ ਘਰ ਬੈਠੇ ਵਰਕਰ ਨੂੰ ਦੇਏਗਾ। ਨਾ ਉਹ ਇਹ ਇੱਕ ਬਹੁਤ ਬੜੀ ਮੰਗ ਰੱਖੀ ਗਈ ਸੀ ਸਰਕਾਰ ਤੋਂ, ਜਿਹਦੇ ਵਿੱਚ ਫਾਰਮਰਸ ਨੇ ਲੌਬੀ ਕਰਕੇ ਕੁਝ ਨਵਾਂ ਪ੍ਰੋਗਰਾਮ ਇੰਟਰੋਡਿਊਸ ਕਰਾਇਆ ਜਿੱਥੇ ਸਰਕਾਰ ਹੁਣ $1500 ਪਰ ਵਰਕਰ ਦੇਣ ਲਈ ਤਿਆਰ ਹੈ ਜਿਹੜੇ ਫੋਰਨ ਵਰਕਰਸ ਨੂੰ ਤੁਸੀਂ ਸਪਾਂਸਰ ਕਰੋਗੇ ਔਰ ਉਹ ਵਰਕਰਸ ਕੰਮ ਨਹੀਂ ਕਰ ਸਕਣਗੇ ਬਿਕੋਜ਼ ਆਫ COVID-19। ਨਾ ਜੇ ਕੋਈ ਵਰਕਰ ਬਿਮਾਰ ਹੋ ਜਾਂਦਾ ਤਾਂ ਇਹਦੇ ਵਿੱਚ ਉਹਨਾਂ ਨੇ ਅੱਗੇ ਫਰਦਰ ਦੱਸਿਆ ਹੋਇਆ, ਡਿਵਾਈਡ ਕੀਤਾ ਹੋਇਆ ਵੀ ਜੇ ਕੋਈ ਵਰਕਰ ਬਿਮਾਰ ਹੋ ਜਾਂਦਾ ਤਾਂ ਇੰਪਲੋਇਰਸ ਨੂੰ ਕਿਹੜਾ ਪ੍ਰੋਸੈਸ ਫੋਲੋ ਕਰਨਾ ਪਏਗਾ, ਉਹਨਾਂ ਨੂੰ ਕਿਵੇਂ ਵਰਕਰਸ ਨੂੰ ਫਰਦਰ ਜਿਹੜਾ ਹੈਗਾ ਬਾਕੀ ਵਰਕਰਸ ਤੋਂ ਅਲੱਗ ਕਰਨਾ ਪਏਗਾ, ਟੈਸਟਿੰਗ ਕਿਵੇਂ ਕਰਾਉਣੀ ਹੈ ਵਰਕਰਸ ਦੀ, ਉਹ ਪੂਰੀ ਪ੍ਰੋਪਰ ਇਨਫੋਰਮੇਸ਼ਨ ਹੈ।
ਸੋ ਇਹਦੇ ਵਿੱਚ ਮੈਂ ਹਰਜੀਤ ਜੀ ਇਹ ਕਹਿਣਾ ਚਾਹੂੰਗਾ, ਇਹ ਪ੍ਰੋਬਲਮ ਉਦੋਂ ਆਉਂਦੀ ਹੈ ਕਿਉਂਕਿ ਸਰਕਾਰ ਹਾਲੇ ਇਨਫੋਰਮੇਸ਼ਨ ਦੇ ਰਹੀ ਹੈ। ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਫਾਰਮਰ ਯੂਜਲੀ ਮੈਂ ਦੇਖਿਆ ਜਦੋਂ ਇੱਕ ਪੀਕ ਦਾ ਸਮਾਂ ਹੁੰਦਾ, ਜਿਵੇਂ ਹੁਣ ਹਾਰਵੈਸਟਿੰਗ ਦਾ ਸਮਾਂ ਸ਼ੁਰੂ ਹੋ ਜਾਏਗਾ, ਤਾਂ ਕਾਫੀਆਂ ਚੀਜ਼ਾਂ ਉਹ ਅਣਗਹਿਲੀ ਕਰ ਸਕਦੇ ਨੇ ਜਾਂ ਇਗਨੋਰ ਕਰ ਸਕਦੇ ਨੇ। ਪਰ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਫਿਰ ਸਰਕਾਰ ਜਿਹੜਾ ਬਾਲ ਦੀ ਖੱਲ ਵੀ ਉਤਾਰੇਗੀ। ਸੋ ਉਸ ਸਮੇਂ ਜਿਹੜੀ ਸਾਰਾ ਦੋਸ਼ ਹੈ, ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਪਾਰਟੀ ਚਾਹੀਦੀ ਹੈ ਵੀ ਕਿਹਦੇ ਤੇ ਬਲੇਮ ਸਿੱਟਿਆ ਜਾਵੇ, ਤਾਂ ਉਹ ਇੱਕ ਇੰਪਲੋਇਰ ਇੱਕ ਪਾਰਟੀ ਹੋਏਗੀ ਜਿਹਦੇ ਤੇ ਬਲੇਮ ਸੁੱਟਿਆ ਜਾਏਗਾ। ਸੋ ਇਸ ਤੋਂ ਬਚਣ ਲਈ ਮੈਂ ਇਹ ਜ਼ਰੂਰ ਰਿਕੁਐਸਟ ਕਰੂੰਗਾ ਵੀ ਤੁਸੀਂ ਜਿਹੜਾ ਫੋਰਨ ਵਰਕਰ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਉਹਨਾਂ ਨੂੰ ਪਲੀਜ਼ ਇਹ ਜਿਹੜਾ ਸਰਕਾਰ ਤੁਹਾਨੂੰ ਫਾਰਮ ਦੇਗੀ ਜਾਂ ਸਾਡੇ ਆਫਿਸ ਤੋਂ ਵੀ ਕਲੈਕਟ ਕੀਤਾ ਜਾ ਸਕਦਾ ਹੈ, ਉਹ ਜ਼ਰੂਰ ਵਰਕਰ ਨੂੰ ਦਿਓ ਪਲੀਜ਼। ਜੇ ਉਹ ਲੈਂਗੁਏਜ ਉਹਨੂੰ ਇੰਗਲਿਸ਼ ਨਹੀਂ ਸਮਝ ਆ ਰਹੀ ਤਾਂ ਟਰਾਂਸਲੇਸ਼ਨ ਕਰਕੇ ਦਿਓ। ਤੇ ਇਸ ਦੇ ਨਾਲ ਇੱਕ ਕਾਪੀ ਜਿਹੜੀ ਹੈ ਤੁਸੀਂ ਵਰਕਰ ਤੋਂ ਸਾਈਨ ਕਰਾ ਕੇ ਜ਼ਰੂਰ ਰੱਖਣੀ ਹੈ ਆਪਣੇ ਕੋਲ, ਕਿਉਂਕਿ ਫਿਊਚਰ ਦੇ ਵਿੱਚ ਇਹਦੇ ਕੋਈ ਐਕਸੀਡੈਂਟ ਇਹੋ ਜਿਹਾ ਹੋ ਗਿਆ ਜਿੱਥੇ ਵਰਕਰਸ ਨੂੰ ਜਿਵੇਂ ਸਰਕਾਰ ਨੇ ਤਾਂ ਇਹ ਵੀ ਕਿਹਾ ਵੀ ਜੇ ਕਿਸੇ ਦੀ COVID-19 ਕਰਕੇ ਜਾਨ ਵੀ ਚਲੀ ਜਾਂਦੀ ਹੈ ਤਾਂ ਪੈਨਲਟੀਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਨਹੀਂ, ਇਵਨ ਸਜ਼ਾ ਤੱਕ ਹੋ ਸਕਦੀ ਹੈ ਤੁਹਾਨੂੰ। ਸੋ ਇਹ ਇੱਕ ਸੀਰੀਅਸ ਇਸ਼ੂ ਹੈਗਾ। ਵਰਕਰਸ ਨੂੰ ਤੁਸੀਂ ਸਪਾਂਸਰ ਕਰੋ, ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਉਹਨਾਂ ਦਾ ਇੱਕ ਖਾਸ ਧਿਆਨ ਰੱਖੋ ਵੀ ਇੱਕ ਤਾਂ ਉਹਨਾਂ ਨੂੰ ਨੌਲੇਜ ਪੂਰੀ ਦਿਓ, ਔਰ ਸੈਕਿੰਡ ਜਿਹੜੀ ਆਪਣੀ ਪ੍ਰੋਟੈਕਸ਼ਨ ਲਈ ਪਲੀਜ਼ ਜਿਹੜੀ ਤੁਸੀਂ ਨੌਲੇਜ ਉਹਨਾਂ ਨੂੰ ਦਿੱਤੀ ਹੈ ਜਾਂ ਜਿਹੜੀ ਉਹ ਪਾਲਿਸੀ ਤੁਸੀਂ ਫੋਲੋ ਕਰ ਰਹੇ ਨੇ ਤਾਂ ਇੱਕ ਸਾਈਨ ਕਰਾ ਕੇ ਆਪਣੇ ਕੋਲ ਜ਼ਰੂਰ ਰੱਖ ਲਓ, ਤੇ ਕੱਲ ਨੂੰ ਸਮੇਂ ਆਉਣ ਤੇ ਜੇ ਕੋਈ ਐਕਸੀਡੈਂਟ ਇਹੋ ਜਿਹਾ ਹੁੰਦਾ ਤਾਂ ਤੁਸੀਂ ਪ੍ਰੋਡਿਊਸ ਕਰ ਸਕੋ। ਅਦਰਵਾਈਜ਼ ਉਹ ਇੱਕ ਹੇਅਰਸੇ ਐਵੀਡੈਂਸ ਹੋਏਗਾ, ਤੁਸੀਂ ਇਹ ਕਹੋਗੇ ਹਾਂਜੀ ਮੈਂ ਦੱਸਿਆ ਹੋਇਆ, ਤੇ ਵਰਕਰਸ ਨੂੰ ਜਦੋਂ ਇੰਟਰਵਿਊ ਕੀਤਾ ਜਾਊਗਾ ਉਹ ਤੁਹਾਡੇ ਤੇ ਦੋਸ਼ ਲਾਉਣਗੇ ਵੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਸੀਗਾ, ਸਾਡੇ ਤੋਂ ਤਾਂ ਕੰਮ ਵੀ ਲਿਆ ਗਿਆ। ਸੋ ਜਿਹੜੀ ਕਿ ਤੁਹਾਨੂੰ ਬਹੁਤ ਸੀਰੀਅਸ ਪ੍ਰੋਬਲਮ 'ਚ ਲਿਆ ਸਕਦਾ ਫਿਊਚਰ 'ਚ। ਅੱਛਾ ਜੀ, ਐਪਲੀਕੇਸ਼ਨਸ ਹੋ ਰਹੀਆਂ ਹਲੇ ਮਾਪਿਆਂ ਦੀਆਂ, ਜੇ ਕਿਸੇ ਨੇ ਸੁਪਰ ਵੀਜ਼ੇ ਲਈ, ਫੈਮਿਲੀ ਰੀਯੂਨੀਫਿਕੇਸ਼ਨ ਲਈ, ਉਹ ਐਪਲੀਕੇਸ਼ਨਸ ਹੋ ਰਹੀਆਂ ਜੀ ਹੁਣ ਕਿ ਬੰਦ ਨੇ? ਜੀ ਬਾਈ ਜੀ, ਜਿਹੜੀਆਂ ਐਪਲੀਕੇਸ਼ਨ ਜਿਵੇਂ ਕਿਸੇ ਕਿਸਮ ਦੀ ਤੁਸੀਂ ਐਪਲੀਕੇਸ਼ਨ ਲਾਉਣੀ ਹੈ ਜਿਹੜੀ ਐਗਜ਼ਿਸਟ ਕਰਦੀ ਹੈ ਜਾਂ ਓਪਨ ਹੈ, ਉਹ ਬਿਲਕੁਲ ਹੋ ਰਹੀਆਂ ਨੇ। ਸਰਕਾਰ ਨੇ ਲੈਣੀਆਂ ਬੰਦ ਨਹੀਂ ਕੀਤੀਆਂ। ਕਈ ਜਗ੍ਹਾ ਤੇ ਫਿਜ਼ੀਕਲ ਜਿਵੇਂ ਐਪਲੀਕੇਸ਼ਨ ਦੋ ਤਰੀਕੇ ਨਾਲ ਫਾਈਲ ਹੋ ਸਕਦੀ ਹੈ ਬਾਈ ਜੀ, ਇੱਕ ਆਨਲਾਈਨ, ਇੱਕ ਹੁੰਦੀ ਹੈ ਤੁਸੀਂ ਇਨ ਪਰਸਨ ਜਿਹੜੀ ਹੈ ਫਿਜ਼ੀਕਲ ਐਪਲੀਕੇਸ਼ਨ ਜਮ੍ਹਾਂ ਕਰਾਉਂਦੇ ਹੋ, ਜਿਹੜੇ ਕਿ ਵੱਖਰੇ ਸਰਕਾਰ ਦੇ ਸੈਂਟਰਸ ਖੋਲੇ ਹੋਏ ਸੀ, ਇੱਕ ਪ੍ਰਾਈਵੇਟ ਬਾਡੀ ਨੂੰ ਜਿਹੜਾ ਦਿੱਤਾ ਹੋਇਆ ਸੀਗਾ ਦਾ ਠੇਕਾ। ਸੋ ਉਹ ਹੁਣ ਪ੍ਰੋਬਲਮ ਕੀ ਹੈਗੀ, ਕਈ ਦੇਸ਼ਾਂ ਦੇ ਵਿੱਚ ਕੰਪਲੀਟ ਲਾਕਡਾਊਨ ਹੈ, ਕਰਫਿਊ ਦੀ ਸਿਚੁਏਸ਼ਨ ਹੈ ਜਿੱਥੇ ਤੁਸੀਂ ਬਾਹਰ ਨਹੀਂ ਜਾ ਸਕਦੇ ਔਰ ਦਫ਼ਤਰ ਉਹ ਖੁੱਲੇ ਨਹੀਂ ਹੈ, ਉੱਥੇ ਐਪਲੀਕੇਸ਼ਨ ਜਮ੍ਹਾਂ ਨਹੀਂ ਕਰਾਈ ਜਾ ਸਕਦੀ। ਬਟ ਆਨਲਾਈਨ ਐਪਲੀਕੇਸ਼ਨ ਜਿਹੜੀ ਹੈ ਹਾਲੇ ਵੀ ਓਪਨ ਹੈ, ਆਨਲਾਈਨ ਐਪਲੀਕੇਸ਼ਨ ਸਬਮਿਟ ਕੀਤੀ ਜਾ ਸਕਦੀ ਹੈ, ਦੇयर ਇਜ਼ ਨੋ ਪ੍ਰੋਬਲਮ। ਓਨਲੀ ਇਸ਼ੂ ਆਉਂਦਾ ਹੈਗਾ ਜਦੋਂ ਕਿਸੇ ਇੰਡੀਵਿਜੂਅਲ ਨੇ ਕੈਨੇਡਾ ਦਾਖਲ ਕਰਨ ਤਾਂ ਉਹਨੂੰ ਬਾਇਓਮੈਟ੍ਰਿਕਸ ਜਿਹੜੇ ਨੇ ਉਹ ਜ਼ਰੂਰੀ ਕਰਤੇ ਹੈ, ਬਿਕੋਜ਼ ਬਾਇਓਮੈਟ੍ਰਿਕਸ ਨਾਲ ਜਿਹੜੀ ਆਇਡੈਂਟੀਟੀ ਡੁਪਲੀਕੇਸ਼ਨ ਹੈ, ਜਿਵੇਂ ਕਿ ਹੁੰਦਾ ਸੀਗਾ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਇੱਕ ਪਾਸਪੋਰਟ ਤੇ ਆਪਣੀ ਐਪਲੀਕੇਸ਼ਨ ਦਾਇਰ ਕਰਦੇ ਸੀ ਤੇ ਐਪਲੀਕੇਸ਼ਨ ਜੇ ਕੋਈ ਪ੍ਰੋਬਲਮ ਆ ਜਾਂਦੀ ਸੀ ਤੁਹਾਨੂੰ ਰਿਫਿਊਜ਼ ਕਰਦੇ ਸੀ, ਤਾਂ ਇੱਕ ਤੁਸੀਂ ਸੈਕੰਡ ਆਇਡੈਂਟੀਟੀ ਬਣਾ ਕੇ ਸੇਮ ਇੰਡੀਵਿਜੂਅਲ ਨਵਾਂ ਪਾਸਪੋਰਟ ਬਣਾ ਕੇ ਫਿਰ ਐਪਲੀਕੇਸ਼ਨ ਕਰ ਦਿੰਦਾ ਸੀ ਇੱਕ ਵੱਖਰੇ ਨਾਮ ਤੋਂ। ਸੋ ਆਇਡੈਂਟੀਟੀ ਡੁਪਲੀਕੇਸ਼ਨ ਨੂੰ ਅਵੋਇਡ ਕਰਨ ਲਈ ਸਰਕਾਰ ਬਾਇਓਮੈਟ੍ਰਿਕਸ ਲੈ ਕੇ ਆਈ ਹੈ, ਤੇ ਇਹ ਜਿਹੜੇ ਬਾਇਓਮੈਟ੍ਰਿਕਸ ਨੇ ਇਹ ਹਰ ਇੰਡੀਵਿਜੂਅਲ ਨੂੰ ਦੇਣਾ ਪੈਂਦਾ ਜਦੋਂ ਵੀ ਕੈਨੇਡਾ ਦੇ ਵਿੱਚ ਦਾਖਲ ਹੁੰਦਾ। ਇਹਦੇ ਵਿੱਚ ਜ਼ਰੂਰ ਪ੍ਰੋਬਲਮ ਹੈ ਕਿਉਂਕਿ ਬਾਇਓਮੈਟ੍ਰਿਕਸ ਵੀ ਜਿਹੜੇ ਆ ਉਹ ਲਏ ਨਹੀਂ ਜਾ ਰਹੇ, ਤੇ ਜਿਹਦੇ ਕਰਕੇ ਐਪਲੀਕੇਸ਼ਨਾਂ ਨੂੰ ਹੋਲਡ ਕੀਤਾ ਹੋਇਆ। ਬਟ ਜਿਹੜੇ ਕੈਂਡੀਡੇਟਸ ਵਿਦਿਨ ਕੈਨੇਡਾ ਬੈਠੇ ਨੇ, ਕਿਉਂਕਿ ਟਾਈਮ ਨੇ, ਸਮੇਂ ਨੇ ਤਾਂ ਰੁਕਣਾ ਨਹੀਂ ਹੈਗਾ, ਉਹਨਾਂ ਦੇ ਜਿਹੜੇ ਸਟੇਟਸ ਨੇ ਉਹ ਐਕਸਪਾਇਰ ਵੀ ਹੋਣਗੇ। ਹਾਲੇ ਲਾਕਡਾਊਨ ਦਾ ਕੋਈ ਭਰੋਸਾ ਨਹੀਂ ਉਹ ਕਿੰਨੀ ਦੇਰ ਜਿਹੜੇ ਆਫਿਸਿਸ ਨੇ ਬੰਦ ਰਹਿਣ। ਸੋ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਹੈ ਉਹ ਐਪਲੀਕੈਂਟ ਦੀ ਲਾਈ ਹੋਈ ਹੈ, ਜੇ ਤੁਹਾਡਾ ਸਟੇਟਸ ਐਕਸਪਾਇਰ ਹੋਇਆ ਤਾਂ ਤੁਰੰਤ ਤੁਹਾਨੂੰ ਐਪਲੀਕੇਸ਼ਨ ਜਿਹੜੀ ਆਨਲਾਈਨ ਸਬਮਿਟ ਕਰਨੀ ਚਾਹੀਦੀ ਹੈ ਔਰ ਆਪਣਾ ਸਟੇਟਸ ਜਿਹੜਾ ਹੈਗਾ ਬਹਾਲ ਕਰਨ ਲਈ, ਐਕਸਟੈਂਡ ਕਰਨ ਲਈ ਆਪਣੀ ਐਪਲੀਕੇਸ਼ਨ ਫਾਈਲ ਕੀਤੀ ਹੋਣੀ ਚਾਹੀਦੀ ਹੈ। ਜੇ ਤੁਸੀਂ ਉਹ ਫਾਈਲ ਨਹੀਂ ਕੀਤੀ ਤਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਇਨਲੀਗਲ ਜਿਹੜਾ ਬਣ ਜਾਓਗੇ, ਜਿਹਦੇ ਕਿ ਕੌਨਸੀਕੁਐਂਸਿਸ ਜਿਹੜੇ ਨੇ, ਜਾਂ ਤੁਹਾਨੂੰ ਕੋਈ ਇਮਿਊਨਿਟੀ ਨਹੀਂ ਮਿਲੇਗੀ ਬਾਅਦ ਦੇ ਵਿੱਚ ਇਹ ਕਹਿ ਕੇ ਵੀ ਕੋਰੋਨਾ ਵਾਇਰਸ ਕਰਕੇ ਜਾਂ ਕੋਵਿਡ ਕਰਕੇ ਤੁਸੀਂ ਜਿਹੜੀ ਐਪਲੀਕੇਸ਼ਨ ਨਹੀਂ ਦਾਇਰ ਕਰ ਸਕੇ, ਕੋਈ ਕਿਸੇ ਕਿਸਮ ਦੀ ਇਮਿਊਨਿਟੀ ਨਹੀਂ ਹੋਏਗੀ। ਰੂਲ ਦੇ ਹਿਸਾਬ ਨਾਲ ਤੁਸੀਂ ਆਊਟ ਆਫ ਸਟੇਟਸ ਗਿਣੇ ਜਾਓਗੇ ਔਰ ਤੁਹਾਨੂੰ ਜਿਹੜਾ ਰਿਮੂਵਲ ਆਰਡਰ ਜਿਹੜਾ ਇਸ਼ੂ ਹੋਏਗਾ, ਔਰ ਬਾਅਦ ਵਿੱਚ ਤੁਹਾਨੂੰ ਫਰਦਰ ਕੰਪਲਿਕੇਸ਼ਨ ਵੱਧ ਸਕਦੀਆਂ ਨੇ ਵੀ ਤੁਹਾਨੂੰ ਦੁਬਾਰਾ ਕੈਨੇਡਾ ਨਾ ਆਉਣ ਦਿੱਤਾ ਜਾਵੇ। ਹੁਣ ਭਾਈਚਾਰਾ ਪੰਜਾਬ ਦੇ ਵਿੱਚ ਬਹੁਤ ਬੈਠਾ ਜੀ, ਕਿਸੇ ਦਾ ਪਰਮਿਟ ਮੁੱਕ ਜਾਣੇ ਨੇ, ਕਿਸੇ ਦਾ 6 ਮਹੀਨੇ ਦਾ ਸਮਾਂ ਲੰਘ ਜਾਣਾ ਹੈ, ਕੋਈ ਕਿਉਂਕਿ ਪਹਿਲਾਂ 6 ਮਹੀਨੇ ਦੀ ਡਿਊਰੇਸ਼ਨ ਦੇ ਵਿੱਚੋਂ ਅਪਲਾਈ ਕਰਨਾ ਹੁੰਦਾ ਹੈ ਜਾਂ ਅਗਲਾ 4 ਮਹੀਨੇ ਲਾ ਦਿੰਦਾ ਵੀ ਚੱਲਦਿਆਂ ਠੰਡ ਹਟ ਜਾਵੇ, ਉੱਧਰੋਂ ਬੰਦ ਹੋ ਗਿਆ, ਕਿਸੇ ਨੂੰ ਪਤਾ ਨਹੀਂ ਸੀ। ਜਿਹੜੀ ਐਕਸਟੈਂਸ਼ਨ ਆ ਕਿਸੇ ਦੇ ਵੀਜ਼ੇ ਦੀ ਜਾਂ ਕੋਈ ਵੀ ਇਮੀਗ੍ਰੇਸ਼ਨ ਦਾ ਕੋਈ ਕਾਗਜ਼ ਪੱਤਰ ਜਿਹੜਾ ਉੱਥੇ ਬੈਠੇ ਐਕਸਪਾਇਰ ਹੋ ਰਿਹਾ ਜੀ, ਉਹ ਕੀ ਕਰ ਸਕਦਾ?
जी बिल्कुल भाई जी, वो एक्सटेंशन जी फाइल की जा सकती है। कुछ कागजां की कमी होनी है, सरकार ने ਉਹਦੇ ਵਿੱਚ 90 दिन का समा रखिया भी 90 ਦਿਨਾਂ 'ਚ ਤੁਸੀਂ ਜਿਹੜੇ ਕਾਗਜ਼ ਲੋੜੀਂਦੇ ਕਾਗਜ਼ ਨੂੰ ਜਮ੍ਹਾਂ ਕਰਾ ਸਕਦੇ ਹੋ। ਪੁਰਾਣੇ ਸਮੇਂ ਦੇ ਵਿੱਚ ਜਿਵੇਂ ਤੁਹਾਡੀ ਐਪਲੀਕੇਸ਼ਨ ਐਕਸੈਪਟ ਨਹੀਂ ਕਰੀ ਜਾਂਦੀ ਸੀ, ਹੁਣ ਉਹ ਕੰਡੀਸ਼ਨ ਨਹੀਂ ਰਹੀ ਹੈ, ਤਾਂ ਤੁਸੀਂ ਆਪਣੀ ਐਪਲੀਕੇਸ਼ਨ ਦਾਇਰ ਕਰ ਸਕਦੇ ਹੋ। ਜਿਹੜੇ ਕਾਗਜ਼ ਤੁਹਾਡੇ ਘੱਟ ਨੇ ਉਹ ਤੋਂ ਬਿਨਾਂ ਤੁਸੀਂ ਐਪਲੀਕੇਸ਼ਨ ਲਾ ਸਕਦੇ ਹੋ, ਤਾਂ ਸਰਕਾਰ ਤੁਹਾਨੂੰ 90 ਦਿਨ ਦਾ ਸਮਾਂ ਦੇਗੀ ਉਹ ਐਪਲੀਕੇਸ਼ਨ ਨੂੰ ਜਿਹੜੇ ਕਾਗਜ਼ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ। ਔਰ ਜਿਵੇਂ ਕਈ ਮੇਨ ਇੱਕ ਸਟੂਡੈਂਟਸ ਦਾ ਵੀ ਬਹੁਤ ਬੜਾ ਕੰਸਰਨ ਹੁੰਦਾ, ਕਿਉਂਕਿ ਸਟੂਡੈਂਟ ਵੀਜ਼ਾ ਲੋਕਾਂ ਨੂੰ ਮਿਲਿਆ ਹੋਇਆ, ਖਾਸ ਕਰਕੇ ਜਿਹੜੇ 18 ਮਾਰਚ ਤੋਂ ਪਹਿਲਾਂ ਫਲਾਈ ਨਹੀਂ ਕਰ ਸਕੇ ਜਾਂ ਉਹ ਵੀਜ਼ਾ ਜਿਨ੍ਹਾਂ ਨੂੰ ਪਹਿਲਾਂ ਨਹੀਂ ਮਿਲਿਆ, ਉਹਨਾਂ ਨੂੰ ਸਰਕਾਰ ਨੇ ਆਨਲਾਈਨ ਕਲਾਸਿਸ ਦਾ ਪ੍ਰੋਵੀਜ਼ਨ ਰੱਖਿਆ। ਉਹ ਕੈਨੇਡਾ ਤੋਂ ਬਾਹਰ ਰਹਿ ਕੇ ਆਪਣੇ ਜੇ ਹਿੰਦੁਸਤਾਨ ਤੋਂ ਅਪਲਾਈ ਕੀਤਾ ਹੋਇਆ ਤਾਂ ਆਨਲਾਈਨ ਉਹ ਆਪਣੇ ਘਰ ਬਹਿ ਕੇ ਜਿਹੜੀ ਹੈ ਪੜ੍ਹਾਈ ਪੜ੍ਹ ਸਕਦੇ ਨੇ ਨਾ। ਉਹ ਇੱਕ ਬੜਾ ਇੰਟਰਸਟਿੰਗ ਸਿਨੈਰੀਓ ਹੈਗਾ ਬਈ ਜੀ, ਜਿਵੇਂ ਸਰਕਾਰ ਜਿਹੜਾ ਆਪਣਾ ਰੈਵਨਿਊ ਨਹੀਂ ਖਤਮ ਕਰ ਰਹੀ, ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨਾਲ ਜਿਹੜੇ DLI ਕਾਲਜਿਸ ਨੇ, ਅਪਰੂਵਡ ਕਾਲਜਿਸ ਨੇ ਕੈਨੇਡਾ ਦੇ, ਉਹ ਕਿਉਂਕਿ ਆਪਣਾ ਰੈਵਨਿਊ ਨੂੰ ਜਿਹੜਾ ਖਰਾਬ ਨਹੀਂ ਕਰਨਾ ਚਾਹੁੰਦੇ, ਕਿਉਂਕਿ ਸਟੂਡੈਂਟ ਬਿਲੀਅਨਸ ਆਫ ਡਾਲਰ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਲਿਆ ਕੇ ਦਿੰਦਾ ਹੈਗਾ। ਬਟ ਇੱਕ ਪ੍ਰੋਬਲਮ ਇਹ ਆਏਗੀ ਕਿਉਂਕਿ ਸਟੂਡੈਂਟਸ ਨੂੰ ਜਦੋਂ ਐਡਮਿਸ਼ਨ ਲਈ ਸੀ, ਕਾਫੀ ਲੋਕਾਂ ਦੀ ਇੰਟੈਂਟ ਸੀ ਵੀ ਕੈਨੇਡਾ ਅਸੀਂ ਜਾਵਾਂਗੇ, ਕੈਨੇਡਾ ਜਾ ਕੇ ਪੜ੍ਹਾਂਗੇ, ਇਸ ਕੰਟਰੀ ਦੇ ਵਿੱਚ ਪੜ੍ਹਾਂਗੇ। ਹੁਣ ਉਹਨਾਂ ਲਈ ਬੜੀ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਹੋ ਗਈ ਹੈ, ਕਿਉਂਕਿ ਉਹਨਾਂ ਨੂੰ ਆਨਲਾਈਨ ਜਿਹੜਾ ਹੈਗਾ ਇੰਡੀਆ ਦੇ ਵਿੱਚ ਹੀ ਪੜ੍ਹਨਾ ਪਏਗਾ। ਔਰ ਸਰਕਾਰ ਨੇ ਇਹ ਵੀ ਪ੍ਰੋਵੀਜ਼ਨ ਰੱਖਿਆ ਵੀ ਹਾਲੇ ਤਾਂ ਉਹ ਸਿਰਫ ਇੱਕ ਸਮੈਸਟਰ ਲਈ ਰੱਖਿਆ ਪ੍ਰੋਵੀਜ਼ਨ ਵੀ ਆਨਲਾਈਨ ਤੁਸੀਂ ਪੜ੍ਹੋ ਤੇ ਉਹ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਕੈਨੇਡਾ ਐਂਟਰ ਕਰ ਜਿਓ। ਇਹ ਹੋ ਸਕਦਾ ਹੈ ਜਿਹੜਾ ਕੋਵਿਡ ਕਰਕੇ ਸਰਕਾਰ ਇਹਨੂੰ ਐਕਸਟੈਂਡ ਕਰ ਦੇ, ਤਾਂ ਜੇ ਕਿਸੇ ਨੇ 1 ਸਾਲ ਦਾ ਪ੍ਰੋਗਰਾਮ ਲਿਆ ਹੋਇਆ, ਹੋ ਸਕਦਾ ਉਹ ਕੈਨੇਡਾ ਕਦੇ ਆਵੇ ਹੀ ਨਾ, ਤਾਂ ਜਿਹੜੀ ਉਹਨਾਂ ਦੀ ਡਿਗਰੀ ਆ ਡਿਪਲੋਮਾ ਹੈਗਾ ਆਨਲਾਈਨ ਪੜ੍ਹਾਈ ਪੜ੍ਹਨ ਤੋਂ ਬਾਅਦ ਸਰਕਾਰ ਉਹਨਾਂ ਨੂੰ ਆਨਲਾਈਨ ਜਿਹੜੀ ਆ ਉਹ ਡਿਗਰੀ ਡਿਪਲੋਮਾ ਇਸ਼ੂ ਕਰ ਦੇ ਔਰ ਕੈਨੇਡਾ ਉਹ ਇੱਕ ਦਿਨ ਬਣਾਵੇ। ਇਹ ਵੀ ਇੱਕ ਪੋਸੀਬਲ ਸਿਨੈਰੀਓ ਹੋ ਸਕਦਾ। ਬਟ ਉਹਨਾਂ ਇੰਡੀਵਿਜੂਅਲਸ ਲਈ ਬਹੁਤ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਹੋ ਜਾਏਗੀ, ਕਿਉਂਕਿ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਫਿਰ ਜਿਹੜਾ ਅਪਲਾਈ ਕਰਨਾ ਪਏਗਾ ਵਰਕ ਪਰਮਿਟ ਲਈ। ਹੋ ਸਕਦਾ ਜਦੋਂ ਪੋਸਟ ਵਰਕ ਪਰਮਿਟ ਐਪਲੀਕੇਸ਼ਨ ਅਪਲਾਈ ਕਰਨ ਤਾਂ ਵੀਜ਼ਾ ਆਫਿਸਰ ਉਹਨਾਂ ਤੇ ਨਵੀਆਂ ਕੰਡੀਸ਼ਨਸ ਲਾ ਕੇ ਉਹਨਾਂ ਨੂੰ ਪਰਮਿਟ ਹੀ ਨਾ ਦੇਵੇ। ਸੋ ਇਹ ਵੈਰੀ ਮਚ ਪੋਸੀਬਲ ਹੋ ਸਕਦਾ ਵੀ ਸਟੂਡੈਂਟਸ ਜਿਹੜਾ ਆਪਣੀ ਐਜੂਕੇਸ਼ਨ ਇੰਟਰਨੈਸ਼ਨਲ ਫੀਸ ਦੇ ਕੇ ਪੜ੍ਹਨ, ਹਿੰਦੁਸਤਾਨ ਦੇ ਵਿੱਚ ਆਨਲਾਈਨ ਪੜ੍ਹਨ, ਉਹ ਤੋਂ ਬਾਅਦ ਡਿਗਰੀ ਡਿਪਲੋਮਾਸ ਵੀ ਉਹਨਾਂ ਨੂੰ ਇਸ਼ੂ ਹੋ ਜਾਣ ਕੈਨੇਡਾ ਤੋਂ, ਔਰ ਇੱਕ ਦਿਨ ਵੀ ਉਹ ਕੈਨੇਡਾ ਦੇ ਵਿੱਚ ਆ ਨਾ ਸਕਣ। ਇਹ ਸਿਨੈਰੀਓ ਵੀ ਡਿਵੈਲਪ ਹੋ ਸਕਦਾ ਹੈ। ਧੰਨਵਾਦ ਜੀ, ਬਹੁਤ ਬਹੁਤ। ਅਖੀਰ ਦੇ ਵਿੱਚ ਆਪਣੇ ਫੋਨ ਨੰਬਰ ਦੇ ਦਿਓ ਜੀ। ਜੀ ਭਾਈ ਜੀ, ਸਰੀ ਆਫਿਸ ਸਾਨੂੰ ਕੰਟੈਕਟ ਕੀਤਾ ਜਾ ਸਕਦਾ ਹੈ 6045985555 ਔਰ ਖਾਸ ਕਰਕੇ ਜਿਹੜੇ ਇੰਡੀਵਿਜੂਅਲਸ ਦੇ ਅਸੀਂ ਕੇਸ ਟੇਕ ਕੇਅਰ ਕਰ ਰਹੇ ਹਾਂ ਉਹਨਾਂ ਲਈ ਅਸੀਂ ਬਾਈ ਜੀ ਇਹ ਸਪੈਸ਼ਲ ਲਾਈਨਸ ਖੋਲੀਆਂ ਨੇ ਜਿਹੜੇ ਸਾਡੇ ਕਲਾਇੰਟਸ ਨੇ, ਕਿਉਂਕਿ ਉਹਨੂੰ ਸਰਵਿਸ ਦੇਣਾ ਸਾਡੀ ਜ਼ਿੰਮੇਵਾਰੀ ਹੈ। ਉਹ ਜੇ ਕੋਈ ਕੇਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਲੈਣੀ ਹੈ, ਪਲੀਜ਼ ਕਾਲ ਕਰਕੇ ਆਪਣੇ ਕੇਸ ਦੀ ਜਾਣਕਾਰੀ ਦੇਣ। ਔਰ ਅਸੀਂ ਲਿਮਿਟਿਡ ਸਟਾਫ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਹੈ ਟਾਈਮਲੀ ਮੈਨਰ 'ਚ ਦੇ ਲਈਏ। ਪਰ ਮੈਂ ਮਾਫੀ ਜ਼ਰੂਰ ਚਾਹੂੰਗਾ ਕਿਉਂਕਿ ਸਟਾਫ ਸਾਡਾ ਲਿਮਿਟਿਡ ਹੈ ਬਾਈ ਜੀ ਜਿਹੜਾ ਕੰਮ ਕਰ ਰਿਹਾ। ਹੋ ਸਕਦਾ ਤੁਹਾਨੂੰ ਕਾਲ ਕਰਨ 'ਚ ਜੇ ਥੋੜ੍ਹੀ ਬਹੁਤੀ ਦੇਰੀ ਹੋਵੇ ਤਾਂ ਪਲੀਜ਼ ਸਾਡੇ ਨਾਲ ਐਡਜਸਟ ਕਰ ਲਿਓ। ਐਬਸਫੋਰਡ ਆਫਿਸ ਦੇ ਵਿੱਚ ਵੀ ਅਸੀਂ ਲਾਈਨ ਖੋਲੀ ਹੋਈ ਹੈ ਬਾਈ ਜੀ, ਜਿਹੜੇ ਕੇਸਿਸ ਐਗਜ਼ਿਸਟ ਕਰਦੇ ਨੇ ਜਿਹਨਾਂ ਨੂੰ ਅਸੀਂ ਸਰਵਿਸ ਦੇ ਰਹੇ ਹਾਂ, ਪਲੀਜ਼ ਕਾਲ ਕਰ ਲੈਣ 6048524444 ਜਾਂ ਫਿਰ ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ www.cwccanada.com। ਉੱਥੇ ਕੋਈ ਵੀ ਨੇੜਲਾ ਆਫਿਸ ਹੈ, ਅਸੀਂ ਐਮਰਜੈਂਸੀ ਲਾਈਨਸ ਹਰੇਕ ਦੇ ਨਾਲ ਲਾਈਆਂ ਹੋਈਆਂ ਨੇ, ਤੇ ਉਹਦੇ ਤੇ ਕਾਲ ਕਰਕੇ ਕੋਈ ਨਾ ਕੋਈ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੀ ਲੈ ਕੇ ਉਹ ਤੋਂ ਬਾਅਦ ਤੁਹਾਨੂੰ ਜਿਹੜੀ ਵੀ ਤੁਹਾਡੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਰਾਈਟ ਵੇ ਤੁਹਾਨੂੰ ਅਵੇਲੇਬਲ ਕਰੂਗਾ। ਔਰ ਜਿਹੜੇ ਸਾਡੇ ਕਲਾਇੰਟਸ ਨੇ ਜਿਹਨਾਂ ਦਾ ਸਟੇਟਸ ਐਕਸਪਾਇਰ ਹੋ ਰਿਹਾ, ਪਲੀਜ਼ ਤੁਰੰਤ ਸਾਡੇ ਆਫਿਸ ਨੂੰ ਕੰਟੈਕਟ ਕਰਨ ਔਰ ਤੁਹਾਨੂੰ ਸਰਵਿਸ ਦੇਣ ਲਈ ਅਸੀਂ ਤਿਆਰ ਬੈਠੇ ਹਾਂ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ। ਪੰਜਾਬ ਦੇ ਵਿੱਚ ਕਰਫਿਊ ਜਿਹੜਾ ਵਧਿਆ, ਪੰਜਾਬ ਦੇ ਵਿੱਚ ਜਿਹੜੇ ਪਰਿਵਾਰ ਇੱਥੇ ਜਿਨ੍ਹਾਂ ਦੇ ਪਰਿਵਾਰ ਦੇ ਜੀ ਉੱਥੇ ਨੇ, ਉਹਦੇ ਬਾਰੇ ਆਪਾਂ ਗੱਲ ਵਾਹਵਾ ਦਿਨ ਹੋ ਗਏ ਕੀਤੀ ਨਹੀਂ। ਕੁਛ ਕੁ ਕਾਲਾਂ ਮੈਂ ਤੁਹਾਡੀਆਂ ਲੈਣੀਆਂ ਚਾਹੁੰਦਾ ਕਿ ਕੀ ਖਬਰਸਾਰ ਹੈ ਉੱਥੇ ਦੀ, ਕਿ ਜਿਹੜੀਆਂ ਸਾਡੀਆਂ ਖਬਰਸਾਰਾਂ ਜੇ ਉਹ ਕਹਿਣੀ ਹੈ, ਜੇ ਸਾਡੀਆਂ ਜਿਹੜੀਆਂ ਖਬਰਸਾਰਾਂ ਹੈ ਜੇ ਉਹਨਾਂ ਦੀ ਗੱਲ ਕੀਤੀ ਤਾਂ ਫਿਰ ਬੜਾ ਰੇੜਕਾ ਪੈਂਦਾ, ਫਿਰ ਬਹੁਤ ਅਖਿਆਈ ਹੁੰਦੀ ਹੈ ਕਿ ਇਹ ਤਾਂ ਜੀ ਜਾਣ ਕੇ ਕਹਿੰਦੇ ਆ। ਤੁਸੀਂ ਮੇਰੇ ਖਿਆਲ ਕੁਛ ਦੱਸ ਸਕਦੇ ਹੋ। ਹੁਣ ਔਖਾ ਇੱਕ ਕੰਮ ਦਾ ਹੋ ਰਿਹਾ ਕਿ 14 ਦਿਨ ਤਾਂ ਵੱਧ ਗਏ। ਮੈਂ ਤੁਹਾਨੂੰ ਯਾਦ ਹੈ ਵੀ ਮਾਰਚ ਦੇ ਵਿੱਚ ਜਦ ਗੱਲ ਆਪਾਂ ਤੋਰੀ ਸੀ, ਦੱਸਿਆ ਸੀ ਵੀ ਇਹ ਜੂਨ ਦੇ ਪਹਿਲੇ ਹਫ਼ਤੇ ਤੱਕ ਜਾਣਾ।
ਇਹ ਜੂਨ ਤੱਕ ਇਸ ਤਰ੍ਹਾਂ ਰਹਿਣਾ। ਹੁਣ 14 ਦਿਨ ਕਰਤੇ, 14 ਦਿਨ ਹੋਰ ਕਰਨਾ। ਉਹਨਾਂ ਨੇ ਨਹੀਂ ਖੋਲ੍ਹਣਾ। ਉਹਨਾਂ ਕੋਲ ਇੱਕੋ ਹੀ ਇਲਾਜ ਹੈ ਇਸ ਚੀਜ਼ ਦਾ, ਇੱਕੋ ਹੀ ਇਲਾਜ ਹੈ ਕਿ ਇਸ ਨੂੰ ਬੰਦ ਰੱਖਿਆ ਜਾਵੇ ਜੇ ਇਸ ਨੂੰ ਕੰਟਰੋਲ ਕਰਨਾ, ਜਿਹਦੇ ਲਈ ਉਹ ਠੀਕ ਨੇ ਆਪਣੀ ਜਗ੍ਹਾ। ਹੁਣ ਕੀ ਉਹਨਾਂ ਕੋਲ ਹੋਰ ਕੁਛ ਨਹੀਂ ਹੈ ਕਰਨ। ਹੁਣ ਜਿਹੜੇ ਸਭ ਤੋਂ ਵੱਡੀ ਮੁਸ਼ਕਿਲ ਹੋਈ ਹੈ, ਜਿਹੜੇ ਇੱਧਰ ਉੱਧਰ ਕਿਤੇ ਸਟਕ ਨੇ, ਤੇ ਪਿਛਲੇ ਦਿਨੀ ਜਿਹੜੀ ਰਿਪੋਰਟ ਦਰਬਾਰ ਸਾਹਿਬ ਤੋਂ ਆਈ ਹੈ, ਜਿਹੜੇ ਮੱਥਾ ਟੇਕਣ ਆਏ ਸੀ, ਐਡਾ ਮੰਦਾ ਹਾਲ ਹੋ ਗਿਆ। ਸਰਾਵਾਂ ਜਿਹੜੀਆਂ ਬੰਦ ਕਰ ਦਿੱਤੀਆਂ ਕਮੇਟੀ ਨੇ, ਉਹਨਾਂ ਨੂੰ ਬਹਿਣ ਨੂੰ ਜਗ੍ਹਾ ਨਹੀਂ, ਕਿਤੇ ਲੰਗਰ ਪ੍ਰਸ਼ਾਦਾ ਛਕਾਉਂਦੇ ਆ ਤੇ ਕਹਿੰਦੇ ਨੇ ਵੀ ਚਲੋ ਇੱਥੇ ਸੌਂ ਨਹੀਂ ਤੁਸੀਂ ਸਕਦੇ। ਹੁਣ ਘਾਟਿਆਂ ਦੀਆਂ ਗੱਲਾਂ ਹੁੰਦੀਆਂ ਨੇ, ਬਾਹਰਲੇ ਗੁਰਦੁਆਰਿਆਂ ਤੇ ਬਾਹਰਲੀ ਸੰਗਤ ਨੂੰ ਭਾਲਦੇ ਨੇ ਵੀ ਸਾਨੂੰ ਘਾਟੇ ਪੈ ਗਏ। 50-50 ਹਜ਼ਾਰ ਜਿਹੜਾ ਲੈਂਦੇ ਹੋ ਮਹੀਨੇ ਦਾ, 1.5 ਲੱਖ ਲੈਂਦੇ ਹੋ ਮਹੀਨੇ ਦਾ, ਉਹ ਨਾ ਲਓ 2 ਮਹੀਨੇ, ਕੋਈ ਪ੍ਰੋਬਲਮ ਨਹੀਂ। ਗੱਡੀਆਂ ਮਿਲੀਆਂ ਹੋਈਆਂ ਨੇ ਤੁਰਨ ਫਿਰਨ ਨੂੰ, ਪ੍ਰਸ਼ਾਦਾ ਪਾਣੀ ਛਕੋ ਗੁਰੂ ਦੇ ਲੰਗਰਾਂ 'ਚ, ਤਨਖਾਹ ਨਾ ਲਓ 2 ਮਹੀਨੇ ਜਿਹੜੇ ਉੱਪਰਲੇ ਨੇ। ਤੇ ਬਾਹਰ ਵੱਲ ਨੂੰ ਹੁਣ ਝਾਕਣਾ ਹੈ। ਇਹ ਇੰਨਾ ਛੇਤੀ ਗੁਰੂ ਦੇ ਗੋਲਕ ਜਿਹੜੀ ਹੈ ਉਹ ਖਤਮ ਨਹੀਂ ਹੁੰਦੀ। ਇੰਨਾ ਨਾ ਡਰੋ ਵੀ ਇੰਨਾ ਛੇਤੀ ਇਹ ਗੱਲ ਹੋ ਜਾਏਗੀ। ਪਰ ਹੁਣ ਜੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੇ ਕੋਈ ਮਾਪੇ ਜਿਨ੍ਹਾਂ ਦੇ ਬੈਠੇ ਨੇ ਬਜ਼ੁਰਗ, ਸਭ ਤੋਂ ਵੱਡੀ ਗੱਲ ਦਵਾਈ ਬੂਟੀ ਦੀ ਹੋ ਰਹੀ ਹੈ। ਜਿਹੜੀਆਂ ਫਲਾਈਟਾਂ ਆ ਰਹੀਆਂ ਉਹਦੇ ਬਾਰੇ ਦੱਸੋ ਕਿ ਫਲਾਈਟਸ ਕੋਈ ਫਾਇਦਾ ਕਰ ਰਹੀਆਂ ਜਾਂ ਕੋਈ ਬੰਦੇ ਆ ਰਹੇ ਨੇ, ਤੁਹਾਡੇ ਆ ਰਹੇ ਨੇ ਤਾਂ ਜਿਹੜੀਆਂ ਡਾਇਰੈਕਟ ਕੋਈ ਆਉਣੀਆਂ ਨੇ ਉਹ ਕਿਹੋ ਜਿਹੀਆਂ ਆ ਰਹੀਆਂ। ਉਹਨਾਂ ਫਲਾਈਟਾਂ ਦੇ ਵਿੱਚ ਕੌਣ ਆਇਆ? ਕੁਝ ਸਮਾਂ ਜੇ ਆਪਾਂ ਗੱਲਬਾਤ ਕਰਨੀ ਹੋਵੇ, ਕੋਈ ਤਜਰਬਾ ਦੱਸ ਸਕਦਾ ਆਪਣਾ? ਕਿਸੇ ਦੇ ਪਰਿਵਾਰ ਦੇ ਜੇ ਮੈਂਬਰ ਆਏ ਹੋਣ ਕਿ ਅਸੀਂ ਸਾਡੇ ਪਰਿਵਾਰ ਦੇ ਮੈਂਬਰ ਆਏ ਨੇ ਜੀ, ਠੀਕ ਠਾਕ ਪਹੁੰਚ ਗਏ, ਤੇ ਉਸ ਦੇ ਬਾਰੇ ਮੈਂ ਕੁਝ ਸਮਾਂ ਗੱਲਬਾਤ ਕਰਨੀ ਚਾਹੁੰਦਾ। ਕਿਉਂਕਿ ਬੁਕਿੰਗ ਜਿਹੜੀ ਹੈ ਹੁਣ ਪਤਾ ਨਹੀਂ ਉਹਦਾ ਸਿਸਟਮ ਕੀ ਹੈ, ਕੌਣ ਬੁੱਕ ਕਰਾਏਗਾ ਉੱਥੇ, ਕਿਹਦੇ ਨਾਲ, ਕੌਣ। ਕਿਸੇ ਨੇ ਈਮੇਲ ਦਿਖਾਈ ਸੀ, ਕੋਈ ਬੰਬੇ ਦੀ ਇੱਕ ਏਜੰਟ ਹੈ ਥਾਮਸ ਕੁੱਕ, ਬੰਬੇ ਤੋਂ ਉਹਨਾਂ ਨੂੰ ਈਮੇਲ ਆਈ ਹੋਈ ਸੀ। 1,71,000 ਇਕੋਨਮੀ ਦੇ ਉਹਦਾ ਖਰਚ ਸੀ। ਜੇ ਉਸ ਨੂੰ ਹੁਣ ਤੁਸੀਂ ਬਦਲਦੇ ਹੋ ਤਾਂ ਮੈਨੂੰ ਨਹੀਂ ਜੀ ਫੋਨ ਕਰਨਾ, ਔਨ 에ਅਰ ਫੋਨ ਕਰਨਾ 1844 247 1550 184424715550। ਸੋ ਇਸ ਦੇ ਬਾਰੇ ਕੁਝ ਸਮਾਂ ਮੈਂ ਗੱਲਬਾਤ ਕਰਨੀ ਚਾਹੁੰਦਾ, ਜੇ ਕੁਝ ਕੁਇਕ ਕਿਸ ਨੇ ਦੱਸਣਾ ਹੋਵੇ, ਕਿਉਂਕਿ ਬਹੁਤ ਲੰਮਾ ਸਮਾਂ 20 ਦਿਨ ਆਪਾਂ ਇਹ ਤੇ ਕੰਮ ਕੀਤਾ। ਬਾਕੀ ਹੁਣ ਲੋਕਾਂ ਦੀ ਮਰਜ਼ੀ ਹੈ, ਉਹਨਾਂ ਨੇ ਇਸ ਨੂੰ ਆਪਣੀ ਮੁਸ਼ਕਲ ਨੂੰ ਕਿਵੇਂ ਐਕਸਪ੍ਰੈਸ ਕਰਨਾ ਹੈ, ਉਹ ਕੀ ਚਾਹੁੰਦੇ ਨੇ, ਉਹ ਕੀ ਕਰਨਗੇ। ਗਰਮੀ ਤਾਂ ਹੋ ਗਈ ਸ਼ੁਰੂ, ਉੱਥੇ 37-38 ਡਿਗਰੀ ਟੈਂਪਰੇਚਰ ਹੋ ਜਾਂਦਾ, ਰਾਤ ਨੂੰ 22-23 ਡਿਗਰੀ ਹੁੰਦਾ। PR ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦੇ, ਉਹਨਾਂ ਦਾ ਕੁਛ ਨਹੀਂ ਹਲੇ ਹੋ ਰਿਹਾ। ਤੇ ਵਿੱਚੋਂ ਵਿੱਚ ਖਬਰ ਮਿਲਦੀ ਹੈ, ਕਿਸੇ ਨੇ ਮੈਸੇਜ ਭੇਜਿਆ ਵੀ ਸਾਡੇ ਕੋਈ ਰਹਿੰਦਾ ਸੀ ਸਟੂਡੈਂਟ, ਉਹ PR ਹੈ, ਉਹ ਆ ਵੀ ਗਿਆ ਇੱਕ ਫਲਾਈਟ ਦੇ ਵਿੱਚ। ਸਮਝ ਨਹੀਂ ਆਉਂਦੀ ਫਿਰ ਉਹ ਕਿਵੇਂ ਆ ਗਿਆ। ਜੇ ਸਿਟੀਜ਼ਨ ਹੈ ਉਹਦੇ ਤਾਂ PR ਕਿਵੇਂ ਆ ਗਿਆ। ਕਿਸੇ ਨੇ ਮੈਸੇਜ ਇਹ ਵੀ ਕੀਤਾ ਵੀ ਵਰਕ ਪਰਮਿਟ ਤੇ ਸੀ ਬੰਦਾ, ਉਹ ਵੀ ਆ ਗਿਆ। ਪਰ ਇਹ ਹੈ ਨਹੀਂ, ਵਰਕ ਪਰਮਿਟ ਵਾਲਾ ਬਾਰਡਰ ਤੋਂ ਐਂਟਰ ਨਹੀਂ ਹੋ ਸਕਦਾ, CBSA ਨੇ ਆਉਣ ਨਹੀਂ ਦੇਣਾ। 184424715550 ਜੇ ਕੁਝ ਤੁਸੀਂ ਦੱਸਣਾ ਚਾਹੋ ਕਿ ਕੀ ਹਾਲਾਤ ਨੇ, ਪਰਿਵਾਰ ਦਾ ਕੋਈ ਜੀ ਉੱਥੇ ਬੈਠਾ ਤੇ ਕੀ ਕਹਿ ਰਹੇ ਨੇ ਉਹ। ਸਰ ਨਿਰਮਲ ਸਿੰਘ, ਲਾਈਨ ਨੰਬਰ 2 ਤੁਸੀਂ। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅਸੀਂ ਕੱਲ ਪਰਸੋਂ ਹੀ ਫੋਨ ਕੀਤਾ ਗਿੱਲ ਸਾਹਿਬ ਜਲੰਧਰ ਜੀ। ਉਹ ਕਹਿੰਦੇ ਜੀ ਦਵਾਈਆਂ ਮੁੱਕ ਗਈਆਂ, ਬੜੇ ਔਖੇ ਆ, ਇੱਥੋਂ ਵੀ ਦਵਾਈ ਕੋਈ ਨਹੀਂ ਜਾ ਰਹੀ, ਬੜੀ ਤਕਲੀਫ ਹੈ ਇਸ ਟਾਈਮ। ਪਤਾ ਨਹੀਂ ਆਪਾਂ ਵੀ ਉਪਰਾਲਾ ਕੀਤਾ ਸੀ, ਕੋਈ ਗੱਲ ਨਹੀਂ ਬਣੀ ਹੈ ਨਾ। ਤੇ ਤੁਹਾਡੇ ਉਪਰਾਲੇ ਦਾ ਤਾਂ ਬਹੁਤ ਧੰਨਵਾਦ ਕਰਦੇ ਹਾਂ, ਜਿਸ ਤਰ੍ਹਾਂ ਵੀ ਆਪਾਂ ਕੀਤਾ। ਚਲੋ ਖੈਰ ਕੋਈ ਗੱਲ ਨਹੀਂ। ਇਹਦੇ ਬਾਰੇ ਕੁਛ 2 ਲਾਈਨਾਂ ਬੋਲ ਸਕਦਾ? 1.5 ਮਿੰਟ? ਬੋਲੋ ਜੀ, ਬੋਲੋ ਬੋਲੋ ਬੋਲੋ। ਸੁਣਾਵਾਂ ਅੱਜ ਦੀ ਦਰਦ ਕਹਾਣੀ, ਇਹ ਹੈ ਘਰ ਘਰ ਦੀ ਕਹਾਣੀ। ਆਓ ਆਪਾਂ ਰਾਜਸਲਾਜੀ ਕਰੀਏ, ਗੌਰਮੈਂਟ ਨੂੰ ਬੇਨਤੀ ਕਰੀਏ, ਦਿੰਦੇ ਹਾਂ ਚੁੱਲ੍ਹਾ ਟੈਕਸ, ਸਾਡਾ ਦੁੱਖ ਨਿਵਾਰ ਦਿਓ। ਫਸ ਗਏ ਨੇ ਜੋ ਸਾਡੇ ਬਾਪੂ ਮਾਵਾਂ ਬੱਚੇ, ਉਹ ਸਾਡੇ ਪਰਿਵਾਰ ਦਿਓ। ਸੁਣ ਲਓ ਇਹ ਬੇਨਤੀ ਸਾਡੀ।
ਦਵਾਈ ਨਾ ਦਾਰੂ ਮਿਲਦਾ, ਅੰਦਰੋਂ ਸਭ ਦਾ ਹਿਲਦਾ। ਜੰਮਿਆ ਜਿਨ੍ਹਾਂ ਨੇ ਸਾਨੂੰ, ਕਿਉਂ ਅਸੀਂ ਉਹਨਾਂ ਨੂੰ ਵਿਸਾਰ ਦੇ ਦਿਓ ਰਿਹਾਈ ਉਹਨਾਂ ਨੂੰ, ਕਿਉਂ ਘਰਾਂ 'ਚ ਸਾੜਦੇ। ਬੇਨਤੀ ਹੈ ਸਾਡੀ। ਕਈ ਪਰਿਵਾਰਾਂ ਉਪਰਾਲਾ ਕੀਤਾ, ਇਹ ਤੁਹਾਡੇ ਬਾਰੇ ਗੱਲ ਹੈ ਜੀ। ਕਈ ਪਰਿਵਾਰਾਂ ਉਪਰਾਲਾ ਕੀਤਾ, ਮਾਪਿਆਂ ਖਾਤਰ ਸੁਨੇਹਾ ਕੀਤਾ, ਹਾਲੇ ਵੀ ਕੁਝ ਨਹੀਂ ਵਿਗੜਿਆ। ਜੋ ਸਾਨੂੰ ਲਲਕਾਰਦੇ ਪਰ ਕੇ ਜਹਾਜ਼ ਨੇ ਆਉਂਦੇ, ਦਿੰਦਾ ਹੈ ਵਾਮ ਗਵਾਹੀ। ਕਲਸੀ ਇਹ ਕਰੇ ਬੇਨਤੀ, ਦੇ ਦਿਓ ਮੈਸੇਜ ਰਲ ਕੇ, ਦੇ ਦਿਓ ਸੁਨੇਹਾ ਰਲ ਕੇ। ਜੁਟ ਹੋ ਇੱਕ ਸਾਰੇ, ਮਿਲਾ ਦਿਓ ਨੂੰਹਾਂ ਧੀਆਂ ਨੂੰ। ਜੋੜਾ ਮੈਂ ਹੱਥ ਤੁਹਾਡੇ ਅੱਗੇ, ਜੋੜਾ ਮੈਂ ਹੱਥ ਤੁਹਾਡੇ ਅੱਗੇ। ਧੰਨਵਾਦ ਗਿੱਲ ਸਾਹਿਬ। ਧੰਨਵਾਦ ਜੀ। ਕਾਲੀ ਇੰਦਰਪ੍ਰੀਤ ਸਿੰਘ ਟਵਾਣਾ ਜੀ, ਲਾਈਨ ਨੰਬਰ ਕਲੀਅਰ ਤੇ ਹੋ। ਇੰਦਰਪ੍ਰੀਤ ਸਿੰਘ ਜੀ। ਸ਼ਾਹ ਕਸ਼ਮੀਰ ਸਿੰਘ, ਲਾਈਨ ਨੰਬਰ 4। ਸਰਦਾਰ ਹਰਜੀਤ ਸਿੰਘ ਜੀ, ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਤੁਹਾਡਾ ਪ੍ਰੋਗਰਾਮ ਮੈਂ ਸੁਣ ਰਿਹਾ ਸੀ। ਤੁਸੀਂ ਥਾਮਸ ਕੁਕਸ ਦਾ ਇੱਕ ਮੈਂਸ਼ਨ ਕੀਤਾ। ਇੱਕ ਐਸੀ ਕੰਪਨੀ ਆ ਜਿਹੜੀ ਕਿ ਅੱਜ ਤੱਕ ਜਦੋਂ ਵੀ ਟੂਰਿਜ਼ਮ ਦਾ ਮੌਸਮ ਹੁੰਦਾ ਉਹ ਲੋਕਾਂ ਨੂੰ ਬਾਹਰ ਲਿਜਾਂਦੀ ਆ। ਫਿਰ ਜੇ ਕਿਤੇ ਮਾੜੀ ਮੋਟੀ ਦਿੱਕਤ ਆ ਜਾਵੇ ਤਾਂ ਇਹਨੀ ਬੈਂਕਰਪਸੀ ਫੜ ਦੇ ਕੇ ਦੇ ਦਿੰਦੇ ਆ। ਉਹ ਜਿਹੜੇ ਗਏ ਹੋਏ ਲੋਕ ਹੁੰਦੇ ਉੱਥੇ ਦੇ ਉੱਥੇ ਫਸ ਜਾਂਦੇ ਆ। ਇਹਨਾਂ ਦਾ ਰੈਕੋਰਡ ਆ। ਤੇ ਇਹ ਏਅਰਲਾਈਨ ਜਿਹੜੀ ਹੈਗੀ ਆ, ਇਹਨਾਂ ਨੇ ਮਤਲਬ ਇਹ ਬਹੁਤ ਵਾਰੀ ਕੀਤਾ ਇਹਦਾ, ਵਿਸ਼ਵਾਸਘਾਤੀ ਨਹੀਂ ਗਏ ਇਹ। ਤੇ ਬਾਕੀ ਹੈਗਾ ਜੀ ਕਿ ਜਿਹੜਾ ਇਸ ਵੇਲੇ ਇਹ ਚੱਲ ਰਿਹਾ ਹੈਗਾ ਆ ਪ੍ਰੋਗਰਾਮ, ਜਿਹਦੇ ਅਧੀਨ ਆਪਣੇ ਦੇਸ਼ ਦੇ ਲੋਕਾਂ ਨੂੰ ਵਾਪਸ ਲਿਆਉਣਾ ਸੀ। ਜਿਵੇਂ ਤੁਸੀਂ ਦੱਸਦੇ ਆ ਰਹੇ ਆ ਵੀ ਇਹ ਅੱਗੇ ਤੋਂ ਅੱਗੇ ਵਧਾਈ ਜਾਂਦੇ ਆ। ਉਹਨਾਂ ਦਾ ਤਾਂ ਇੱਕ ਮਤਲਬ ਵੀ ਉਹਨਾਂ ਨੇ ਲੋਕ ਜਿਹੜੇ ਉੱਥੇ ਮਤਲਬ ਇਹ ਕਹਿੰਦੇ ਆ ਜੀ ਉਹ ਚਿੱਠੀ ਲੈ ਕੇ ਜਾਂਦੇ ਆ। ਉਹ ਮਤਲਬ ਚਿੱਠੀਆਂ ਸਾਨੂੰ ਵੀ ਪਤਾ ਉਸ ਦੇਸ਼ ਦੇ ਵਿੱਚ ਕਿੱਦਾਂ ਮਿਲ ਜਾਂਦਾ, ਕੀ ਹੁੰਦਾ। ਉਹ ਜਿਹਦੀ ਚੱਲਦੀ ਆ ਉਹਨੂੰ ਸਭ ਕੁਝ ਮਿਲ ਜਾਂਦਾ। ਜਿਹੜਾ ਵਿਚਾਰਾ ਉੱਦਾਂ ਆ ਉਹ ਭਾਵੇਂ ਕਿੱਡਾ ਵੀ ਮਤਲਬ ਵੀ ਜਿਹੜਾ ਬਾਹਰੋਂ ਗਿਆ ਆ ਉਹਨੂੰ ਉੱਥੇ ਉਹਦੀ ਪੁੱਛ ਦੱਸ ਕੋਈ ਨਹੀਂ, ਕਿਉਂਕਿ ਉਹਦੇ ਕੋਲ ਕੋਈ ਐਸਾ ਸਾਧਨ ਨਹੀਂ ਕਿ ਜਿਹਦੇ ਨਾਲ ਉਹ ਲੋਕਾਂ ਨੂੰ ਜਾ ਕੇ ਦਮ ਮਿਲ ਕੇ ਤੇ ਚਿੱਠੀਆਂ ਲੈ ਕੇ ਆ ਜਾਵੇ। ਸਾਨੂੰ ਇੱਦਾਂ ਲੱਗਦਾ ਆ ਵੀ ਆਹ ਜਿਹੜੀ ਮਹਾਂਮਾਰੀ ਹੁਣ ਚੱਲੀ ਆ, ਦੇਖੋ ਹੁਣ ਸਾਡੇ ਕੋਲ ਕਿੰਨੇ ਲੋਕ ਆ ਜਿਹੜੇ ਕਿ ਆਪੋ ਆਪਣੇ ਘਰਾਂ 'ਚ ਬੈਠੇ ਆ, ਉਹ ਬਾਹਰ ਜਾ ਹੀ ਨਹੀਂ ਰਹੇ। ਤੇ ਉਹ ਵੀ ਲੋਕ ਹੈਗੇ ਆ ਜਿਨ੍ਹਾਂ ਨੂੰ ਮਤਲਬ ਬਾਹਰ ਗਿਆ ਨੂੰ ਟਾਂਗਾਂ ਨਾਲ ਅੰਦਰ ਵਾੜਦੇ ਆ। ਇਹ ਕਿੰਨਾ ਘਿਨਾਉਣਾ ਜਿਹਾ ਕੰਮ ਹੈਗਾ। ਬਾਕੀ ਸਾਡੇ ਜਿਹੜੇ ਪੰਜਾਬੀ ਬਾਹਰਲੇ ਸੂਬਿਆਂ 'ਚ ਬੈਠੇ ਹੈਗੇ ਆ, ਜੋ ਅੱਜ ਉਹਨਾਂ ਨਾਲ ਹੋ ਰਿਹਾ ਉਹ ਵੀ ਸਾਨੂੰ ਚਿੰਤਾ ਦਾ ਵਿਸ਼ਾ ਹੈਗਾ ਆ। ਕਿਉਂਕਿ ਹੁਣ ਮੌਸਮ ਇੱਦਾਂ ਦਾ ਚੱਲਦਾ, ਸਾਰੇ ਲੋਕ ਇਹ 'ਤੇ ਕਿੰਤੂ ਪ੍ਰੰਤੂ ਕਰ ਰਹੇ ਆ ਕਰੋਨਾ ਦੇ ਉੱਤੇ। ਬਾਕੀ ਦੀਆਂ ਜਿਹੜੀਆਂ ਮੁਸ਼ਕਲਾਤ ਹੈਗੀਆਂ ਜਾਂ ਜੋ ਕੁਛ ਹੈਗਾ ਉਹ ਸਾਰਾ ਹੀ ਹੁਣ ਰੁਕ ਕੇ ਰਹਿ ਗਿਆ। ਉਹਨਾਂ 'ਤੇ ਵੀ ਸਾਨੂੰ ਥੋੜ੍ਹਾ ਬਹੁਤਾ ਵਿਸ਼ਾ ਲਿਆਉਣਾ ਚਾਹੀਦਾ, ਚਿੰਤਾ ਪ੍ਰਗਟ ਕਰਨੀ ਚਾਹੀਦੀ ਆ। ਖਾਸ ਕਰਕੇ ਉਹ ਹੋਰਨਾਂ ਨਾਲ ਨਹੀਂ ਹੋ ਰਿਹਾ। ਸਾਡਾ ਇੱਕ ਜਾਂ ਤਾਂ ਕਹਿ ਲਓ ਸਾਡੀ ਇਹ ਖੁਸ਼ਕਿਸਮਤੀ ਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਆ ਵੀ ਜਿਹਦੇ ਵਿੱਚ ਸਾਨੂੰ ਦੂਰੋਂ ਪਛਾਣਿਆ ਜਾਂਦਾ ਪਿਆ ਉਹ ਜਾਂਦਾ ਸਿੰਘ। ਇਸ ਕਰਕੇ ਜਾਂ ਫਿਰ ਸਾਡੇ ਉੱਤੇ ਮਤਲਬ ਵੀ ਇਹ ਜਿਹੜੇ ਸਾਊਥ ਹੈਗਾ ਆ ਹਮੇਸ਼ਾ ਤੋਂ ਹੀ ਪੰਜਾਬ ਦੇ ਨਾਲ ਵਿਤਕਰਾ ਕਰਦਾ ਆਇਆ ਤੇ ਕਰਦਾ ਰਹੂਗਾ। ਉਹਦੇ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਹਰਜੀਤ ਸਿੰਘ ਜੀ। ਬਾਕੀ ਤੁਹਾਡਾ ਵਕਤ ਦੇਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਪ੍ਰੀਤ ਸਿੰਘ ਟਵਾਣਾ ਜੀ, ਲਾਈਨ ਨੰਬਰ 2। ਬਾਈ ਜੀ ਸਤਿ ਸ਼੍ਰੀ ਅਕਾਲ। ਤੁਸੀਂ ਗੱਲ ਕਰਦੇ ਸੀ ਨਾ ਵੀ ਉੱਥੇ ਲੋਕਾਂ ਦਾ ਪਹਿਲਾਂ ਤਾਂ ਚਲੋ ਲੱਗਦਾ ਸੀਗਾ ਵੀ ਸ਼ਾਇਦ ਹੋ ਜਾਊਗਾ, ਕਵਰ ਅਪ ਹੋ ਜਾਊਗਾ, ਪਰ ਹੁਣ ਮਈ 14 ਤੱਕ ਜਿਹੜੇ ਵਿਚਾਰੇ ਉੱਥੋਂ ਤੁਰਨਗੇ ਵੀ, ਚਲੋ ਜਿਹੜੇ ਲੋਕਡਾਊਨ ਤੋਂ ਬਾਅਦ ਵੀ ਤੁਰਦੇ ਨੇ ਤਾਂ ਉਹਨਾਂ ਦੀ ਜੂਨ ਜੁਲਾਈ ਤੱਕ ਲੱਗਦਾ ਲੋਕ ਆਉਣਗੇ। ਤੇ ਪਰ ਇੱਕ ਗੱਲ ਹੈਗੀ ਆ ਗੱਲ ਸਾਹਿਬ, ਜਦੋਂ ਉੱਥੇ ਦੇ ਬੰਦਿਆਂ ਨੂੰ ਪੁੱਛਦੇ ਆ ਨਾ, ਚਲੋ ਆਪਾਂ ਤਾਂ ਉਹਨਾਂ ਦਾ ਕਰਦੇ ਹੀ ਆ। ਹੁਣ ਮੈਂ ਤਾਂ ਹੀ ਸੋਚਿਆ ਵੀ ਆਪਾਂ ਨੂੰ ਕੈਨੇਡੀਅਨਾਂ ਦੇ ਜ਼ਿਆਦਾ, ਮੈਂ ਕਹਿੰਦਾ ਵੀ ਜਿਹੜੇ ਉਰੇ ਦੇ ਸਿਟੀਜ਼ਨ ਨੇ ਜਾਂ ਬਸ਼ਿੰਦੇ ਨੇ ਜਿਨ੍ਹਾਂ ਨੇ ਉਰੇ ਆ ਕੇ ਬਸਣਾ ਇੱਥੇ, ਮੈਂ ਤਾਂ ਹੁਣ ਉਹਨਾਂ ਦੀ ਫਿਕਰ ਕਰਦਾ। ਜਿੰਨੇ ਕੁ ਇੰਡੀਆ ਪੁੱਛਦੇ ਆ ਨਾ ਫੋਨ ਕਰਕੇ, ਉਹ ਕਹਿੰਦੇ ਨਾ ਤੁਹਾਨੂੰ ਨਹੀਂ ਪਤਾ ਹੈਗਾ, ਇਹ ਤਾਂ ਇੱਥੇ ਤਾਂ ਤੁਸੀਂ ਡਾਂਗਾਂ ਨਾਲੇ ਲੋਟ ਆਉਂਦਾ। ਉੱਥੇ ਦੇ ਲੋਕਾਂ ਦਾ ਵੀ ਮਾਈਂਡ ਸੈੱਟ ਬਣਿਆ ਹੋਇਆ। ਜੇ ਉਹਨਾਂ ਨੂੰ ਕਹਿੰਦੇ ਆ ਵੀ ਪੁਲਿਸ ਤੁਹਾਨੂੰ ਆਏ ਜਾਂ ਪੁਲਿਸ 'ਚ ਬਦਲਾਓ ਚਾਹੀਦਾ, ਉਹ ਕਹਿੰਦੇ ਨਹੀਂ ਨਹੀਂ ਬਿਨਾਂ ਡਾਂਗ ਤੋਂ ਨਹੀਂ ਇੱਥੇ ਲੋਕ ਲੋਟ ਆਉਂਦੇ ਹੈਗੇ। ਮੈਂ 2-3 ਨਾਲ ਗੱਲ ਕੀਤੀ, ਉਹ ਮਾਈਂਡ ਸੈੱਟ ਬਣਾਈ ਬੈਠੇ ਨੇ। ਬਾਕੀ ਨਾ ਗੱਲ ਸਾਹਿਬ ਜਿਹੜੀ ਆ ਤੁਸੀਂ ਕਹਿੰਦੇ ਚਿੱਠੀਆਂ ਵਾਲੀ ਗੱਲ, ਇੱਥੇ ਮੈਂ ਆਪਣੇ ਹੈਗਾ ਇੱਕ ਦੋਸਤ ਮਿੱਤਰ ਇੱਥੇ, ਚਲੋ ਟੋਰਾਂਟੋ ਮੀਡੀਆ 'ਚ ਵੀ ਉਹਨੇ ਔਨ ਏਅਰ ਵੀ ਕਿਹਾ, ਕਹਿੰਦੇ ਵੀ ਆਪਣੇ ਧਾਲੀਵਾਲ ਸਾਹਿਬ ਗਏ ਸੀਗੇ ਤੇ ਉਹਨਾਂ ਨੇ ਕਿਸੇ ਦੀ ਰਿਕੁਐਸਟ ਕੀਤੀ ਤੇ ਉਹ ਰਿਕੁਐਸਟ ਥਰੂ ਹੋਈ ਕਿਸੇ ਬਜ਼ੁਰਗ ਦੀ, ਤੇ ਉਹਨਾਂ ਨੇ ਔਨ ਏਅਰ ਧੰਨਵਾਦ ਵੀ ਕੀਤਾ ਨਾ।
ਵੀ ਜੇ ਤਾਂ ਐਂ ਰਿਕੁਐਸਟ ਹੈ, ਹੁਣ ਦੇਖਿਓ ਉੱਥੇ ਕਿੰਨੇ ਹਜ਼ਾਰ ਬੰਦਾ ਹੋਣਾ ਜਿਹੜਾ ਦੁਖੀ ਦਰਦੀ ਆ, ਕਿਉਂਕਿ ਹਰੇਕ ਨੂੰ ਆਪਣਾ ਦੁੱਖ ਬੜਾ ਲੱਗਦਾ। ਸੋ ਐਂ ਜੇ ਮਤਲਬ ਇਹ ਕੋਈ ਪ੍ਰੋਸੀਜਰ ਹੈਗਾ ਵੀ ਜੇ ਇੱਦਾਂ ਕਿਸੇ ਦੇ ਥਰੂ ਹੋ ਸਕਦੀ ਹੈ ਕਿ ਪਬਲਿਸਿਟੀ ਹੋ ਰਹੀ ਆ ਵੀ, ਕਿਉਂਕਿ ਹੁਣ ਇੱਥੇ ਵਾਲੇ ਮੰਤਰੀ ਉੱਥੇ ਜਾ ਕੇ ਬਿਆਨ ਦੇ ਰਹੇ ਨੇ ਬਰੈਂਪਟਨ 'ਚ, ਤੇ ਉੱਥੇ ਲੋਕਾਂ ਦਾ ਕੰਮ ਕਰਾ ਰਹੇ ਨੇ। ਸੋ ਇਹਦੇ ਬਾਰੇ ਜ਼ਰੂਰ ਥੋੜ੍ਹੀ ਜਿਹੀ ਜੇ ਕਿਸੇ ਹੋਰ ਦਾ ਵੀ ਕੰਮ ਹੋਇਆ ਹੋਵੇ ਦੱਸ ਦੇਣਾ ਚਾਹੀਦਾ, ਤਾਂ ਕਿ ਹੋਰ ਬੰਦੇ ਵੀ ਫਿਰ ਆਪਣਾ ਪੱਟਾਂ ਦਾ ਜ਼ੋਰ ਦੇਖ ਲੈਣ ਨਾ, ਜਿਨ੍ਹਾਂ ਨੇ ਮਦਦ ਕੀਤੀ ਆ। ਧੰਨਵਾਦ ਬਾਈ ਜੀ। ਧੰਨਵਾਦ। ਇਸ ਦੇ ਨਾਲ ਹੀ ਦੁਨੀਆ ਦੀਆਂ ਕੁਝ ਜਿਹੜੀਆਂ ਖਬਰਾਂ ਖੁੱਲਣ ਦੇ ਯਤਨ ਦੀ ਗੱਲ ਚੱਲ ਰਹੀ ਹੈ ਕਿ ਸ਼ੁਰੂ ਕਰੀਏ ਤੇ ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਕਿ ਚੌਥਾ ਹਿੱਸਾ ਸਾਡੀ ਜਿਹੜੀ ਹੈ ਨੌਕਰੀ ਜਿਹੜੇ ਕਰਦੇ ਨੇ 100 ਦੇ ਵਿੱਚੋਂ 25 ਬੰਦੇ ਅਸੀਂ ਲੇ ਆਫ ਕਰ ਰਹੇ। ਜਹਾਜ਼ ਖੜਾਉਣ ਨੂੰ ਜਗ੍ਹਾ ਹੈ ਨਹੀਂ, ਤੇ US ਫੈਡਰਲ ਰਿਜ਼ਰਵ ਨੇ 0 ਦੇ ਕਰੀਬ ਜਿਹੜਾ ਆਪਣਾ ਰਿਜ਼ਰਵ ਰੇਟ ਹੈ ਜਿਹੜਾ ਉਹ 0 ਹੀ ਹੈ ਪੂਰਾ। ਤੇ ਇੰਡੀਅਨ ਐਕਟਰ ਇਰਫਾਨ ਖਾਨ ਜਿਹੜਾ ਬਹੁਤ ਵਧੀਆ ਇੱਕ ਐਕਟਰ ਸੀ, 53 ਸਾਲ ਦੀ ਉਮਰ 'ਚ ਕੈਂਸਰ ਦੇ ਨਾਲ ਮੌਤ ਹੋ ਗਈ, ਜਿਸ ਦੀਆਂ ਫਿਲਮਾਂ ਲਾਈਫ ਆਫ ਪਾਈ ਤੇ ਉਸ ਤੋਂ ਬਾਅਦ ਇੱਕ ਨਮਸਕੇ ਉਸਨੇ ਬਣਾਈ ਸੀ, ਤੇ ਬਹੁਤ ਵਧੀਆ ਉਸਨੇ ਇੱਕ ਉਹਨੇ ਚਿੱਠੀ ਬਹੁਤ ਵਧੀਆ ਲਿਖੀ ਸੀ ਜਦੋਂ ਦਾਖਲ ਸੀ ਆਪਣੇ ਲੰਡਨ ਦੇ ਵਿੱਚ। ਉਹ ਚਿੱਠੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਚਾਹੁੰਦਾ ਕਿ ਮੌਤ ਜਦ ਸਾਹਮਣੇ ਦਿਖਦੀ ਹੈ ਤਾਂ ਬੰਦਾ ਕਿਵੇਂ ਸੋਚਦਾ। ਸਲਮ ਡੌਗ ਮਿਲੇਨੀਅਮ ਉਹ ਵੀ ਉਸਦੀ ਜਿਹੜੀ ਹੈ ਇੱਕ ਸਲਮ ਡੌਗ ਮਿਲੀਅਨਰ ਉਹ ਵੀ ਬੜੇ ਇਨਾਮ ਉਸ ਨੂੰ ਮਿਲੇ ਨੇ, ਝੁੱਗੀਆਂ ਚੌਂਪੜੀਆਂ ਤੇ ਬੰਬੇ ਦੇ ਵਿੱਚ ਸੀ, ਬੜਾ ਵਧੀਆ ਐਕਟਰ ਸੀ। ਪਰ ਮੌਤ ਕਿੱਥੇ ਦੇਖਦੀ ਹੈ ਐਕਟਰ ਨੂੰ ਤੇ ਕਿਸੇ ਨੂੰ। ਉਸਨੇ ਬੜਾ ਇੱਕ ਵਧੀਆ ਇੱਕ ਚਿੱਠੀ ਜਿਹੜੀ ਲਿਖੀ ਸੀ ਆਪਣੇ 2018 'ਚ ਲੰਡਨ ਦੇ ਹਸਪਤਾਲ ਦੇ ਵਿੱਚ। ਉਹ ਕਹਿੰਦਾ ਬਈ ਜ਼ਿੰਦਗੀ ਦੀ ਅੱਜ ਜਿਹੀ ਅਤੇ ਫਰਤੀਲੇ ਵੇਗ ਵਾਲੀ ਟ੍ਰੇਨ ਤੇ ਚੜ੍ਹਿਆ ਹੋਇਆ ਹਾਲੇ ਤੱਕ ਮੈਂ ਆਪਣੀ ਹੀ ਕਿਸੇ ਅਣਜਾਣੀ ਧੁਨ ਵਿੱਚ ਬੜੀ ਤੇਜ਼ ਗਤੀ ਨਾਲ ਅੱਗੇ ਤੇ ਹੋਰ ਅੱਗੇ ਵੱਧ ਰਿਹਾ ਸੀ। ਕਿੰਨੇ ਸੁਪਨੇ ਸੱਧਰਾਂ ਤੇ ਨਿਸ਼ਾਨੇ ਸੀ ਜਿਨ੍ਹਾਂ ਦੀ ਸੁਪਨਾਈ ਸੰਸਾਰ ਵਿੱਚ ਕੁੱਦਣ ਲਈ ਮੈਂ ਪੂਰੀ ਵਾਹ ਲਾ ਰੱਖੀ ਸੀ। ਇਹ ਲੰਮੀ ਕਸ਼ਮਕਸ਼ ਦੀਆਂ ਬਣਦੀਆਂ ਵਿਗੜਦੀਆਂ ਬਣਤਰਾਂ ਦੇ ਵਿੱਚ ਇੱਕ ਦਿਨ ਅਚਾਨਕ ਟਿਕਟ ਚੈੱਕਰ ਨੇ ਮੇਰੇ ਮੋਢੇ ਤੇ ਹੱਥ ਵੱਲ ਮੈਨੂੰ ਥੋੜਾ ਜਿਹਾ ਰੁੰਨਿਆ ਹੋਇਆ, ਉਹ ਤੇਰਾ ਸਟੇਸ਼ਨ ਆ ਗਿਆ ਜਵਾਨਾ, ਤਿਆਰੀ ਖਿੱਚ ਲੈ। ਮੈਂ ਉਲਝਣ ਜੀ ਵਿੱਚ ਉਹਦੇ ਨਾਲ ਥੋੜਾ ਬਹਿਸਿਆ ਕਿ ਨਹੀਂ ਅਜੇ ਮੇਰਾ ਸਟੇਸ਼ਨ ਕਿੱਥੋਂ ਆ ਗਿਆ, ਮੈਂ ਤਾਂ ਹਾਲੇ ਦੂਰ ਜਾਣਾ। ਉਹ ਬੋਲਿਆ ਇਹ ਤੇਰੀ ਸਟੇਸ਼ਨ ਨੀਅਤ ਹੋਈ ਹੈ ਪੁੱਤਰਾ, ਕਦੇ ਕਦੇ ਇੰਜ ਵੀ ਹੁੰਦਾ, ਝੱਲਾ ਨਾ ਬਣ, ਉੱਤਰ ਜਾ। ਕਾਲੀ ਬੋਲੀ ਹਨੇਰੀ ਵਾਂਗੂ ਚੜ੍ਹ ਕੇ ਆਈ ਇਸ ਘੜੀ ਨੇ ਮੇਰੇ ਮਨ ਦੀਆਂ ਡੂੰਘੀਆਂ ਪਰਤਾਂ ਦੇ ਟੱਲ ਖੜਕਾ ਦਿੱਤੇ। ਉਦੋਂ ਮੈਨੂੰ ਅਹਿਸਾਸ ਹੋ ਗਿਆ ਅਸੀਂ ਤਾਂ ਮਹਿਜ ਕਿਸੇ ਰੁੱਖ ਦੇ ਪਤਲੇ ਜਿਹੇ ਸੱਕ ਜਾਂ ਫਿਰ ਕਿਸੇ ਖਾਲੀ ਬੋਤਲ ਦੇ ਉਸ ਢੱਕਣ ਤੋਂ ਵੱਧ ਕੁਝ ਨਹੀਂ, ਜਿਹੜਾ ਇੱਕ ਮਹਾ ਵਿਸ਼ਾਲ ਸਮੁੰਦਰ ਦੀਆਂ ਅਗਿਆਤ ਲਹਿਰਾਂ ਤੇ ਉੱਤੇ ਥੱਲੇ ਹੁੰਦਾ ਹੈ, ਡਿੱਕ ਡੋਲੇ ਖਾਂਦਾ ਵਹਿ ਰਿਹਾ। ਹਫਰਾ ਤਫਰੀ ਅਤੇ ਹੜਬੜਾਹਟ ਦੇ ਵਿੱਚ ਮੈਂ ਆਪਣੇ ਪੁੱਤ ਨੂੰ ਕਿਹਾ, ਯਾਰ ਮੈਂ ਸਹਿਮ ਅਤੇ ਡਰ ਦੇ ਭੈੜੇ ਜਿਹੇ ਮਾਹੌਲ ਵਿੱਚ ਨਹੀਂ ਜਿਉਣਾ ਚਾਹੁੰਦਾ ਜਿਹੜਾ ਮੇਰੇ ਤਨ ਅਤੇ ਮਨ ਦੋਵਾਂ ਨੂੰ ਅਸਲੋਂ ਸਿੱਥਲ ਅਤੇ ਅਪੰਗ ਬਣਾਉਣ ਤੇ ਤੁਲਿਆ। ਮੈਨੂੰ ਕਿਸੇ ਵੀ ਕੀਮਤ ਉੱਤੇ ਮੇਰੇ ਪੈਰ ਚਾਹੀਦੇ ਨੇ, ਉਹੀ ਪੈਰ ਜਿਹੜੇ ਸਾਰੀ ਉਮਰ ਮੈਨੂੰ ਨਵੀਆਂ ਤੇ ਨਰੋਈਆਂ ਦਿਸ਼ਾਵਾਂ ਵੱਲ ਲਿਜਾਂਦੇ ਰਹੇ ਮੇਰੇ ਪੈਰ। ਤੇ ਫਿਰ ਇੱਕ ਦਰਦ ਜਿਹਦੇ ਨਾਲ ਮੇਰਾ ਕੋਈ ਵਾਹ ਵਸਤ ਨਹੀਂ ਸੀ ਮੈਨੂੰ ਚਾਰੇ ਪਾਸੇ ਜਕੜ ਲੈਂਦਾ, ਮੈਨੂੰ ਆਪਣੇ ਲੰਮੇ ਚੌੜੇ ਜਾਲ ਵਿੱਚ ਕੱਸ ਕੇ ਮੇਰੀ ਦੇਹ ਅਤੇ ਮੇਰੇ ਰੂਹ ਨੂੰ ਆਪਣੇ ਭਿਆਨਕ ਢੰਗ ਨਾਲ ਵਲ ਲੈਂਦਾ। ਇਹ ਉਹੀ ਵਕਤ ਸੀ ਜਦੋਂ ਜ਼ਿੰਦਗੀ ਵਿੱਚ ਪਹਿਲੀ ਦਫਾ ਮੈਂ ਦਰਦ ਦੀ ਮੂਲ ਤਸਵੀਰ, ਉਸ ਦੀ ਵਿਆਪਕਤਾ ਅਤੇ ਉਸ ਦੇ ਬੇਜੋੜ ਤੀਬਰ ਤਾਕਤ ਨੂੰ ਨੇੜਿਓਂ ਵੇਖ ਰਿਹਾ। ਸਹੁ ਰੱਬ ਦੀ ਕੋਈ ਦਿਲਾਸਾ, ਕੋਈ ਹਮਦਰਦੀ ਕੰਮ ਨਹੀਂ ਸੀ ਕਰ ਰਹੀ। ਚੌਂ ਪਾਸੇ ਦਰਦ ਹੀ ਦਰਦ, ਨਰੋਲ ਦਰਦ, ਰੱਬ ਤੋਂ ਵੱਡਾ ਦਰਦ। ਕੁਝ ਸਮਝ ਆ ਰਿਹਾ ਸੀ, ਇੱਥੇ ਇੱਕੋ ਹੀ ਗੱਲ ਸਥਾਈ ਸੀ ਕਿ ਇੱਥੇ ਕੱਖ ਵੀ ਸਥਾਈ ਨਹੀਂ। ਵਾਹ, ਮੈਂ ਜਿਹੜੇ ਹਸਪਤਾਲ ਵਿੱਚ ਹਾਂ, ਇਹ ਸੜਕ ਦੇ ਇੱਕ ਪਾਸੇ ਹੈ ਤੇ ਸੜਕ ਦੇ ਦੂਜੇ ਪਾਸੇ ਲਾਰਡ ਸਟੇਡੀਅਮ ਆ ਜਿੱਥੇ ਵਿਵਨ ਰਿਚਰਡਸ ਦਾ ਮੁਸਕਰਾਉਂਦਾ ਹੋਇਆ ਪੋਸਟਰ ਲਿਖਿਆ ਹੋਇਆ। ਤੁਹਾਨੂੰ ਦੱਸਦੇ ਹਾਂ ਕਿ ਵਿਵਨ ਰਿਚਰਡ ਉਹ ਇਨਸਾਨ ਸੀ ਜਿਹੜਾ ਮੇਰੇ ਬਚਪਨ 'ਚ ਮੇਰੇ ਸੁਪਨਿਆਂ ਦਾ ਮੱਕਾ ਬਣ ਗਿਆ ਸੀ।
ਇਹ ਪਹਿਲੀ ਵਾਰੀ ਹੋ ਰਿਹਾ ਸੀ ਕਿ ਮੈਂ ਵਿਵਨ ਨੂੰ ਦੇਖਦਾ, ਮੇਰੇ ਮਨ 'ਚ ਕੁਝ ਵੀ ਨਹੀਂ ਸੀ ਆ ਰਿਹਾ, ਬਸ ਇੱਕ ਖਾਲੀ ਖਾਲੀ ਅਹਿਸਾਸ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬੇਗਾਨੀ ਦੁਨੀਆ ਦਾ ਹਿੱਸਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਸਭ ਗੱਲਾਂ ਦਾ ਮੇਰੇ ਨਾਲ ਕਿਤੇ ਵੀ ਕੋਈ ਰਿਸ਼ਤਾ ਨਾ ਰਿਹਾ ਹੋ। ਇਹ ਸਭ ਕਿਸੇ ਬੇਗਾਨੀ ਦੁਨੀਆ ਦਾ ਹਿੱਸਾ ਲੱਗ ਰਿਹਾ ਸੀ। ਹਸਪਤਾਲ ਦੀ ਬਾਲਕੋਨੀ 'ਚ ਖੜ ਕੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਹੁਣ ਤੱਕ ਦੇ ਸਾਰੇ ਦਾਅਵੇ ਝੂਠੇ ਪੈ ਗਏ ਤੇ ਇੱਕ ਇੱਕ ਕਰਕੇ ਮੇਰੀਆਂ ਹੀ ਅੱਖਾਂ ਮੂਹਰੇ ਕਿਰ ਰਹੇ। ਹੱਥ ਪੈਰ ਮਾਰ ਲਿਆ, ਕੁਝ ਵੀ ਐਸਾ ਨਹੀਂ ਸੀ ਲੱਭ ਰਿਹਾ ਜੇ ਮੈਂ ਆਪਣਾ ਜਿਹਦੇ ਤੇ ਹੱਕ ਜਤਾ ਸਕਾਂ। ਵਿਸ਼ਾਲ ਘੁੰਮਣ ਘੇਰੀ ਅੱਗੇ ਸ਼ਾਇਦ ਇਹ ਹਸਪਤਾਲ ਵੀ ਸਿੱਧਾ ਪੈ ਜਾਵੇ, ਸਾਹਮਣੇ ਕੁਝ ਨਹੀਂ ਸੀ ਦਿਸ ਰਿਹਾ। ਮੇਰੇ ਅੰਦਰੋਂ ਬਾਕੀ ਸਭ ਖਤਮ ਹੋ ਰਿਹਾ ਸੀ, ਪਰ ਹਾਂ ਹੁਣ ਖੁਦਾ ਦੀ ਅਨੰਤ ਸ਼ਕਤੀ ਅਤੇ ਪਾਵਨ ਬੁੱਧੀ ਦੇ ਕਰਾਮਾਤੀ ਲਿਸ਼ਕਾਰੇ ਮੇਰੀ ਖੱਲ ਵਿੱਚ ਬਰੋਲੇ ਵਾਂਗੂ ਉੱਡ ਰਹੇ ਸੀ। ਹਿੰਮਤ ਉਸਰ ਰਹੀ ਸੀ ਇਸ ਮੁਸ਼ਕਲ ਦੌਰ ਨੂੰ ਦਲੇਰੀ ਨਾਲ ਨਜਿੱਠਣ ਦੀ। ਇਸ ਨਵੇਂ ਜੁਟ ਰਹੇ ਸਾਰੇ ਅਹਿਸਾਸ ਨੂੰ ਮੈਂ ਵੱਡਾ ਸਹਾਰਾ ਦਿੱਤਾ। ਇੱਕ ਸਮਰਪਣ, ਇੱਕ ਵਿਸ਼ਵਾਸ, ਇੱਕ ਭਰੋਸੇ ਦਾ ਆਲਮ ਮੈਨੂੰ ਆਪਣੇ ਕਲਾਵੇ 'ਚ ਲੈਣ ਲੱਗਾ। ਨਤੀਜਾ ਕੁਝ ਵੀ ਹੋਵੇ, ਬਿਮਾਰੀ ਅੱਜ ਤੋਂ 4 ਮਹੀਨੇ 8 ਮਹੀਨੇ 2 ਸਾਲ ਮੈਨੂੰ ਕਿਤੇ ਵੀ ਲੈ ਜਾਵੇ, ਮੈਂ ਹਿੰਮਤ ਨਹੀਂ ਹਾਰਨੀ। ਹੌਲੀ ਹੌਲੀ ਮੇਰੀ ਚਿੰਤਾ ਧੁੰਦਲੀ ਪੈਣ ਲੱਗੀ ਤੇ ਫਿਰ ਮੇਰੇ ਮਨ 'ਚੋਂ ਕੋਈ ਨਾ ਕੋਈ ਰਾਹ ਜਿਹਾ ਬਣਾ ਕੇ ਨਿਕਲ ਹੀ ਗਈ। ਪਹਿਲੀ ਵਾਰ ਮੈਂ ਜਾਣਿਆ ਕਿ ਆਜ਼ਾਦੀ ਕਿਹੜੀ ਸ਼ੈ ਦਾ ਨਾਂ ਹੈ, ਜਿਵੇਂ ਮੈਨੂੰ ਕੋਈ ਨਵਾਂ ਉਹਦਾ ਮਿਲ ਗਿਆ ਹੋਵੇ। ਪਹਿਲੀ ਵਾਰ ਮੈਂ ਜ਼ਿੰਦਗੀ ਦੀਆਂ ਜਾਦੂਮਈ ਸੁਰਾਂ ਦਾ ਸਵਾਦ ਦੇਖ ਰਿਹਾ ਸੀ। ਪਰਮਾਤਮਾ ਦੀ ਅਸੀਮ ਸੱਤਾ ਵਿੱਚ ਮੇਰਾ ਅਟੱਲ ਯਕੀਨ ਸਥਾਪਿਤ ਹੋ ਗਿਆ। ਇਹ ਯਕੀਨ ਮੇਰੇ ਸਰੀਰ ਦੇ ਕੱਲੀ ਕੱਲੀ ਕੋਸ਼ਕਾ ਦੇ ਵਿੱਚ ਫੈਲ ਗਿਆ। ਇਹ ਤਾਂ ਸਮੇਂ ਨੇ ਦੱਸਣਾ ਕਿ ਵਿਸ਼ਵਾਸ ਕਿੰਨਾ ਕੁ ਚਿਰ ਰੁਕੇਗਾ, ਪਰ ਹਾਲ ਦੀ ਘੜੀ ਮੈਂ ਪੂਰੀ ਆਜ਼ਾਦੀ ਅਤੇ ਸਮਰਪਣ ਵਿੱਚ ਹਾਂ। ਦਰਦ ਦੀ ਲੰਮੀ ਯਾਤਰਾ ਵਿੱਚ ਦੁਨੀਆ ਭਰ ਦੇ ਲੋਕ ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਵੀ ਨਹੀਂ, ਜਾਣਦਾ ਵੀ ਨਹੀਂ, ਮੇਰੇ ਠੀਕ ਹੋਣ ਕਰਕੇ ਦੁਆਵਾਂ ਕਰ ਰਹੇ ਸੀ। ਮੈਨੂੰ ਇਉਂ ਲੱਗਦਾ ਮੇਰੇ ਸਾਰੇ ਲੋਕਾਂ ਦੀਆਂ ਅਣਗਿਣਤ ਅਰਦਾਸਾਂ ਇਕੱਠੀਆਂ ਹੋ ਕੇ ਇੱਕ ਇਕਾਈ ਵਿੱਚ ਦੀ ਢਲ ਗਈਆਂ ਤੇ ਜ਼ਿੰਦਗੀ ਦੀ ਇਹ ਸਾਂਝੀ ਤੇ ਜਗਦੀ ਹੋਈ ਜੋਤ ਮੇਰੀ ਕੰਗਰੋੜ ਚੋਂ ਗੁਜ਼ਰਦੀ ਹੋਈ ਮੇਰੇ ਸਿਰ ਦੇ ਉੱਪਰਲੇ ਹਿੱਸੇ ਵਿੱਚ ਜਾ ਕੇ ਨਵੀਨਤਾ ਤੇ ਉਤਸ਼ਾਹ ਨਾਲ ਹਰੀ ਹੋ ਰਹੀ ਪੁੰਗਰ ਰਹੀ ਸੀ। ਪੁੰਗਰਦਿਆਂ ਰੋਸ਼ਨੀ ਕਦੇ ਫੁੱਲ ਕਲੀ, ਕਦੇ ਪੱਤੀ, ਕਦੇ ਟਾਹਣੀ ਦਾ ਸਰੂਪ ਅਖਤਿਆਰ ਕਰ ਰਹੀ ਸੀ। ਟਾਹਣੀਆਂ ਪੱਤਰਾਂ ਦੀ ਇਹ ਹਰਿਆਲੀ ਮੈਨੂੰ ਹੈਰਾਨੀ, ਖੁਸ਼ੀ ਅਤੇ ਉਤੇਜਨਾ ਨਾਲ ਲਵਰੇਜ਼ ਕਰ ਰਹੀ। ਮੈਨੂੰ ਫਿਰ ਉਹੀ ਮਹਾਂਵਿਸ਼ਾਲ ਸਾਗਰ ਦੀਆਂ ਅਗਿਆਤ ਲਹਿਰਾਂ ਵਾਲੀ ਗੱਲ ਯਾਦ ਆ ਰਹੀ ਹੈ। ਹੁਣ ਮੈਂ ਮਹਿਸੂਸ ਵੀ ਕਰ ਰਿਹਾ ਕਿ ਇਹ ਲਹਿਰਾਂ ਨੂੰ ਕਾਬੂ ਜਾਂ ਨਿਯੰਤਰਿਤ ਕਰਨਾ ਸਾਡਾ ਕੰਮ ਨਹੀਂ, ਅਸੀਂ ਕਰ ਵੀ ਨਹੀਂ ਸਕਦੇ। ਬਸ ਮੁੱਖ ਦੀ ਗੱਲ ਇਹ ਕਿ ਤੁਸੀਂ ਕੁਦਰਤ ਦੀਆਂ ਲਹਿਰਾਂ ਦੇ ਮਹਾਨ ਭੰਗੂੜੇ ਵਿੱਚ ਇੱਕ ਸਮਰਪਣ ਅਤੇ ਆਸ ਨਾਲ ਝੂਟਦੇ ਰਹੋ। ਸੱਚੀ ਬਸ ਇਹੀ ਗੱਲ ਹੈ, ਹੋਰ ਕੱਖ ਨਹੀਂ ਹੈ। ਇਰਫਾਨ ਖਾਨ, ਲੰਡਨ, 2018। ਤਰਜਮਾ ਇਸ ਦਾ ਹਰਮਨਜੀਤ ਨੇ ਕੀਤਾ, ਰਾਣੀ ਤੱਤ ਵਾਲੇ। ਨੰਬਰ 2 ਹੈਪੀ ਜੀ, ਕੀ ਕਹਿਣਾ ਚਾਹੁੰਦੇ ਹੋ? ਹੈਪੀ ਜੀ, ਇੱਕ ਅੱਜ ਹੋਰ ਇਤਿਹਾਸਕ ਦਿਨ ਹੈ। ਅਪ੍ਰੈਲ 1986 ਨੂੰ ਇੱਕ ਸਰਬੱਤ ਖਾਲਸਾ 1984 ਦੇ ਘੱਲੂਘਾਰੇ ਤੋਂ ਬਾਅਦ ਹੋਇਆ ਸੀ। ਬਹੁਤ ਵੱਡਾ ਇਕੱਠ ਕੌਮ ਦਾ ਹੋਇਆ, ਜਿਹਦੇ ਵਿੱਚ ਖਾਲਿਸਤਾਨ ਦੇ ਐਲਾਨਨਾਮੇ ਦੀ ਜਿਹੜੀ ਇਹ 'ਚ ਗੱਲ ਹੋਈ। ਇਹ ਬਹੁਤ ਵੱਡਾ ਵਿਸ਼ਾ ਰਿਹਾ, ਹਲੇ ਵੀ ਬਹੁਤ ਵੱਡਾ ਵਿਸ਼ਾ ਹੈ। ਇਸ ਨੂੰ ਜਿਹੜੇ ਪਿਆਰ ਕਰਨ ਵਾਲੇ ਨੇ ਉਹਨੂੰ ਤਿਉ ਦੇ ਨਾਲ ਇਸ ਦਾ ਨਾਂ ਲੈਂਦੇ ਆ। ਜਿਹੜੇ ਇਹਦੇ ਵਿਰੋਧੀ ਨੇ ਉਹਨਾਂ ਨੂੰ ਇਉਂ ਲੱਗਦਾ ਕਿ ਇਹ ਬੰਦਿਆਂ ਨੂੰ ਛੂਤ ਛਾਤ ਦੀ ਬਿਮਾਰੀ ਹੋਈ ਹੈ। ਲੋਕਤੰਤਰੀ ਹੱਕਾਂ ਦੇ ਥੱਲੇ ਭਾਰਤ ਦੇ ਵਿੱਚ ਵੀ ਲੋਕ ਇਸ ਦੀ ਗੱਲ ਕਰਦੇ। ਸਰਦਾਰ ਸਿਮਰਨਜੀਤ ਸਿੰਘ ਮਾਨ ਓਪਨਲੀ ਇਸ ਦੀ ਪ੍ਰੋੜਤਾ ਕਰਦੇ ਨੇ। ਫਰੀਡਮ ਆਫ ਸਪੀਚ ਦੇ ਥੱਲੇ, ਫਰੀਡਮ ਆਫ ਐਕਸਪ੍ਰੈਸ਼ਨ ਦੇ ਥੱਲੇ ਸਭ ਆਪਣੀ ਗੱਲ ਸ਼ਰੇਆਮ ਉੱਥੇ ਦੇਸ਼ ਦੇ ਵਿੱਚ, ਚਾਹੇ ਯੂਪੀ ਵਾਲਾ ਚੀਫ ਮਿਨਿਸਟਰ ਹੋਵੇ ਜਾਂ ਕਦੇ ਬਾਲ ਠਾਕਰੇ ਨੇ ਜਾਂ ਫਿਰ ਅਮਿਤ ਸ਼ਾਹ ਨੇ, ਮੋਦੀ ਨੇ, ਸਭ ਆਪਣੇ ਆਪਣੇ ਹੱਕਾਂ ਦੀ ਵਰਤੋਂ ਕਰਦੇ ਨੇ। ਪਰ ਸਿੱਖ ਇਸ ਗੱਲ ਤੋਂ ਆਪ ਡਰਦਾ ਇਹ ਗੱਲ ਨਹੀਂ ਕਰਦਾ। ਸਿੱਖ ਸੰਘਰਸ਼ ਦੇ ਸਮੇਂ 84 ਤੋਂ ਲੈ ਕੇ 78 ਤੱਕ ਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਜਿਹੜਾ ਸਮਾਂ ਹੈ, ਉਹਨਾਂ ਨੇ ਉਹਦੇ ਵਿੱਚ ਉਹਨਾਂ ਦੀਆਂ ਬਹੁਤ ਰਿਕਾਰਡਿੰਗਸ ਨੇ, ਬਹੁਤ ਉਹਨਾਂ ਦੀਆਂ ਗੱਲਾਂ ਨੇ। ਬਹੁਤ ਵਾਰ ਉਹਨਾਂ ਨੂੰ ਪੁੱਛਿਆ ਗਿਆ। ਸੋਹਣ ਸਿੰਘ ਇੱਕ ਇੰਟਰਵਿਊ ਦੇ ਵਿੱਚ ਕਹਿ ਰਿਹਾ ਸੀ ਵੀ ਮੂੰਹੋਂ ਕਹਿ ਦਿਓ ਜੀ, ਕਹਿ ਦਿਓ ਖਾਲਿਸਤਾਨ। ਉਹ ਕਹਿੰਦਾ ਸੋਹਣ ਸਿੰਘ ਜੀ ਤੁਸੀਂ ਕਹੋ, ਅਸੀਂ ਤਾਂ ਇਹੀ ਗੱਲ ਕਹਿਣੀ ਹੈ ਕਿ ਜੇ ਅਸੀਂ ਰਹਿਣਾ ਚਾਹੁੰਦੇ ਹਾਂ ਤੁਹਾਡੇ ਨਾਲ ਹੀ ਇੱਜ਼ਤ ਨਾਲ, ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ ਜਿਵੇਂ ਤੁਸੀਂ ਰਹਿੰਦੇ ਹੋ, ਜੇ ਤੁਸੀਂ ਨਹੀਂ ਨਾਲ ਰੱਖਣਾ ਸਾਨੂੰ, ਹੁਣ ਅਸੀਂ ਗਲਤੀ ਨਹੀਂ ਕਰਾਂਗੇ। ਉਹਨਾਂ ਨੇ ਓਪਨਲੀ ਨਾਲ ਉਹਨਾਂ ਨੇ ਕਿਹਾ ਵੀ ਜਿਸ ਦਿਨ ਇਸ ਜ਼ਾਲਮ ਸਰਕਾਰ ਨੇ ਇਸ ਧਰਤੀ ਦੇ ਵਿੱਚ ਇਸ ਮੁਕੱਦਸ ਸਥਾਨ ਤੇ ਪੈਰ ਪਾਉਣਾ ਤਾਂ ਉਸ ਦਿਨ ਇਸ ਦੀ ਨੀਂਹ ਰੱਖੀ ਜਾਣੀ ਹੈ। ਮਤਲਬ ਕੀ ਹੈ, ਜਦ ਤੁਸੀਂ ਕਿਸੇ ਕੌਮ ਤੇ ਜ਼ੁਲਮ ਕਰਦੇ ਹੋ, ਜ਼ੁਲਮ ਦੇ ਵਿੱਚੋਂ ਕੀ ਨਿਕਲਦਾ?
ਇਹੀ ਨਿਕਲਣਾ। ਇਹ ਬਹੁਤ ਵੱਡੀ ਬਹਿਸ ਦਾ ਹਿੱਸਾ ਇਹਦਾ ਮੁਲਾਂਕਣ ਕੌਮ ਦੇ ਜਰਨੈਲਾਂ ਨੇ, ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਵਰਗਿਆਂ ਨੇ ਨਹੀਂ, ਉਹਨਾਂ ਨੇ ਫਿਰ ਵੀ ਸਾਡਾ ਦੇ ਥੱਲੇ ਇਹ ਗੱਲਾਂ ਵੀ ਕੀਤੀਆਂ ਕਿ ਕੀ ਤੰਗੀਆਂ, ਕੀ ਗਲਤ ਹੋਇਆ, ਕੀ ਠੀਕ ਹੋਇਆ। ਪਿੱਛੇ ਜੇ ਬਾਬਾ ਬਖਸ਼ੀਸ਼ ਸਿੰਘ ਦੀ ਇੱਕ ਇੰਟਰਵਿਊ ਮਖੂ ਨਾਲ ਲੋਕਾਂ ਨੇ ਬੜੀ ਪਸੰਦ ਕੀਤੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ, ਜਿਨ੍ਹਾਂ 'ਚ ਜਵਾਬ ਦਿੱਤਾ ਕਿ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਹੋ, ਲੋਕ ਹੈ ਕੀ ਕਹਾਣੀ। ਤੇ ਬਹੁਤ ਕੁਝ ਹੋਇਆ। ਇੱਥੇ ਬਾਹਰ ਬੈਠੇ ਜਿਹੜੇ ਉੱਥੋਂ ਆ ਗਏ, ਬਹੁਤਿਆਂ ਨੇ ਇੱਥੇ ਆ ਕੇ ਲਹਿਰ ਨਾਲ ਜੋੜ ਲਿਆ, ਬਹੁਤਿਆਂ ਨੇ ਜਿਨ੍ਹਾਂ ਨੇ ਉੱਥੇ ਗਦਾਰੀਆਂ ਮੁਖਬਰੀਆਂ ਕੀਤੀਆਂ ਨਾਲ ਦੇ ਯਾਰਾਂ ਦੋਸਤਾਂ ਦੀਆਂ, ਉਹ ਵੀ ਇਹਦੇ ਵਿੱਚ ਵੜ ਕੇ ਆ ਗਏ। ਅਸੀਂ ਵੀ ਨਾਲ ਸੀ, ਅਸੀਂ ਵੀ ਬਹੁਤ ਸੀ, ਅਸੀਂ ਵੀ ਕੋਲੋਂ ਵੇਖਿਆ ਵੂਖਣ ਵਾਲੀਆਂ ਗੱਲਾਂ ਨਹੀਂ। ਜਿਨ੍ਹਾਂ ਨੇ ਵੇਖਿਆ ਉਹ ਨਹੀਂ ਆਏ, ਜਿਨ੍ਹਾਂ ਨੇ ਨਹੀਂ ਵੇਖਿਆ ਉਹ ਇੱਥੇ ਬੈਠੇ ਨੇ। ਕੁਛ ਆ ਕੇ 84 ਤੋਂ ਬਾਅਦ ਬਦਲੇ ਨੇ, ਉਹਨਾਂ ਦੀ ਗੱਲਬਾਤ ਹੋਈ, ਗੱਲਾਂ ਬਾਕੀ ਕੱਚੀਆਂ ਨੇ, ਬਾਕੀ ਕੋਈ ਗੱਲਾਂ ਨਹੀਂ ਹੈ। ਗੱਲਾਂ ਤਾਂ ਸਿਰਫ ਇਹੀ ਨੇ ਜਿਨ੍ਹਾਂ ਨੇ ਨਾਲ ਦੇ ਤੋਰੇ ਹੱਥੀਂ ਭਾਈ ਵੇਖੇ ਨੇ ਜਾਂ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ, ਚਾਹ ਪਾਣੀ ਛਕਾਇਆ, ਘਰਾਂ 'ਚ ਰੱਖੇ, ਉਹਨਾਂ ਨੂੰ ਪਤਾ ਕਿ ਇਹ ਦੁੱਖ ਕੀ ਹੈ ਤੇ ਇਹਦੀ ਲਾਗ ਕੀ। ਬਾਕੀ ਤਾਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ। ਯੈਸ, ਕੋਈ ਕਿਸੇ ਨੂੰ ਬਿਨਾਂ ਮਿਲੇ, ਕਿਸੇ ਨੂੰ ਪੜ੍ਹ ਕੇ, ਇਤਿਹਾਸ ਪੜ੍ਹ ਕੇ ਕਿਸੇ ਚੀਜ਼ ਦਾ ਕੋਈ ਧਾਰ ਨਹੀਂ ਬਣ ਸਕਦਾ। ਪਰ ਜੇ ਉਹ ਇਹ ਗੱਲ ਲੋਕਾਂ 'ਚ ਇਹ ਪ੍ਰਗਟਾਵੇ ਕਿ ਅਸੀਂ ਵੀ ਐਂ ਹੀ ਰਹੇ ਆ ਉੱਥੇ, ਅਸੀਂ ਵੀ ਆਹ ਕਰਦੇ, ਉਹ ਗੱਲਾਂ ਝੂਠੀਆਂ ਸਭ, ਬਿਲਕੁਲ ਤੰਤ ਨਹੀਂ। ਜਿਨ੍ਹਾਂ ਸੇਵਾ ਕੀਤੀ ਉਹ ਨਹੀਂ ਕਹਿੰਦੇ ਅਸੀਂ ਆਹ ਕੀਤਾ, ਅਸੀਂ ਆਹ ਕੀਤਾ, ਫੋਕੀਆਂ ਗੱਲਾਂ। ਬਾਕੀ ਕਿਰਦਾਰ ਤੋਂ ਪਤਾ ਲੱਗ ਜਾਂਦਾ ਕਹਿਣਾ ਕੀ ਹੈ। ਇਹੀ ਤਾਂ ਕੋਈ ਕੁਛ ਜਾਵੇ, ਲੋਕ ਸਮਝ ਲੈਂਦੇ ਆ ਕੌਣ ਕੀ ਕਿੱਥੇ ਕੀ ਕਰ ਰਿਹਾ। ਸੋ ਇਹ ਅੱਜ ਇੱਕ ਦਿਨ ਵੱਡਾ, ਇਹ ਕੌਮ ਦਾ ਨਿਰਣਾ ਹੈ। ਇਹ ਕਿਸੇ ਇੱਕ ਵਿਅਕਤੀ ਦਾ ਕੁਛ ਕਹਿਣਾ ਇਹ ਕੀ ਹੈ, ਬਣਨਾ ਜਾਂ ਨਹੀਂ ਬਣਨਾ, ਇੱਕ ਬੰਦੇ ਨੇ ਕਲੈਕਟਿਵਲੀ ਇਹ ਕੌਮ ਦਾ 2-2.5 ਕਰੋੜ ਜਿਹੜੀ ਕੌਮ ਆ ਉਹਦਾ ਆਪਣੀ ਇੱਕ ਸੋਚਣੀ ਹੈ ਕਿ ਉਹ ਕੀ ਕਰਨਾ ਚਾਹੁੰਦੇ। तो 29 ਅਪ੍ਰੈਲ 1986 ਨੂੰ ਇਹ ਜਿਹੜੇ ਇਸ ਰਾਹ ਤੇ ਤੁਰ ਕੇ ਸ਼ਹੀਦ ਹੋਏ ਨੇ, ਜਿਹੜੀਆਂ ਉਹਨਾਂ ਦੇ ਜਿਹੜੀਆਂ ਗੱਲਾਂ ਉਹਨਾਂ ਦੀਆਂ, ਕੌਮ ਦੇ ਸ਼ਹੀਦਾਂ ਦੀਆਂ, ਉਹਨਾਂ ਦੀਆਂ ਜੀਵਨ ਦੀਆਂ ਜਿਹੜੀਆਂ ਕਹਾਣੀਆਂ, ਜੇ ਚਾਹੇ ਬੇਅੰਤ ਸਿੰਘ ਸਤਵੰਤ ਸਿੰਘ ਉਹਨਾਂ ਦੀ, ਜਾਂ ਸੁੱਖਾ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਹੋਣਾ ਦੀਆਂ ਗੱਲਾਂ ਜਿਹੜੀਆਂ ਸੁਣਦੀਆਂ, ਖਾਸ ਤੌਰ ਤੇ ਭਾਈ ਸਤਵੰਤ ਸਿੰਘ ਦੀ, ਜਿਹੜੇ ਉਹਨਾਂ ਦੇ ਦੋਸਤਾਂ ਵੱਲੋਂ, ਦੇ ਪਰਿਵਾਰ ਵੱਲੋਂ, ਇਹ ਕੁਛ ਕੁਦਰਤੀ ਚੀਜ਼ਾਂ ਜਿਹੜੀਆਂ ਬੰਦੇ ਦੇ ਕੰਟਰੋਲ 'ਚ ਨਹੀਂ ਹੈ। ਕੋਈ ਘਰੋਂ ਬਾਹਰ ਨਹੀਂ, ਇੱਕ ਰਾਤ ਨਹੀਂ ਰਹਿਣਾ ਚਾਹੁੰਦਾ ਜਦ ਪਤਾ ਹੋਵੇ ਕਿ ਸਿਰ ਤੇ ਮੌਤ ਹੈ, ਇਹ ਕਿਤੇ ਵੀ ਆ ਸਕਦੀ ਹੈ। ਫਿਰ ਉਹ ਸਿਰ ਤੇ ਕੱਫਣ ਬੰਨ੍ਹ ਕੇ ਤੁਰਨਾ ਘਰੋਂ ਬਹੁਤ ਔਖਾ। ਗੱਲਾਂ ਬੜੀਆਂ ਸੌਖੀਆਂ, ਬਹੁਤ ਗੱਲਾਂ ਕਰਨੀਆਂ ਸੌਖੀਆਂ। ਉਹ ਸੰਘਰਸ਼ ਦੇ ਪੈਂਡੇ, ਦੁਨੀਆ ਦੇ ਜਿੰਨੇ ਵੀ ਸੰਘਰਸ਼ ਤੇ ਰਹੇ ਨੇ ਲੋਕ, ਜਿਨ੍ਹਾਂ ਨੇ ਮਨੁੱਖਤਾ ਦੇ ਲਈ ਕੰਮ ਕੀਤਾ, ਆਪਣੀ ਕੌਮ ਲਈ ਕੰਮ ਕੀਤਾ, ਚਾਹੇ ਸਿਧਾਂਤ ਚੇ ਗਵੇਰੇ ਨਾਲ ਸਾਡਾ ਮਿਲੇ ਨਾ ਮਿਲੇ, ਪਰ ਬਾਗੀਆਂ ਦੇ ਨਾਲ ਬਾਗੀਆਂ ਦਾ ਪਿਆਰ ਹੈ। ਜੇ ਉਸਨੂੰ ਵੇਖੋ ਤਾਂ ਕਿੱਥੇ ਉਹ ਜੰਮਿਆ, ਕਿੱਥੇ ਉਹ ਪਲਿਆ, ਕਿੱਥੇ ਜਾ ਕੇ ਸ਼ਹੀਦ ਹੋਇਆ। ਕਿਊਬਾ ਦੇ ਵਿੱਚ ਉਹਦਾ ਨਾਂ ਦਾ ਨੋਟਾਂ ਤੇ ਉਹਦੇ ਦਸਤਖਤ ਹੁੰਦੇ ਸੀ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ। ਉਹਨੂੰ ਸਿਟੀਜ਼ਨ ਮਿਲ ਗਈ ਸੀ ਕਿਊਬਾ ਦੀ, ਵਿਆਹ ਉਹਨੇ ਕਰਵਾ ਲਿਆ ਸੀ, ਉਹਨੂੰ ਕਿਤੇ ਜਾਣ ਦੇ। ਉਹ ਕਹਿੰਦਾ ਨਾ, ਬਸ ਇੱਥੇ ਦਾ ਕੰਮ ਹੋ ਗਿਆ, ਹੁਣ ਮੈਂ ਬੋਲੀਵੀਆ 'ਚ ਜਾਣਾ। ਇਸੇ ਤਰ੍ਹਾਂ ਹੀ ਜੇ ਸਾਰਾ ਕੁਛ ਦੇਖੋ, ਕੁਛ ਕੁਦਰਤ ਦੇ ਰਾਹੀਂ ਇਹ ਚੀਜ਼ਾਂ ਹੋਣੀਆਂ ਨੇ, ਬੰਦੇ ਦੇ ਵੱਸ ਦੀ ਗੱਲ ਹੈ। ਤੇ ਤੁਸੀਂ ਸਾਰਾ ਕੁਝ ਵੇਖਦੇ ਹੋ। ਇਸ ਸੰਘਰਸ਼ ਦਾ ਮੂੰਹ ਮੱਥਾ 70 ਨਰਕਧਾਰੀਏ ਦਾ ਆ ਕੇ ਸ਼ਰੇਆਮ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਵਿੱਚ ਆ ਕੇ ਸਿੰਘਾਂ ਨੂੰ ਸ਼ਹੀਦ ਕਰ ਜਾਣਾ। ਚਿੱਟੇ ਚਾਦਰੇ ਕੁਰਤੇ ਤੁਰਲੇ ਵਾਲਿਆਂ ਦੇ ਕੋਲ ਨਵੇਂ ਵੈਪਨ ਕੌਣ ਲੈ ਕੇ ਆ ਗਿਆ। ਸੋ ਜਦ ਤੁਸੀਂ ਇੱਕ ਪਾਸੇ ਨੂੰ ਹੀ ਕਹਿਣਾ ਵੀ ਨਹੀਂ ਜੀ ਇਹ ਤਾਂ ਜੀ ਵੱਖਵਾਦ ਦੀ ਗੱਲ ਕਰਦੇ ਆ, ਵੱਖਵਾਦ ਕਿਹਦਾ ਸੀ? ਉਹ ਆ ਕੇ ਇੱਕ ਮੁਕੱਦਸ ਸਥਾਨ ਤੇ ਤੁਹਾਡੇ ਦਰਾਂ ਮੂਹਰੇ ਪਿੰਡ ਦਾ ਇੱਕ ਬੰਦਾ ਆ ਕੇ ਲਲਕਰਾਂ ਮਾਰੇ, ਤੁਹਾਨੂੰ ਗਾਲਾਂ ਕੱਢੇ, ਤੁਹਾਡੇ ਪਿਤਾ ਨੂੰ ਗਾਲਾਂ ਕੱਢੇ, ਇਹ ਤਾਂ ਫਿਰ ਤੁਹਾਡੇ ਖੂਨ ਦੇ ਵਿੱਚ ਆ ਵੀ ਤੁਸੀਂ ਕੀ ਇਸ ਨੂੰ ਵੇਖਣਾ, ਕਿਸੇ ਨੂੰ ਨਹੀਂ। ਤੇ ਸ਼ਰੇਆਮ ਉਸ ਦਾ ਇੱਕ ਪੰਜਾਬ ਦੀ ਧਰਤੀ ਦੇ ਵਿੱਚ, ਪੰਜਾਬ ਦੇ ਇੱਕ ਖੂੰਜੇ ਤੋਂ ਬੰਦਿਆਂ ਨੂੰ ਸ਼ਹੀਦ ਕਰਕੇ ਪੰਜਾਬ ਦੀ ਇੱਕ ਸਿੱਖ ਸਰਕਾਰ ਦੇ ਹੁੰਦਿਆਂ ਲੰਘ ਜਾਣਾ ਪੰਜਾਬ ਦੇ ਵਿੱਚੋਂ, ਇਦੋਂ ਵੱਡੀ ਬੇਹੁਰਮਤੀ ਕੀ ਸੀ?
ਉਦੋਂ ਪਹਿਲਾਂ ਸ਼ੀਨੇ ਦਾ ਲਾਉਣਾ ਸੈਕਟਰੀ ਦਾ ਤੇ ਉਹਦੇ ਵੱਲੋਂ ਧੱਕਾ ਕਰਨਾ ਤੇ ਨਿਰੰਜਨ ਸਿੰਘ ਦਾ ਲਾਉਣਾ DC ਗੁਰਦਾਸਪੁਰ ਦਾ, ਕਿਤੇ ਕਦੇ ਦੇਖੋ ਤਾਂ ਸਹੀ ਵੀ ਹੋਇਆ ਕੀ, ਕਾਰਨ ਕੀ ਹੈ। ਉਈਓ ਬਸ ਇੱਕ ਪਾਸੇ ਜੀ ਉਹ ਤਾਂ ਇਹ ਤੇ ਉਹ ਇੱਕ ਰਾਏ ਬਣਾ ਲੈਣੀ, ਉਹਨੂੰ ਰਾਏ ਨੂੰ ਤੁਸੀਂ ਬਦਲ ਨਹੀਂ ਸਕਦੇ। ਉਹਦੇ ਬਾਅਦ ਵੱਧ ਹੱਕੀ ਮੰਗਾਂ ਦੀ ਗੱਲ, ਜਿਨ੍ਹਾਂ ਦੇ ਵਾਅਦੇ ਕੀਤੇ ਗਏ, ਜੇ ਉਹਨਾਂ ਦੀ ਗੱਲ ਪੰਜਾਬ ਕਰਦਾ ਸੀ, ਉਹ ਕਿਸ ਤਰ੍ਹਾਂ ਸਿੱਖਾਂ ਦੇ ਗਾਲੇ ਪੈ ਗਈ। ਪੰਜਾਬ 'ਚ ਕੌਣ ਕੌਣ ਵਸਦਾ? ਜੇ ਵੱਧ ਪਾਣੀਆਂ ਦੀ ਗੱਲ, ਬਿਜਲੀ ਦੀ ਗੱਲ, ਇੱਕ ਟਰਾਂਸਮੀਟਰ ਅੱਜ ਹੁਣ 200 ਚੈਨਲ ਜਿਹੜਾ ਦਰਬਾਰ ਸਾਹਿਬ ਤੋਂ ਗੁਰਬਾਣੀ ਰਿਲੇ ਕਰਦਾ, ਇੱਕ ਟਰਾਂਸਮੀਟਰ ਮੰਗਿਆ ਸੀ। ਕੀ ਮੰਗ ਲਿਆ ਸੀ ਉਹ? ਮੈਨੂੰ ਦੱਸੋ ਕਿਹੜੀ ਵੱਖਵਾਦ ਦੀ ਗੱਲ? ਇੱਕ ਅੰਮ੍ਰਿਤਸਰ ਸਾਹਿਬ ਤੋਂ ਚੱਲਣ ਵਾਲੀ ਰੇਲ, ਉਹਦਾ ਨਾਂ ਸੱਚਖੰਡ ਦਰਬਾਰ ਸਾਹਿਬ ਇੱਕ ਲਿਖਣ ਤੇ, ਕਿਹੜੀ ਵੱਖਵਾਦ ਦੀ ਗੱਲ ਹੈ? ਰੱਖ ਨਹੀਂ ਸਕਦੇ ਤੁਸੀਂ। ਧਾਮਾਂ ਦੇ ਮੰਦਿਰਾਂ ਦੇ ਆਪਣਿਆਂ ਦੇ ਨਾਂ ਰੱਖੋ, ਮਸਜਿਦਾਂ ਦੇ ਨਾਂ ਰੱਖੋ, ਚਰਚਾਂ ਦੇ ਨਾਂ ਰੱਖੋ, ਤੇ ਸਿੱਖ ਨਹੀਂ ਰੱਖ ਸਕਦਾ ਆਪਣੇ ਮੁਕੱਦਸ ਸਥਾਨ ਦਾ ਨਾਂ। ਗੱਲ ਇਹ ਆ ਵੀ ਕਿਸੇ ਚੀਜ਼ ਦੀ ਸ਼ੁਰੂਆਤ ਤੁਸੀਂ ਜੇ ਵੇਖੋਗੇ ਕਿ ਉਹਦਾ ਕਾਰਨ ਕੀ। ਸ਼ੁਰੂ 78 ਤੋਂ ਜਿਹੜੀ ਗੱਲ ਹੋਈ, ਸ਼ਰੇਆਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਵੀਂ ਜਗ੍ਹਾ ਬਿਠਾ ਕੇ ਉੱਪਰ 2 ਪੈਸੇ ਦਾ ਮਲੰਗ ਬੰਦਾ ਨਾਲ ਬਹਿੰਦਾ ਤੇ ਘਰ ਵਾਲੀ ਨੂੰ ਬਿਠਾਈ ਬੈਠਾ। ਤੇ ਹੁਣ ਸਾਰੇ ਤਾਂ ਵੰਗਾਂ ਵਾਲੇ ਹੈ ਨਹੀਂ ਨਾ, ਵੰਗਾਂ ਵਾਲੀਆਂ ਵੀ ਬੀਬੀਆਂ ਮੂਹਰੇ ਸੀ। ਹੁਣ ਇਹ ਤਾਂ ਆਪਣੀ ਆਪਣੀ ਖਸਲਤ ਹੈ। ਕਿੱਥੇ ਆ ਹੁਣ? ਨਿਬੜ ਗਈ ਨਾ ਕਹਾਣੀ। ਪਰ ਸਾਡੀ ਇਹ ਕਹਾਣੀ ਹੈ ਕਿ ਧਾਰਨਾਵਾਂ ਕਿਸੇ ਦੀ ਕੋਈ ਹੋਵੇ, ਦੇਖੋ ਕੋਈ ਕਿਸੇ ਨੂੰ ਬਦਲ ਨਹੀਂ ਸਕਦਾ, ਮੈਨੂੰ ਕੋਈ ਨਹੀਂ ਬਦਲ ਸਕਦਾ, ਮੈਂ ਕਿਸੇ ਨੂੰ ਨਹੀਂ ਬਦਲ ਸਕਦਾ, ਸਵੈ ਸਿੱਧ ਅਧਿਕਾਰ ਹੈ। ਪਰ ਆਪਣੀ ਧਾਰਨਾ ਤੇ ਪਰਪੱਕ ਰਹਿ ਕੇ ਕਿਸੇ ਦੀ ਧਾਰਨਾ ਨੂੰ ਖਰਾਬ ਨਾ ਕਰੋ। ਤੁਸੀਂ ਆਪਣੀ ਗੱਲ ਕਰ ਲਓ ਜਿਹੜੀ ਕਰਨੀ ਹੈ। ਸਿੱਖ ਸੰਘਰਸ਼ ਦੇ ਖਿਲਾਫ ਜਦ ਲੋਕ ਬੋਲਦੇ ਨੇ ਤੇ ਮਲਮੇ ਸ਼ਬਦਾਂ ਨਾਲ, ਕੋਈ ਗੁੜ 'ਚ ਲਪੇਟ ਕੇ, ਕੋਈ ਕੁਛ ਲਪੇਟ ਕੇ ਗੱਲਾਂ ਕਰਨੀਆਂ, ਜਾਂ ਨਾਲ ਦੇ ਕਾਲਜ 'ਚ ਪੜ੍ਹਦਿਆਂ ਦਾ ਸ਼ਹੀਦ ਹੋ ਜਾਣਾ ਤੇ ਉਹਨਾਂ ਦੇ ਮੋਢਿਆਂ ਤੇ ਆਪ ਤਮਗੇ ਲਾਈ ਫਿਰਨਾ, ਇਹ ਨਹੀਂ ਕਹਾਣੀ। ਖਸਰਤ ਸਾਡੀ ਕੀ ਰਹੀ, ਕਿਰਦਾਰ ਸਾਡੇ ਕੀ ਰਹੇ, ਇਹ ਲੋਕਾਂ ਨੂੰ ਦੱਸਣ ਦੀ ਲੋੜ ਹੈ। ਕਿੱਡੇ ਵਧੀਆ ਘਰਾਂ ਦੇ ਮੁੰਡੇ, ਜਿਹੜੇ ਘਰਾਂ ਦੇ ਵਿੱਚੋਂ ਅੱਜ ਗੱਲਾਂ ਕਰਦੇ, ਦਲਜੀਤ ਸਿੰਘ ਬਿੱਟੂ ਵਰਗੇ ਆਂਦੀਆਂ ਬਈ ਉਹ ਜੀ ਉਹ, ਤੇ ਉਹਨਾਂ ਨੂੰ ਦੇਖੋ, ਪਰਿਵਾਰ ਦੇਖਿਓ ਇਸ ਤਰ੍ਹਾਂ ਪ੍ਰੀ ਮੈਡੀਕਲ ਕਰਦੇ ਕਰਦੇ ਉਹ ਅੰਬੈਸਡਰ ਗੌਰਮੈਂਟ ਕਾਲਜ ਜਾਂਦੇ ਸੀ। ਉਹ ਤਾਂ ਪੜ੍ਹਨ ਵਾਲੇ ਦੱਸ ਸਕਦੇ, ਉਹ ਜੀ ਡਾਕਾ ਜੀ, ਉਹ ਜੀ ਫਾਰਮ ਜੀ, ਉਹ ਤਾਂ ਕੋਈ ਸਿੱਧ ਤਾਂ ਕਰਕੇ ਦਿਖਾਵੇ। ਕਿਹਾ ਨਾ ਬਖਸ਼ੀਸ਼ ਸਿੰਘ ਬਾਬੇ ਨੇ ਬਖੂ ਵਾਲੀ, ਕਹਿੰਦਾ ਲਿਆਓ ਕੋਈ, ਕਹੋ ਤਾਂ ਸਹੀ 1 ਰੁਪਈਆ ਸਿੱਧ ਤਾਂ ਕਰੋ, ਕਿਤੇ ਘਰ 'ਚ ਕੋਈ ਲੈ ਕੇ ਗਿਆ ਹੋਵੇ। ਲਾਲ ਸਿੰਘ ਅਕਾਲਗੜ੍ਹ ਵਾਲਿਆਂ ਨੂੰ 20-20 ਸਾਲ ਦੀ ਸਜ਼ਾ, 29 ਸਾਲ ਹੋ ਗਏ। ਤੁਸੀਂ ਜ਼ੁਲਮ ਦੀ ਇੰਤਹਾ ਤਾਂ ਵੇਖੋ। ਹਾਂ, ਤੁਸੀਂ ਇੱਕ ਪਾਸੇ ਨੂੰ ਜਾ ਕੇ ਗੱਲ ਕਰਨੀ ਆ, ਉਹਨੂੰ ਕੋਈ ਰੋਕ ਨਹੀਂ ਸਕਦਾ। ਇਹ ਉਸ ਦੇ ਵਿੱਚੋਂ ਨਿਕਲੀਆਂ ਹੋਈਆਂ, ਹਲੇ ਵੀ ਉਹ ਇੱਕ ਪਾਸੜ ਹੈ। ਮਸ਼ੀਨਰੀ ਜਾਗ ਪੈਂਦੀ ਹੈ। ਮੈਂ ਕੱਲ ਗੱਲ ਕਰਦਾ ਸੀ ਨਾ, ਪਹਿਲਾਂ ਇੱਕ ਸੱਭਿਆਚਾਰਕ ਵਿੰਗ KP ਗਿੱਲ ਨੇ ਬਣਾਇਆ ਸੀ, ਬਣ ਗਏ ਕੋਈ DIG ਬਣ ਗਿਆ, ਕੋਈ DSP ਬਣ ਗਿਆ, ਫਿਰਦੇ ਸਾਰੇ ਪੰਜਾਬ ਦੇ ਵਿੱਚ ਚੱਕਣੇ, ਕਦੇ ਕਿਤੇ ਗੀਤ, ਕਦੇ ਕਿਤੇ ਗੀਤ, ਕਦੇ ਕਿਤੇ ਗੀਤ। ਆ ਹੁਣ ਫੇਰ ਨਿਕਲਿਆ ਉਹੀ ਮੈਂ ਹਾਂ। ਉਹ ਇਹ ਨਹੀਂ ਹੈ, ਉਹ ਇੱਕ ਵਿੰਗ ਹੈ ਜਿਹੜਾ ਦੁਬਾਰਾ, ਮੈਂ ਪਹਿਲਾਂ ਵੀ ਕਹਿੰਦਾ ਉਹਨਾਂ ਮਸ਼ੀਨਰੀ ਕਿਤੇ ਪੰਜਾਬ ਪੁਲਿਸ ਦੀ ਗਈ ਹੈ, ਕਿਤੇ ਨਹੀਂ ਗਈ। ਨਿਹੰਗ ਸਿੰਘ ਵਾਲੀ ਜਿਹੜੀ ਵਾਰਦਾਤ ਹੈ, ਉਹਦੇ ਪਿੱਛੇ ਤੁਸੀਂ ਉਹਨੂੰ ਲਾਈਨ ਅਪ ਤਾਂ ਕਰੋ। ਬਿਲਕੁਲ ਉਲੰਘਣਾ ਹੋਈ ਹੈ ਕਰਫਿਊ ਦੀ, ਉਹਨਾਂ ਨੇ ਉਲੰਘਣਾ ਕਰ ਲਈ। ਕਰਫਿਊ ਦੀ ਉਲੰਘਣਾ ਤੋਂ ਬਾਅਦ ਉਹਨਾਂ ਨੇ ਬੈਰੀਕੇਡ ਵੀ ਤੋੜ ਦਿੱਤਾ। ਫਿਰ ਉਸ ਨੂੰ ਕੰਟਰੋਲ ਕਰ ਲਓ, ਸਵਾਰ ਕੇ ਹੋਵੋ, ਹਥਿਆਰਬੰਦ ਤੁਸੀਂ ਬੰਦੇ ਹੋ, ਤੁਹਾਡੇ ਕੋਲ ਗੰਨਾਂ ਨੇ, ਰੋਕ ਲਓ, ਉਹਨਾਂ ਨੂੰ ਫੜ ਲਓ। ਤੁਸੀਂ ਹੁੱਜਾ ਮਾਰਦੇ ਹੋ, ਬਾਹਰੋਂ ਗਾਲਾਂ ਕੱਢਦੇ ਹੋ, ਫਿਰ ਉਹਦੇ ਕੋਲ ਸ਼ਸਤਰ ਨੇ, ਉਹ ਬਾਹਰ ਨਿਕਲਿਆ, ਹੁੱਜਾ ਮਾਰਦੇ, ਗਾਲਾਂ ਕੱਢਦੇ ਦੇਖ ਕੇ ਫਿਰ ਸਾਰਿਆਂ ਨੇ ਕਹਿਣਾ ਭੰਗ ਖਾਣੀ ਕੌਮ ਆ ਇਹ, ਬੱਕਰੇ ਵੱਢਣਾ ਹੀ ਜਾਣਦੇ ਨੇ ਸ੍ਰੀ ਸਾਹਿਬ ਨਾਲ। ਜਦ ਉਹਦੇ ਬਜਟ ਦੇ ਵਿੱਚ ਆ ਕੇ ਫਤਿਹ ਬੁਲਾ ਦਿੱਤੀ ਤਾਂ ਫਿਰ ਹੁਣ ਦੂਜੇ ਬੰਦੇ ਨੂੰ ਤੁਰ ਪੈਂਦੇ ਨੇ। ਹਾਲਾਂਕਿ ਉਹ ਜਸਟੀਫਿਕੇਸ਼ਨ ਨਹੀਂ ਹੈ ਇਹ, ਪਰ ਉਹ ਖਾਲਸੇ ਦਾ ਇੱਕ ਅੰਗ ਰਿਹਾ। ਜਦ ਵਸੀਲੇ ਮੁੱਕਦੇ ਆ ਫਿਰ ਅਖੀਰ ਉਹ ਕਹਾਣੀ ਹੁੰਦੀ। 84 ਦੇ ਵਿੱਚ ਬਹੁਤ ਜਵਾਨ ਹੋਏ ਕਾਲਜਾਂ ਦੇ ਵਿੱਚ, ਉੱਥੋਂ ਪੜ੍ਹੇ, ਬਹੁਤ ਇੱਥੇ ਆਏ ਨੇ, ਬਹੁਤ ਰਹਿੰਦੇ ਆ ਇੱਥੇ, ਉਹਨਾਂ ਨੇ ਬਹੁਤ ਕੁਝ ਵੇਖਿਆ ਉੱਥੇ। ਕੋਈ ਛੋਟੇ ਸੀ, ਕੋਈ ਵੱਡੇ ਸੀ, ਪਰ ਤੁਹਾਡੇ ਕਈ ਵਾਰ ਉਮਰਾਂ ਦਾ ਤਕਾਜ਼ਾ ਲਾ ਕੇ ਜੇ ਅਸੀਂ 15-16 ਦੇ 17 ਦੇ ਅਕਲ ਨਹੀਂ ਸੀ, ਤੁਹਾਡੇ ਨਾਲ ਦੇ ਤੁਰ ਪਏ ਘਰਾਂ ਤੋਂ, ਉਹ ਵੀ 17 ਸਾਲ। ਪਰ ਇਹ ਸੰਘਰਸ਼ ਦੇ ਲੇਖੇ ਲਾਉਣਾ, ਸ਼ਹੀਦੀਆਂ ਪਾਉਣੀਆਂ, ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਦਾ ਕਿਸੇ ਦਾ ਤਪ ਹੈ ਤਾਂ ਕੋਈ ਤੁਰ ਹੁੰਦਾ। ਇਹ ਬਹੁਤ ਔਖਾ ਹੈ। ਔਰ ਪਤਾ ਵੀ ਟੱਬਰ ਦਾ ਕੀ ਬਣਨਾ। ਘਲਾੜੀ ਪੀੜਤ ਤੇ ਟੱਬਰ ਜਿਹੜੇ ਚੱਕ ਕੇ ਲੈ ਗਏ ਮਾਵਾਂ ਭੈਣਾਂ ਨੂੰ, ਤੇ ਉਹਨਾਂ ਨੂੰ ਪਤਾ ਸੀ ਜਿੱਦਣ ਉਹਨਾਂ ਨੇ ਤੁਰਨਾ ਵੀ ਬਣਨਾ ਕੀ ਹੈ। ਮੋਹ ਦੇ ਰਿਸ਼ਤੇ, ਖੂਨ ਦੇ ਰਿਸ਼ਤੇ, ਚੁੰਡੀਆਂ ਨਹੀਂ ਵਡਾ ਹੁੰਦੀਆਂ।
ਕਿਤੇ ਸੌਖਾ ਨਹੀਂ ਸੀ। ਹਲੇ ਜਦ ਆਪਾਂ ਵੱਢਣ ਲੱਗਦੇ ਆ ਕਿ ਉਹ ਜੀ ਖਾੜਕੂਆਂ ਨੇ ਤਾਂ ਕਰਦਾ, ਪਰ ਇਹ ਰਾਹ ਤਾਂ ਵੇਖੋ, ਛਪਾਰ ਦੇ ਮੇਲੇ ਥੋੜਾ ਗਏ ਸੀ ਤੁਰਲੇ ਲਾ ਕੇ, ਉਹਨਾਂ ਨੂੰ ਪਤਾ ਸੀ ਵੀ ਹੋਣਾ ਕੀ ਹੈ। ਤੇ ਸਭ ਕੋਈ ਡਾਕਟਰ ਬਣਨਾ, ਕੋਈ ਇੰਜੀਨੀਅਰ ਬਣਨਾ, ਤੇ ਕਿੱਥੇ ਸਿਵਿਆਂ ਦੀ ਸਵਾਹ ਵੀ ਨਹੀਂ ਹੈ, ਪਤਾ ਨਹੀਂ ਕਿੱਥੇ ਨੇ, ਕਿੱਥੇ ਖਪਾ ਦਿੱਤੇ, ਕਿਹੜੇ ਨਹਿਰ 'ਚ, ਕਿਹੜੇ ਪੁਲਾਂ ਤੇ, ਕਿਹੜੇ ਚਰਸਤਿਆਂ ਤੇ, ਕਿਹੜੇ ਇੱਖਾਂ ਦੇ ਵਿੱਚ, ਪਤਾ ਹੈ ਕੁਛ? ਕਿਸੇ ਨੂੰ ਪੁੱਛ। ਸੋ ਇਹ ਜਿਹੜੀ ਉਹਨਾਂ ਦੀ ਇਸ ਸਮੇਂ ਗੱਲ ਕਰਨੀ ਹੋਈ ਬਹੁਤ ਵੱਡੀ ਗੱਲ ਹੈ, ਔਰ ਕਰਨੀ ਚਾਹੀਦੀ ਹੈ। ਕੌਮ ਦੇ ਉਹਨਾਂ ਸਿਪਾਹ ਸਲਾਰਾਂ ਨੂੰ ਜਿਹੜੇ ਕੌਮ ਦੇ ਉੱਪਰ, ਕੌਮ ਦੀ ਅਜ਼ਮਤ ਲਈ, ਕੌਮ ਦੇ ਸਤਿਕਾਰ ਲਈ ਜਾਨਾਂ ਵਾਰ ਕੇ ਗਏ ਆ, ਸਿਰ ਝੁਕਦਾ ਉਹਨਾਂ ਨੂੰ, ਤੇ ਇਸ ਤਰ੍ਹਾਂ ਹੀ ਝੁਕੇਗਾ। ਸਾਹ ਜਸਵੀਰ ਸਿੰਘ ਜੀ, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ, ਮੇਰਾ ਤੁਹਾਨੂੰ ਸਲੂਟ ਹੈ। ਤੁਸੀਂ ਬੜੀ ਜ਼ੋਰਤ ਤੇ ਬੜੀ ਜ਼ਿੰਮੇਵਾਰੀ ਨਾਲ ਅੱਜ ਦੇ ਦਿਹਾੜੇ ਤੇ ਗੱਲ ਕਰ ਰਹੇ ਹੋ। ਜਿਹੜੇ ਕਿ ਆਮ ਉਸੇ ਗੱਲ ਤੋਂ ਜਰਕਦੇ ਨੇ ਉਹ ਨਹੀਂ ਕਰਦੇ। ਤੇ ਵੇਖੋ, ਜਿਹੜਾ ਅੱਜ ਦਾ ਦਿਹਾੜਾ ਹੈ ਨਾ, ਵੀ ਇਹ ਰਸਮੀ ਤੌਰ ਤੇ ਠੀਕ ਹੈ, ਪੰਥਕ ਕਮੇਟੀ ਨੇ ਐਲਾਨ ਕੀਤਾ, ਸਾਨੂੰ ਮੰਨਣਾ ਚਾਹੀਦਾ। ਪਰ ਜਦੋਂ ਮੈਂ ਪਿਛਲੇ ਹਫ਼ਤੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਸੁਣ ਰਿਹਾ ਸੀਗਾ ਆਪਣੇ ਇੱਕ ਸ਼ੋਅ ਤੇ ਉਹ ਕਹਿ ਰਹੇ ਸਨ ਵੀ ਦਰਅਸਲ ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਪਾਇਆ ਤੇ ਉਹਨਾਂ ਤੀਜੇ ਪੰਥ ਦੀ ਨੀਂਹ ਰੱਖ ਦਿੱਤੀ ਸੀ, ਤੇ ਉਦੋਂ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਪੋਲੀਟੀਕਲ ਸਟੇਟਮੈਂਟ ਸੀਗੀ। ਉਸ ਦਿਨ ਤੋਂ ਸਾਡੇ ਰਾਜ ਦੀ ਨੀਂਹ ਰੱਖੀ ਗਈ ਸੀ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਪੰਜਾਬ ਵੱਲ ਭੇਜਦੇ ਨੇ, ਉਹ ਏਜੰਡਾ ਇਹ ਨਹੀਂ ਕਹਿੰਦੇ ਵੀ ਜਾ ਕੇ ਉਸ ਟਾਈਮ ਦੇ ਹਾਕਮਾਂ ਨੂੰ ਤੁਸੀਂ ਉਹ ਆਪਣਾ ਸਜ਼ਾ ਜਾਬਤਾ ਕਰਨਾ। ਗੁਰੂ ਗੋਬਿੰਦ ਸਿੰਘ ਜੀ ਨਾਲ ਏਜੰਡਾ ਖਾਲਸਾ ਰਾਜ ਦਾ ਦਿੱਤਾ ਸੀ, ਜਿਹਨੂੰ ਅੱਜ ਦੀ ਸ਼ਬਦਾਂ 'ਚ ਤੁਸੀਂ ਖਾਲਿਸਤਾਨ ਵੀ ਕਹਿ ਸਕਦੇ। ਪਰ ਅੱਜ ਬਦਕਿਸਮੀ ਹੈ, ਜਦੋਂ ਉਸੇ ਸਰਹੰਦ 'ਚ ਗੁਰੂ ਦੇ ਲਾਲਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਤਾਂ ਉੱਥੇ ਪਾਬੰਦੀਆਂ ਲੱਗ ਜਾਂਦੀਆਂ ਨੇ। ਤੁਸੀਂ ਅੱਜ ਦੀ ਸਟੇਟ ਦੇ ਖਿਲਾਫ ਨਹੀਂ ਬੋਲਣਾ ਕਿ ਸਿਆਸਤ ਹੈਗੀ ਹੈ। ਮਹਾਰਾਜ ਭਲੀ ਕਰੇ ਜੀ, ਮਿਹਰਬਾਨੀ। ਧੰਨਵਾਦ ਜੀ। ਹੁਣ ਪਤਾ ਨਹੀਂ, ਇਹ ਆਪਣਾ ਮਨ ਹੈ ਜੀ, ਜਿਹੜਾ ਆਪਣੀ ਆਪਣੀ ਡਗਰ ਹੈ ਹਰ ਇੱਕ ਇਨਸਾਨ ਦੀ, ਆਪਣਾ ਆਪਣਾ ਉਹਦਾ ਤਿਉ ਹੈ। ਜਿਵੇਂ ਉਹ ਤੁਰਨਾ ਚਾਹੁੰਦੇ ਆ ਉਸ ਤਰ੍ਹਾਂ ਹੀ ਉਹ ਤੁਰਨਾ ਚਾਹੁੰਦੇ। ਪਰ ਜੇ ਹੁਣ ਤੁਸੀਂ ਕਿਸੇ ਪਿੰਡ ਦੇ ਬਾਹਰ ਖੜੇ ਪਿੰਡ ਦਿਆਂ ਨੂੰ ਗਾਲਾਂ ਕੱਢਦੇ ਆ ਨਾ ਵੀ ਇੱਥੇ ਪਿੰਡ ਦੇ ਲੋਕ ਮਾੜੇ ਆ, ਪਿੰਡ ਦੇ ਲੋਕ ਮਾੜੇ ਆ, ਜਦ ਤੱਕ ਅੰਦਰ ਵੜਦੇ ਨਹੀਂ ਤੁਹਾਨੂੰ ਨਹੀਂ ਪਤਾ ਲੱਗਦਾ। ਪੜ੍ਹੋ ਤਾਂ ਸਹੀ, ਕੁਛ ਕਿਤਾਬਾਂ ਪੜ੍ਹੋ ਤਾਂ ਸਹੀ, ਪਤਾ ਤਾਂ ਲੱਗੇ ਕਿ ਅਸਲ ਕਹਾਣੀ ਹੈ ਕੀ ਸੀ। ਸੁਣੀਆਂ ਹੁਣ ਤਾਂ ਸੁਣ ਵੀ ਸਕਦੇ ਹੋ, ਲੈਕਚਰ ਸੁਣੋ ਤਾਂ ਸਹੀ, ਲਿਖੋ ਤਾਂ ਸਹੀ। ਸਾਕਾ ਤੀਸਰਾ ਘੱਲੂਘਾਰੇ ਦੇ ਕਾਰਨ ਕੀ, ਜੂਨ 84 ਦੇ ਕਾਰਨ ਸੁਣੋ ਤਾਂ ਸਹੀ, ਫਿਰ ਪਤਾ ਲੱਗਣਾ। ਹਾਂ, ਉਹ ਇੱਕ ਸਮਾਂ, ਇੱਕ ਜਿਹੜੀ ਕੋਈ ਇੱਕ ਥਾਟ ਹੈ ਉਸਨੂੰ ਤੁਸੀਂ ਨਹੀਂ ਕਰ ਸਕਦੇ, ਚੇਂਜ ਨਹੀਂ ਕਰ ਸਕਦੇ, ਤੇ ਲੋੜ ਵੀ ਨਹੀਂ ਚੇਂਜ ਕਰਨ। ਆਪਣੀ ਆਪਣੀ ਵਿਚਾਰਧਾਰਾ, ਪਰ ਇੱਕ ਦੂਜੇ ਨੂੰ ਉਂਗਲ ਵੀ ਨਾ ਫਿਰ ਕਰੋ। ਹਰ ਇੱਕ ਨੂੰ ਜਿੱਥੇ ਚੀਜ਼ ਜਿਹੜੀ ਵਧੀਆ ਲੱਗਦੀ ਆ ਉਹ ਕਰੇ। ਇਸ ਖੁੱਲੇ ਸੰਸਾਰ ਦੇ ਵਿੱਚ ਤੁਸੀਂ ਜਦ ਗੱਲ ਕਰਦੇ ਹੋ, ਕੋਈ ਵੀ ਕਰ ਸਕਦੇ ਹੋ ਆਪਣੀ, ਵੀ ਕਿਸੇ ਨੂੰ ਕਿਸੇ ਦੀ ਮਾਣ ਮਰਿਆਦਾ ਕਿਸੇ ਸਤਿਕਾਰ ਦੇ ਵਿੱਚ ਖਲਲ ਨਾ ਪਵੇ। ਬਾਕੀ ਕਿਸੇ ਨੂੰ ਉਹ ਸ਼ਹੀਦ ਨੇ, ਕਈ ਹੁਣ ਅੱਤਵਾਦੀ ਵੀ ਕਹਿੰਦੇ ਨੇ ਉਹਨਾਂ ਨੂੰ, ਉਹ ਆਪਣੀ ਆਪਣੀ ਮਰਜ਼ੀ ਆ ਲੋਕਾਂ। ਪਰ ਕਾਰਨ ਜਿਵੇਂ ਅਸੀਂ ਆਹ ਨਜ਼ਾਰੇ ਮਾਣਦੇ ਹਾਂ, ਪੰਜਾਬ ਦੇ ਵਿੱਚ ਮਾਣਦੇ ਆਏ ਆ, ਇੱਥੇ ਮਾਣਦੇ ਆ, ਕਦੇ ਨਾਲ ਦਿਆਂ ਵੱਲ ਯਾਦ ਕਰਕੇ ਸੋਚਿਓ ਵੀ ਯਾਰ ਉਹ ਵੀ ਰਹਿ ਹੀ ਸਕਦੇ ਸੀ, ਉਹਨਾਂ ਨੂੰ ਕੀ ਤੰਗੀ ਸੀ। ਸਾਹ ਇੰਦਰਜੀਤ ਸਿੰਘ, ਲਾਈਨ ਨੰਬਰ 2। ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਬਾਈ ਜੀ। ਗਿੱਲ ਸਾਹਿਬ, ਗੱਲ ਇਹ 29 ਅਪ੍ਰੈਲ 1986 ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਤਾਂ ਉਹਦੇ ਪਿੱਛੋਂ ਜਿਹੜੀਆਂ ਤੁਸੀਂ ਉਹਨੂੰ ਕਵਰ ਉਹਦੀ ਪਿੱਠ ਭੂਮੀ ਦੇ ਪਿੱਛੇ ਬੋਲੇ ਹਨ ਜੀ, ਕਮਾਲ ਕਰਦੀ ਗੱਲ ਸਾਹਿਬ। ਕੁਝ ਸਮੁੰਦਰ ਬੰਦ ਕੀਤਾ ਵਧੀਆ। ਦੂਸਰੀ ਗੱਲ ਇਹ ਆ ਵੀ ਜਿੱਦਾਂ ਤੁਸੀਂ ਕਹਿ ਚੁੱਕੇ ਆ, ਇਹ ਗੁਰਦਿਆਂ ਜਾਣ ਚਾਹੀਦੀ ਜੀ। ਇਹਨੇ ਗੱਲ ਕਰਨੀ ਤੇ ਬਹੁਤ ਮੀਡੀਆ ਬਹੁਤ ਭੁੱਸਦਾ, ਕੋਈ ਡਰਾਮੇਬਾਜ਼ੀ ਕਰ ਰਿਹਾ, ਕੋਈ ਡਾਂਸ ਲਈ ਕਰ ਰਿਹਾ। ਜਿਹੜੀ ਇਸ ਗੱਲ ਨੂੰ ਤੁਸੀਂ ਯਾਦ ਰੱਖਿਆ। ਥੈਂਕ ਯੂ ਸੋ ਮਚ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਬਹੁਤ। ਸਾਹ ਅਮਰਜੀਤ ਸਿੰਘ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਸਰ ਇਹ ਗੱਲ, ਆਪਣੇ ਪੁਲਿਸ ਵਾਲੇ ਦਾ ਹੱਥ ਵੱਢਿਆ ਇੰਡੀਆ, ਉਹਦੀ ਜੈ ਜੈਕਾਰ ਹੋਣ ਲੱਗੀ। ਉਹ ਕੀ ਉਹਨੇ ਖੂਬੀ ਦੀ ਗੱਲ ਕੀਤੀ ਆ?
ਨਿਹੰਗ ਸਿੰਘ ਨੇ ਹੱਥ ਗਾਜਰ ਵਾਂਗੂ ਕੱਢ ਕੇ ਉਹ ਮਾਰਿਆ ਉਹਦਾ। ਲੋਕ ਹੁਣ ਉਹਨੂੰ ਐਵੇਂ ਭੀ ਬਣਾਇਆ ਵੀ ਉਹਨੇ ਪੰਜਾਬ ਦਾ ਸ਼ੇਰ ਵਾ। ਸ਼ੇਰ ਕਾਹਦਾ ਹੋਇਆ ਜੀ ਉਹ? ਇਹੀ ਗੱਲ ਕਹਿਣੀ ਸੀ ਜੀ। ਧੰਨਵਾਦ ਜੀ, ਧੰਨਵਾਦ। ਮੰਗਲ ਸਿੰਘ ਜੀ, ਲਾਈਨ ਨੰਬਰ 4। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਨੂੰ 12 ਸਾਲ ਹੋ ਗਏ ਇਹਨੂੰ ਜੀ। ਕਾਲ ਮੈਂ ਪਹਿਲੀ ਵਾਰ ਕੀਤੀ ਆ ਤੁਹਾਨੂੰ, ਤੇ ਪ੍ਰੋਗਰਾਮ ਰੋਜ਼ ਸੁਣਦਾ ਤੁਹਾਡਾ। ਧੰਨਵਾਦ ਜੀ। ਤੇ ਮੈਂ ਤੁਹਾਨੂੰ ਦੱਸਣਾ ਜੀ, ਕੱਲ ਨੂੰ ਮੈਂ ਕਿਹਾ ਆਪਣਾ ਬਾਬਾ ਹਰੀ ਸਿੰਘ ਨਲੂਏ ਦਾ ਵੀ ਸ਼ਹੀਦੀ ਦਿਹਾੜਾ ਹੈ। ਬਿਲਕੁਲ ਠੀਕ ਹੈ ਜੀ, ਉਹਨਾਂ ਦੀ ਵੀ ਗੱਲ ਕਰਾਂਗੇ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਜੀ। ਸਰ ਜੀ ਧੰਨਵਾਦ ਤੁਹਾਡਾ। ਸਰ ਜਸਵਿੰਦਰ, ਲਾਈਨ ਨੰਬਰ। ਹਾਂਜੀ ਭਾਈ ਹਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। 29 ਅਪ੍ਰੈਲ 1986 ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਥੇਦਾਰ ਗੁਰਦੇਵ ਸਿੰਘ ਜੀ ਕੌਂਕਿਆ, ਬਹੁਤ ਹੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਉਸ ਟਾਈਮ ਤੇ ਇਹ ਐਲਾਨ ਕੀਤਾ। ਬਹੁਤ ਵੱਡੀਆਂ ਜੋ ਕੌਮ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਣ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਸੀ, ਪਹਿਲਾਂ ਨਹੀਂ ਸੀ ਜੀ। ਉਸ ਤੋਂ ਉਪਰੰਤ ਜੋ ਅੱਜ ਦਾ ਦਿਨ ਹੈ, ਜਿਹੜੇ ਕੰਮ ਕੀਤੇ ਗਏ ਗੌਰਮੈਂਟਾਂ ਵੱਲੋਂ ਬਹੁਤ ਵੱਡੇ ਪੱਧਰ ਤੇ, ਕੱਲ ਇੱਕ ਆਪ ਜੀ ਨੇ ਇੱਕ ਛੁਇਆ ਸੀ ਉਹਨੂੰ ਵੀ, ਕਿ ਉਸ ਤੋਂ ਉਪਰੰਤ ਬਾਅਦ ਚ ਕੀ ਹੋਇਆ। ਲੋੜ ਤਾਂ ਸੀ ਉਸ ਵਕਤ ਅੱਗੇ ਮਿਸ਼ਨ ਚਲਾਉਣ ਦੀ, ਪਰ ਮਿਸ਼ਨ ਕੀ ਚੱਲੇ। ਕੱਲ ਜਿਹੜੀ ਤੁਹਾਨੂੰ ਮੈਂ ਥੋੜੀ ਜਿਹੀ ਗੱਲ ਵਿੱਚ ਉਹ ਸ਼ੇਅਰ ਕਰਦਾ ਕਿ ਜਿੱਥੇ ਪਹਿਲਾਂ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਗਿਆਨੀ ਸਬਜੈਕਟ, ਜਿੱਥੋਂ ਸੁੱਖੇ ਜਿੰਦੇ ਹੁਣੇ ਵੀ ਨਿਕਲੇ, ਹੋਰ ਵੀ ਵੱਡੇ ਵੱਡੇ ਸੂਰਮੇ ਨਿਕਲੇ ਉਹ ਪੜ੍ਹ ਕੇ ਪ੍ਰੋਫੈਸਰ ਆਪਣੇ ਸਾਹਿਬਾ ਬਣੇ ਆਪਣੀ। ਪਰ ਉੱਥੇ ਕਾਰਨ ਕੀ ਸੀ, ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਕਿੱਸਾ ਕਾਬ ਹੀਰ ਰਾਂਝਾ, ਜਿੱਥੇ ਪੜ੍ਹਾਇਆ ਜਾਂਦਾ ਸੀ ਪਹਿਲਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਗਿਆਨੀ ਸਬਜੈਕਟ। 1995 ਦੇ ਵਿੱਚ ਸਬਜੈਕਟ ਚੱਕਿਆ ਗਿਆ ਉੱਥੋਂ। ਇਹ ਇਕੱਲੇ ਹੀ ਇਹ ਸਿੰਗਰ ਹੀ ਨਹੀਂ, ਸਿੰਗਰਾਂ ਨੂੰ ਤਾਂ ਉੱਥੇ ਉਹਨਾਂ ਨੂੰ ਇਹ ਬਣਾਇਆ ਗਿਆ ਕਿ ਤੁਸੀਂ ਇਹਦਾ ਪ੍ਰਚਾਰ ਕਰਨਾ ਆ। ਲਾਗੂ ਕਰਾਇਆ ਗਿਆ ਉੱਥੇ ਕਿੱਸਾ ਕਾਬ ਸਕੂਲਾਂ ਕਾਲਜਾਂ ਵਿੱਚ ਸ਼ੁਰੂ ਹੈ, ਤੇ ਬੱਚਿਆਂ ਨੂੰ ਛੋਟਿਆਂ ਤੋਂ ਹੀ ਸਿਖਾਉਣਾ ਸ਼ੁਰੂ ਕਰ ਦਿੱਤਾ ਗਿਆ। ਤੇ ਇਹ ਚੀਜ਼ਾਂ ਸੀ ਸਾਰੀਆਂ ਜੋ ਕਿ ਤੁਰਨਾ ਅੱਗੇ ਨੂੰ ਸੀਗਾ। ਇਹ ਵੱਡੇ ਪੱਧਰ ਤੇ ਜਿੱਦਾਂ ਮੇਰੇ ਕੋਲ, ਮੈਂ ਦੁਬਈ ਚ ਰਿਹਾ ਤੇ ਉਹਦੇ ਵਿੱਚ ਉੱਥੇ ਮੈਨੂੰ ਬੰਦਾ ਮਿਲਿਆ ਜਿਹੜਾ 3000 ਬੰਦਾ KPS ਨੇ ਗੱਲ ਨੇ ਭਰਤੀ ਕੀਤਾ ਸੀ ਨਾ, ਉਹਦੇ ਵਿੱਚ ਉਹ ਭਰਤੀ ਸੀ। ਕਹਿੰਦਾ ਸੀ ਭਰਤੀ ਸੀ ਉਸ ਵਿੱਚ। ਉਹਦੇ ਵਿੱਚੋਂ ਹੀ ਨਾਲ ਹੀ ਜਿਹੜੇ ਅਜੀਤ ਸਿੰਘ ਪੂਲੇ ਵਰਗਿਆਂ ਨੂੰ DSP ਦੇ ਅਹੁਦੇ ਮਿਲੇ ਹੋਏ ਸੀ, ਤੇ ਨਾਲ ਇਹਨਾਂ ਨੂੰ ਵੀ ਅਹੁਦੇ ਮਿਲੇ, ਸਿੰਗਰਾਂ ਨੂੰ ਵੀ। ਉਹਨਾਂ ਨੇ ਨਾਮ ਬਕਾਇਦਾ ਦੱਸਿਆ। ਮੈਂ ਭਾਈ ਸਾਹਿਬ ਅਜਮੇਰ ਸਿੰਘ ਦੀਆਂ ਬੁੱਕਾਂ ਪੜ੍ਹੀਆਂ, ਸੁਣਿਆ ਸਾਰਾ ਕੁਛ ਉਹਨਾਂ ਨੂੰ, ਕਿ ਕਿਵੇਂ ਘੁੱਗੀ ਨੇ ਵੀ ਆ ਕੇ ਕਹਿ ਦਿੱਤਾ ਕਿ ਸਰ ਮੈਂ ਜੈਸੇ ਹੌਲਦਾਰ ਸੀ, ਬਕਾਇਦਾ ਸਟੇਜ ਤੇ ਕਿਹਾ ਉਹਨਾਂ ਨੇ। ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸੀ ਸਾਨੂੰ ਦੇਖਣ ਦੀ ਲੋੜ ਸੀ। ਅਸੀਂ ਤੁਰੇ ਕਿੱਧਰਲੇ ਪਾਸੇ ਨੂੰ ਆ, ਚੱਲੇ ਕਿਹੜੇ ਪਾਸੇ ਨੂੰ ਆ। ਅਸੀਂ ਤਾਂ ਸਪੋਰਟ ਕੀਤੀ। ਹੁਣ ਅੱਜ ਦੀ ਨੌਜਵਾਨੀ ਦੇ ਨਾਲ ਗੱਲ ਕਰੀਏ ਤਾਂ ਉਹ ਸਿੰਗਰਾਂ ਨੂੰ ਸਪੋਰਟ ਜ਼ਿਆਦਾ ਕਰਦੀ ਆ, ਤੇ ਸਾਡੇ ਜਿਹੜੇ ਚੜ੍ਹਦੀ ਕਲਾ ਵਾਲੇ ਜੋ ਕੰਮ ਕਰਦਾ ਉਹਨੂੰ ਸਪੋਰਟ ਘੱਟ ਕਰਦੇ ਆ। ਸੋ ਇਸ ਕਰਕੇ ਜੇ ਤਾਂ ਇਹਨਾਂ ਸਿੰਗਰਾਂ ਨੇ, ਅਸੀਂ ਇਹ ਸਾਡੇ ਨੌਜਵਾਨਾਂ ਨੇ ਸਿੰਗਰਾਂ ਨੇ ਉਹਨਾਂ ਪਿੱਛੇ ਲੱਗਣਾ, ਅੱਜ ਉਹਨਾਂ ਨੂੰ ਫਿਰ ਅੱਗੇ ਨਾਲ ਕਿਉਂ ਨਹੀਂ ਖੜੇ ਇਹਨਾਂ ਦੇ ਨੌਜਵਾਨਾਂ ਨੂੰ ਅੱਗੇ ਤੋਰਨ ਵਾਸਤੇ। ਇਹ ਚੀਜ਼ਾਂ ਸਾਨੂੰ ਲੋੜ ਦੇਖਣ ਦੀ ਲੋੜ ਆ ਜੀ। ਧੰਨਵਾਦ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਧੰਨਵਾਦ। ਇੱਕ ਹੋਰ ਬੇਨਤੀ ਹੈ ਕਿ ਹੁਣ ਦੇ ਜਿਹੜੇ ਪ੍ਰਚਾਰ ਤੋਂ ਅਸੀਂ ਬੜੇ ਪਿੱਛੇ 5-4 ਸਾਲਾਂ ਤੋਂ ਨਾ ਬੜਾ ਸਾਡੇ ਮਨ ਦੇ ਵਿੱਚ ਇਹ ਹੋ ਗਿਆ ਵੀ ਹੁਣ ਦੇ ਪ੍ਰਚਾਰਕ ਇਹ ਸਹੀ ਪ੍ਰਚਾਰਕ ਹੈ। ਇਹਨਾਂ ਦੀ ਗੱਲ ਦੇਖੋ ਜੀ, ਤਰਕ ਤੇ ਗੱਲ ਕਰਦੇ ਨੇ। ਤਰਕ ਤੇ ਧਰਮ ਨਾਲ ਕੋਈ ਕਹਾਣੀ ਨਹੀਂ। ਅੰਨੀ ਸ਼ਰਧਾ ਵੀ ਮਾੜੀ ਹੈ ਤੇ ਤਰਕ ਵੀ ਮਾੜਾ। ਜਿਹੜੀਆਂ ਬਵਾਨੀਆਂ ਕਹਾਣੀਆਂ ਦੀਆਂ ਸਾਡੀਆਂ ਸੱਚ ਸਾਖੀਆਂ ਨੇ, ਉਹ ਸਾਡੀ ਜ਼ਿੰਦਗੀ ਦਾ ਆਧਾਰ ਨੇ। ਉਹਨਾਂ ਨੂੰ ਮਨਫੀ ਨਾ ਕਰ ਲਿਓ ਕਿਸੇ ਦੇ ਕਹੇ ਤੇ। ਇਹ ਗੱਲ ਸਮਝਿਓ, ਜਦ ਗੁਰੂ ਦੇ ਵਿੱਚੋਂ ਤੁਸੀਂ ਗੁਰੂ ਨੂੰ ਇੱਕ ਇਨਸਾਨ ਦੇ ਰੂਪ ਦੇ ਵਿੱਚ, ਉਹਦੀ ਫਿਲਾਸਫਰ ਸੀ, ਉਹ ਇੱਕ ਵਧੀਆ ਯੋਧੇ ਸਨ, ਉਹ ਇੱਕ ਜਰਨੈਲ ਸਨ, ਉਹਨਾਂ ਦੀ ਰੂਹਾਨੀਅਤ ਇਹਲਾਮ ਜਿਹੜਾ ਉਹਨਾਂ ਦੇ ਵਿੱਚ ਆਇਆ, ਤੇ ਉਹਨੂੰ ਪਰਾਂ ਕਰਕੇ ਇੱਕ ਸਮਾਜ ਸੁਧਾਰਕ ਸੀ, ਇੱਕ ਤਰਕਸ਼ੀਲ ਸਨ ਗੁਰੂ ਨਾਨਕ ਦੇਵ ਜੀ। ਜਦ ਇਹ ਗੱਲਾਂ ਤੇ ਆ ਜਾਓਗੇ ਤਾਂ ਤੁਸੀਂ ਉਹਨਾਂ ਨੂੰ ਇੱਕ ਇਨਸਾਨ ਦੇ ਰੂਪ ਦੇ ਵਿੱਚ ਖੜਾ ਕਰੋਗੇ ਨਾਲ। ਇਹ ਚੀਜ਼ ਦਾ ਖਾਸ ਖਿਆਲ ਰੱਖਣਾ ਹੈ। ਤੁਹਾਨੂੰ ਕਈ ਵਾਰ ਘੋਲ ਕੇ ਪਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਪੰਜਾਬੀ ਜ਼ੁਬਾਨ ਦੀ ਗੱਲ ਹੈ, ਜਦ ਇਸ ਦੀ ਗੱਲ ਹੁੰਦੀ ਹੈ, ਇਸ ਦੇ ਮੋਰਚੇ ਦੀ ਗੱਲ ਹੁੰਦੀ ਹੈ, ਜਿਨ੍ਹਾਂ ਨੇ ਇਹਦੇ ਲਈ ਸ਼ਹੀਦੀਆਂ ਦਿੱਤੀਆਂ, ਜਦ ਉਹਨੂੰ ਮਨਫੀ ਕਰਕੇ ਕਹਿੰਦੇ ਤਾਂ ਬਹੁਤ ਸਾਰਿਆਂ ਦੀ ਜ਼ੁਬਾਨ ਹੈ ਜੀ, ਇਹ ਸਾਰੇ ਹੀ ਇਹ 'ਚ ਕੰਮ ਕਰਦੇ ਸੀ। ਉਹ ਕੱਲ ਵੀ ਅਜਮੇਰ ਸਿੰਘ ਨੇ ਕਿਹਾ ਫਿਰ ਦੱਸੋ ਤਾਂ ਸਹੀ ਕਿਹਨੇ ਕੀ ਕੀਤਾ, ਲਿਖਾਈ ਕੀ ਨੇ ਪੰਜਾਬੀ ਦੀ ਜਗ੍ਹਾ ਹਿੰਦੀ, ਇਹ ਵੀ ਦੱਸੋ ਨਾਲ। ਇਹ ਸਭ ਗੋਲੀਆਂ ਨੇ ਗੁੜ ਦੀਆਂ, ਜਿਹਦੇ ਵਿੱਚ ਕਨੀਨ ਪਾਈ ਹੁੰਦੀ ਹੈ ਤੇ ਤੁਹਾਡੇ ਹਲਕੇ 'ਚ ਪਾ ਦਿੰਦੇ ਆ। ਇਹ ਥੋੜਾ ਜਿਹਾ ਸਮਝਣ ਦੀ ਤੇ
ਸਵਾਲ ਕਰਨ ਦਾ ਜਿਗਰਾ ਕਰਕੇ ਜਦ ਕੋਈ ਇਸ ਤਰ੍ਹਾਂ ਦੀ ਕੋਈ ਗੱਲਾਂ ਕਰਨ, ਉਹਨੂੰ ਸਮਝਾਓ ਸਹੀ ਕਿ ਗੁਰੂ ਦੀ ਜੇ ਰੂਹਾਨੀਅਤ ਤੋਂ ਤੁਸੀਂ ਪਰਾਂ ਕਰਦੇ ਹੋ ਸਾਨੂੰ, ਤੇ ਫੇਰ ਨਹੀਂ ਹੈ। ਜੇ ਜਰਨੈਲ ਸੀ, ਜਰਨੈਲਾਂ ਦੇ ਪੁੱਤ ਨਹੀਂ ਸ਼ਹੀਦ ਹੁੰਦੇ। ਜਿਹੜੇ ਜਰਨੈਲ ਨੇ ਉਹ ਕਿਲਿਆਂ ਨੂੰ ਛੱਡ ਕੇ ਬਾਹਰ ਨੂੰ ਨਹੀਂ ਤੁਰਦੇ। ਜਰਨੈਲ ਜਿਹੜੇ ਟੱਬਰ ਬਾਰ ਕੇ ਟਿੰਡ ਦੇ ਸਰਾਣੇ ਲਾ ਕੇ ਜਾਰੜਿਆਂ ਦਾ 70 ਨਹੀਂ ਕਹਿੰਦੇ। ਗੁਰੂ ਨੂੰ ਉਹਦੀ ਰੂਹਾਨੀਅਤ ਤੋਂ, ਉਸ ਦੀ ਇੱਕ ਅਕਾਲ ਪੁਰਖ ਦੇ ਪੁੱਤ ਤੋਂ ਪਰਾਂ ਕਰਕੇ ਜਦ ਉਸ ਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਆਪਣੇ ਬਹਾਨ ਦਾ ਕਰਕੇ ਵੇਚੋਗੇ, ਫੇਰ ਉਹ ਗੱਲ ਨਹੀਂ ਹੈ। ਬਾਕੀ ਚਿਹਰਾ ਮੋਹਰਾ ਜੇ ਤੁਸੀਂ ਕਹੋ ਵੀ ਇਹ ਦਸਤਾਰ ਤੇ ਦਾੜੀ ਇਹ ਇੱਕ ਸਿੱਖੀ ਦਾ ਸੂਚਕ ਹੈ, ਤੇ ਇਸ ਬੰਦੇ ਤੋਂ ਤੁਸੀਂ ਸਿੱਖੀ ਦੀ ਗੱਲ ਸੁਣ ਲਓਗੇ, ਗੱਲ ਛੱਡ ਦਿਓ ਤੁਸੀਂ, ਇਹ ਵੀ ਭੁੱਲ ਜਾਓ। ਇਹ ਨਹੀਂ ਗੱਲ ਹੈ। ਉਹ ਠੀਕ ਹੈ, ਸਾਨੂੰ ਸਰੂਪ ਕਿਹਾ, ਪਰ ਉਹ ਇਹਦੇ ਵਿੱਚੋਂ ਕੀ ਨਿਕਲਦਾ, ਉਹਨੇ ਗੱਲ ਕੀ ਕਰਨੀ ਹੈ, ਇਹ ਨਹੀਂ। ਬਹੁਤ ਬੰਦੇ ਨੇ ਉਹ ਕਹਿੰਦੇ ਅਸੀਂ ਪੱਗਾਂ ਬੰਨੀਆਂ ਹੋਏ ਨੇ, ਅਸੀਂ ਗੁਰਦੁਆਰੇ ਮੱਥਾ ਨਹੀਂ ਟੇਕਦੇ, ਅਸੀਂ ਕਾਮਰੇਡ ਹਾਂ, ਸਾਡਾ ਮਤਲਬ ਨਹੀਂ, ਦਾੜੀ ਰੱਖੀ ਹੋਈ ਆ। ਉਹ ਕਹਿੰਦਾ ਨਾ, ਸਾਡੀ ਪੀੜ੍ਹੀ ਚੋਂ ਨਹੀਂ ਅਸੀਂ ਮੰਨਦੇ ਬਿਲਕੁਲ। ਇਹ ਇਸ ਨੂੰ ਖਾਸ ਤੌਰ ਤੇ ਕੋਈ ਇਹ ਰੁਤਬਾ ਨਹੀਂ ਹੈ। ਜੇ ਮੈਂ ਕਹਾਂ ਵੀ ਗੁਰਜੀਤ ਸਿੰਘ ਕਾਕਾ ਤੇ ਗੁਰਮੀਤ ਸਿੰਘ ਮੀਤਾ ਤੇ ਕਾਦੀਆਂ ਤੇ ਨਵਨੀਤ ਸਿੰਘ ਤੇ ਭੁੱਲਰ ਸਾਡੇ ਨਾਲ ਪੜ੍ਹੇ ਨੇ, ਇਹ ਕੋਈ ਮੇਰਾ ਮਾਣ ਨਹੀਂ ਹੈ। ਉਸ ਕਾਲਜ ਦੇ ਵਿੱਚ 1000 ਬੰਦਾ ਪੜ੍ਹਿਆ, ਵਿੱਚੇ ਮੈਂ ਪੜ੍ਹਿਆ। ਇਸ ਤਰ੍ਹਾਂ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਜੇ ਕੋਈ ਦਲਜੀਤ ਸਿੰਘ ਬਿੱਟੂ ਤੇ ਭਾਈ ਪ੍ਰੀਤਮ ਸਿੰਘ ਸੇਖੋਂ ਹੋਰਾਂ ਦੀ ਗੱਲ, ਕੁੱਕੀ ਤੇ ਸੁੱਖੀ ਹੋਰਾਂ ਦੀ ਗੱਲ ਕਰੇ, ਤੇ ਦਰਸ਼ਪ੍ਰੀਤ ਰੂਮੀ ਤੇ ਦਿਓਲ ਹੋਰਾਂ ਦੀ ਗੱਲ ਕਰੇ, ਇਹ ਨਹੀਂ ਗੱਲ, ਇਹ ਸਭ ਕੱਚੀ ਗੱਲ। ਨਾਲ ਪੜ੍ਹਨਾ ਨਹੀਂ ਕੋਈ। ਅਸੀਂ ਕਰਦੇ ਕੀ ਹੈ, ਗੱਲ ਇਹ ਕਰਨੀ ਚਾਹੀਦੀ। ਸਾਡਾ ਅਖਲਾਕ ਕੀ ਹੈ, ਸਾਡੀ ਖਸਰਤ ਕੀ ਹੈ, ਸਾਡੀ ਔਕਾਤ ਕੀ ਹੈ, ਇੱਥੇ ਆ ਕੇ ਗੱਲ ਨਿਬੜਨੀ ਹੈ। ਨਾਲ ਪੜ੍ਹਨ ਪੁੜਨ ਵਾਲੀ ਕਿਹੜੀ ਗੱਲ ਹੈ? ਉਹਨਾਂ ਨੇ ਸਾਰਾ ਕੁਛ ਵਾਰਤਾ, ਮੈਂ ਚੁੰਡੀ ਨਹੀਂ ਵਢਾਈ, ਮੇਰਾ ਉਹਨਾਂ ਨਾਲ ਕੀ ਮਾਣ ਹੈ? ਹਾਂ, ਜਾਂ ਉਹਨਾਂ ਦੀ ਫਿਰ ਤੁਰਗਿਆਂ ਦੀ ਜੇ ਜ਼ਿਆਦਾ ਅਕਲ ਨਹੀਂ ਸੀ ਤੇ ਹੁਣ ਅਕਲ ਉਹਨਾਂ ਦੀ, ਗੱਲ ਫਿਰ ਕਰੋ, ਫਿਰ ਤਾਂ ਹੈ ਸਵਾਦ। ਉਹ ਨਾਲ ਪੜ੍ਹਨ ਦਾ ਮੇਰਾ ਕੀ ਮਾਣ ਆ ਵੀ ਮੇਰੇ ਨਾਲ ਪੜ੍ਹੇ ਨੇ ਉਹ? ਇਹਦੀ ਇਹ ਕਹਾਣੀ ਨਹੀਂ ਹੈ। ਸੋ ਇਸ ਨੂੰ, ਸਿੱਖ ਸੰਘਰਸ਼ ਨੂੰ ਜਾਂ ਇਸ ਦੇ ਅੱਜ ਦੇ ਦਿਨ ਨੂੰ ਮੰਨ ਲੈਣਾ ਨਿਰਾ ਇਹ ਨਹੀਂ ਗੱਲ, ਜਦ ਤੱਕ ਤੁਹਾਨੂੰ ਪਤਾ ਨਾ ਹੋਵੇ ਵੀ ਕੀ ਕਹਾਣੀ ਕੀ ਹੈ, ਕਿਵੇਂ ਹੋਈ, ਕਿਵੇਂ ਘਰਾਂ ਦੇ ਵਿੱਚੋਂ ਬਲੀ ਪੁੱਤ ਤੁਰੇ, ਉਹਨਾਂ ਦਾ ਕਾਰਨ ਕੀ ਹੋਇਆ, ਕਿਵੇਂ 20-20, 25-25 ਕਿਲੋਮੀਟਰ ਰਾਤਾਂ ਨੂੰ ਤੁਰਦੇ ਫਿਰਦੇ ਰਹੇ, ਕਰੋੜਾਂ ਰੁਪਈਆ ਉਹਨਾਂ ਦੇ ਕੋਲ ਸੀ, ਕਿਉਂ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਸਿੱਧੀ ਕੀਤੀ, ਕਿਉਂ ਨਾ ਬਾਹਰ ਨੂੰ ਭੱਜੇ, ਕੋਈ ਕਿਤੋਂ ਨਾ ਭੱਜੇ, ਬਾਹਰੋਂ ਆ ਕੇ ਮੁੜ ਕੇ ਕਈ ਆ ਕੇ ਉਹ ਕਹਿੰਦੇ ਨਾ ਅਸੀਂ ਨਹੀਂ ਰਹਿਣਾ। ਤੋ ਹੁਣ ਜਦ ਜਿਹੜੇ ਬਾਗਾਂ ਦੇ ਗਾਲੜ ਪਟਵਾਰੀ ਹੁੰਦੇ ਨੇ, ਜਿਹੜੇ ਗਾਲੜਾਂ ਦੀ ਹੁਣ ਚਰ ਸੁਣਨੀ ਤੁਹਾਨੂੰ ਪੈਣੀ ਹੈ। ਤੋ ਇਹ ਸਮਾਂ, ਪਰ ਸਾਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਤੁਰ ਗਏ ਉਹ ਤੁਰ ਗਏ, ਉਹਨਾਂ ਦਾ ਅਸੀਂ ਮੁੱਲ ਨਹੀਂ ਵੱਟ ਸਕਦੇ ਕਿ ਅਸੀਂ ਉਹਨਾਂ ਦੇ ਨਾਲ ਰਹਿਣ ਵਾਲੇ ਤਾਂ ਲੱਭੇ ਨਹੀਂ ਹੈ। ਇਹ ਬਿਲਕੁਲ ਗਲਤ ਗੱਲ ਕਹਿਣੀ ਹੋਊਗੀ ਕਿ ਸਾਡੇ ਨਾਲ ਰਹੇ, ਅਸੀਂ ਉਹਨਾਂ ਦੇ ਨਾਲ ਰਹੇ। ਇਹ ਨਹੀਂ ਗੱਲ ਹੈ ਕਦੇ। ਸ਼ਾਹ ਮਹਿੰਦਰ ਸਿੰਘ ਜੀ, ਲਾਈਨ ਨੰਬਰ 2। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ, ਪਹਿਲੀ ਗੱਲ ਤਾਂ ਇਹ ਕਿ ਅੱਜ 29 ਅਪ੍ਰੈਲ ਹੈ, ਇੱਕ ਬਹੁਤ ਹੀ ਅਹਿਮ ਦਿਨ ਹੈ। ਤੁਸੀਂ ਇਹ ਸਾਰਾ ਟੌਪਿਕ ਛੇੜਿਆ, ਇੱਕ ਬੜਾ ਇਹੋ ਜਿਹੀ ਗੱਲ ਹੈ ਜਿਹਦੇ ਤੇ ਮੇਰਾ ਖਿਆਲ ਹੈ ਵੀ ਬੋਲਿਆ ਕੋਈ ਗੱਲ ਬਣਨੀ ਨਹੀਂ, ਕਿਉਂਕਿ ਜਦੋਂ ਤੋਂ ਗੁਰੂ ਨਾਨਕ ਨਿਰਮਲ ਪੰਥ ਸ਼ੁਰੂ ਹੋਇਆ, ਵਿਰੋਧ ਉਦੋਂ ਤੋਂ ਸ਼ੁਰੂ ਹੋ ਗਿਆ। ਸਾਡੀ ਦਿੱਖ ਤੇ ਵੀ, ਸਾਡੀ ਸੋਚ ਤੇ ਵੀ, ਹਰ ਥਾਂ ਤੇ ਹਮਲਾ ਹੈ। ਜਿਹੜਾ ਹਮਲਾ ਅੱਜ ਤੋਂ 10, 20, 50 ਜਾਂ 200 ਸਾਲ ਪਹਿਲਾਂ ਹੋਇਆ ਸੀ, ਉਹਨੇ ਰੂਪ ਬਦਲ ਕੇ ਫਿਰ ਉਹੀ ਹਮਲਾ ਸ਼ੁਰੂ ਹੋ ਗਿਆ। ਏਜੰਸੀਆਂ ਉਸ ਵੇਲੇ ਕਿਸੇ ਹੋਰ ਢੰਗ ਨਾਲ ਕੰਮ ਕਰ ਰਹੀਆਂ ਸੀ। 1809 ਤੋਂ ਬਾਅਦ ਡੋਗਰੇ ਮਿਸਰ ਕੰਮ ਕਰ ਰਹੇ ਸੀ। 1845 ਚ ਮਜੀਠੀਏ ਨਾਲ ਰਲ ਗਏ, ਤੇ ਉਸ ਤੋਂ ਬਾਅਦ 47 ਦੇ ਵਿੱਚ ਸਾਰਾ ਕੁਝ ਮੁੱਕਰਨ ਤੋਂ ਬਾਅਦ ਜਦੋਂ ਫੇਰ ਹੱਕ ਮੰਗ ਲਏ, ਇੰਦਰਾ ਉਸ ਰੂਪ ਵਿੱਚ ਉੱਠ ਕੇ ਖੜੀ ਹੋ ਗਈ। ਜਦੋਂ ਉਦੋਂ ਹੱਕ ਮੰਗੇ ਤੇ ਉਹ ਏਜੰਸੀਆਂ ਸਾਰੀਆਂ ਦੀਆਂ ਸਾਰੀਆਂ ਨੇ ਕੰਮ ਕੀਤਾ। ਉਹੀ ਏਜੰਸੀਆਂ ਅੱਜ ਸੱਭਿਆਚਾਰ ਵੀ ਬਦਲ ਰਹੀਆਂ, ਉਹਦੇ ਅਰਥ ਬਦਲ ਰਹੀਆਂ, ਉਹਦੇ ਸਾਡੀ ਸਿੱਖੀ ਸਰੂਪ ਦੇ ਵੀ ਸਵਾਲ ਉੱਠ ਰਹੇ ਆ, ਤੇ ਜਿਹੜੇ ਪ੍ਰਚਾਰਕ ਹੈ ਉਹ ਵੀ ਉਹਨਾਂ ਦੀ ਪੈਦਾਇਸ਼ ਹੈ। ਉੱਥੇ ਬਕਾਇਦਾ ਉਹਨਾਂ ਦਾ ਇੱਕ ਏਜੰਡਾ ਹੈ, ਇਤਿਹਾਸ ਬਦਲਣ ਦਾ ਏਜੰਡਾ। ਇਹਨੂੰ ਕੋਈ ਵਿਰਲਾ ਟਾਵਾਂ ਸਮਝੇਗਾ, ਠੀਕ ਹੈ, ਮੇਰੇ ਵਰਗੇ ਬੰਦੇ ਵੀ, ਅਸੀਂ ਵੀ ਉਸ ਦੌਰ ਚੋਂ ਉਸ ਨੂੰ ਆਪਦੇ ਅੱਖੀਂ ਵੇਖ ਕੇ ਆਏ ਆ।
ਕਦੇ ਗੱਲ ਕਰ ਦਿੰਦੇ ਆ ਕਿ ਠੀਕ ਹੈ ਵੀ ਅਸੀਂ ਅੱਖੀਂ ਵੇਖ ਕੇ ਉਸ ਦੌਰ ਨੂੰ ਆਏ ਆ, ਪਰ ਉਸ ਨੂੰ ਸਮਝਣ ਦੀ ਹਾਲੇ ਤੱਕ ਇੰਨਾ ਪੜ੍ਹ ਲਿਖ ਕੇ ਵੀ ਮੈਨੂੰ ਲੱਗਦਾ ਹੈ ਵੀ ਉਹ ਪੂਰੀ ਸਮਝ ਨਹੀਂ ਆ ਰਹੀ ਵੀ ਇਹ ਰਾਜ ਕਰਨ ਵਾਲੀਆਂ ਸ਼ਕਤੀਆਂ ਕਿੱਥੇ ਕੁ ਜਾ ਕੇ ਖੜਨਗੀਆਂ। ਜੇ ਅਸੀਂ ਇਸ ਨੂੰ ਉਸ ਸੋਚ ਨੂੰ ਜਿਉਂਦਾ ਰੱਖ ਸਕੀਏ ਕਿ ਇਹ ਰਾਜ ਕਰਨ ਵਾਲੀਆਂ ਸ਼ਕਤੀਆਂ ਦੀਆਂ ਜੜ੍ਹਾਂ ਨੂੰ ਲੱਭ ਸਕੀਏ ਵੀ ਇਹ ਕਿੱਥੋਂ ਆ, ਤੇ ਸ਼ਾਇਦ ਅਸੀਂ ਕੋਈ ਨਾ ਕੋਈ ਥੋੜ੍ਹਾ ਬਹੁਤਾ ਇਨਸਾਫ ਆਪਣਿਆਂ ਨਾਲ ਕਰ ਲਾਂਗੇ। ਨਹੀਂ ਤਾਂ ਜਿਵੇਂ ਇਹਨਾਂ ਨੇ ਗਾਂਧੀ ਅੱਗੇ ਲੈ ਆਂਦਾ ਸਰਾਭੇ ਹੋਣੀ ਭੁਲਾ ਤੇ ਭਗਤ ਸਿੰਘ ਨੂੰ ਕਿਉਂ ਅੱਗੇ ਲਿਆਂਦਾ, ਇਹ ਬਹੁਤ ਲੰਮੇ ਚੌੜੇ ਵਿਸ਼ੇ ਅਜਮੇਰ ਸਿੰਘ ਹੋਣਾ ਨੇ ਵੀ ਸ਼ੁਰੂ ਕੀਤੇ ਆ, ਰਾਜਵਿੰਦਰ ਰਾਹੀ ਨੇ ਵੀ ਸ਼ੁਰੂ ਕੀਤੇ ਆ, ਭਾਈ ਰਣਧੀਰ ਸਿੰਘ ਨੇ ਆਪਣੀਆਂ ਜੇਲ੍ਹ ਚਿੱਠੀਆਂ 'ਚ ਵੀ ਇਹਨਾਂ ਦੇ ਹਿੰਟ ਆਏ ਆ ਬੜੇ, ਪਰ ਉਹਨਾਂ ਦਾ ਹੁਣ ਕੀ ਅਸਰ ਹੋ ਰਿਹਾ ਹੈ ਕਿਉਂਕਿ ਜਿਹੜੀ ਸ਼ਕਤੀ ਕੋਲ ਐਗਜ਼ੈਕਟਿਵ ਪਾਵਰ ਹੈ, ਮਿਲਟਰੀ ਪਾਵਰ ਹੈ, ਪੁਲਿਸ ਹੈ, ਸਾਰਾ ਕੁਛ ਹੈ ਤੇ ਪੈਸਾ ਹੈ, ਉਹ ਉਹਨਾਂ ਸਾਰਾ ਕੁਝ ਨੂੰ ਸਾਡੀ ਵੱਖਰੀ ਹੋਂਦ ਨੂੰ ਸਾਡੇ ਹੱਕਾਂ ਨੂੰ, ਅਸਲ ਵਿੱਚ ਗੱਲ ਕੀ ਹੈ ਕਿ ਇੱਕ ਹੱਕ ਮੰਗਦਾ ਹੈ, ਹੱਕ ਨਾਲ ਜਿਉਣਾ ਚਾਹੁੰਦਾ ਹੈ ਤੇ ਦੂਸਰੇ ਉਹਦੇ ਤੇ ਗੁੰਝਲੀ ਮਾਰ ਕੇ ਉਹ ਇੱਛਾਧਾਰੀ ਨਾਗ ਬਣ ਕੇ ਬੈਠੇ ਆ, ਉਹ ਡੰਗ ਮਾਰੀ ਜਾਂਦੇ ਆ ਤੇ ਜਿਹੜਾ ਡੰਗ ਸਹਿਣ ਵਾਲੇ ਅਸੀਂ ਡੰਗ ਸਹੀ ਜਾਂਦੇ ਆ, ਇਹ ਡੰਗ ਕਿੰਨਾ ਚਿਰ ਸਹਾਂਗੇ। ਸਵਾਲ ਅੱਜ ਇਹ ਖੜਾ ਹੁੰਦਾ ਹੈ ਕਿ ਉਹ ਡੰਗ ਮਾਰਨ ਵਾਲੀ ਉਹ ਵਰਮੀ ਕਿੱਥੋਂ ਨਿਕਲਦੀ ਹੈ। ਉਹ ਜਦੋਂ ਤੱਕ ਸਾਡੇ ਬੁੱਧੀਜੀਵੀਆਂ ਨੂੰ ਅਖੌਤੀ ਬੁੱਧੀਜੀਵੀ ਆ ਗਏ, ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਆਪਣੀ ਮਰਜ਼ੀ ਨਾਲ ਕਰ ਲਓ, ਇਤਿਹਾਸ ਨੂੰ ਵੀ ਆਪਣੀ ਮਰਜ਼ੀ ਨਾਲ ਐਕਸਪਲੇਨ ਕਰ ਲਓ। ਜਦ ਜੋ ਕਹਾਣੀਆਂ ਅਸੀਂ ਇਤਿਹਾਸ ਦੀਆਂ ਆਪਣੇ ਵੱਡ ਵਡੇਰਿਆਂ ਤੋਂ ਸੁਣੀਆਂ ਜਾਂ ਪੜ੍ਹੀਆਂ, ਉਹਨਾਂ ਨੂੰ ਬਿਲਕੁਲ ਹੀ ਸ਼ੱਕੀ ਰੂਪ ਵਿੱਚ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਤਾਂ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ। ਇਹਦੇ ਵਿੱਚ ਜਿੰਨਾ ਗਹਿਰਾਈ 'ਚ ਜੇ ਕੋਈ ਬੁੱਧੀਜੀਵੀ ਜਾਵੇ, ਅਸਲ ਬੁੱਧੀਜੀਵੀ, ਅਖੌਤੀ ਬੁੱਧੀਜੀਵੀ ਨਹੀਂ, ਤਾਂ ਹੋ ਸਕਦਾ ਹੈ ਕਿ ਸਾਨੂੰ ਕੋਈ ਹੱਲ ਲੱਭ ਜੇ, ਪਰ ਹਾਲੇ ਤੱਕ ਕੋਈ ਇਸ ਦੀ ਸਾਹਮਣੇ ਨਜ਼ਰ ਨਹੀਂ ਆਉਂਦਾ। ਹਾਂ, ਅਸੀਂ ਜੀਵੇ ਆਸਾ ਮਰੇ ਨਿਰਾਸਾ, ਅਸੀਂ ਆਸ ਰੱਖਦੇ ਹਾਂ ਕਿ ਸੱਚ ਸਾਹਮਣੇ ਆਊਗਾ। ਉਸ ਸੱਚ ਦੀ ਖਾਤਰ ਪੜ੍ਹੀ ਚੱਲੋ, ਵੇਖੀ ਚੱਲੋ, ਸੁਣੀ ਚੱਲੋ ਤੇ ਉਹਦੇ ਤੇ ਪਹਿਰਾ ਦੇਈ ਚੱਲੋ ਕਿ ਸੱਚ ਆਹੀ ਹੈ, ਝੂਠ ਨੂੰ ਐਕਸੈਪਟ ਨਹੀਂ ਕਰਨਾ। ਮੇਰੀ ਤਾਂ ਇੰਨੀ ਕੁ ਸਮਝ ਹੈ, ਬਾਕੀ ਤੁਸੀਂ ਜਾਣਦੇ ਹੋ, ਸਿਆਣੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੁਨੀਲ ਜੀ, ਤੁਸੀਂ ਏਅਰ ਤੇ ਹੋ, ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਜੀ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ, ਮੈਂ ਜਿਹੜੇ ਤੁਸੀਂ ਆਪਣੀ ਪਹਿਲਾਂ ਗੱਲਬਾਤ 'ਚ ਦੱਸ ਵੀ ਰਹੇ ਸੀਗੇ ਕਿ ਆਪਾਂ ਗਵਾਹ ਆ ਅਸਲ 'ਚ ਆਪਾਂ ਉਸ ਚੀਜ਼ਾਂ ਦੇ ਜਿਹੜੀਆਂ ਤੁਸੀਂ ਅੱਜ ਗੱਲ ਕਰ ਰਹੇ ਹੋ। ਮੈਂ ਜੇ ਤੁਹਾਡੇ ਕੋਲ 2 ਮਿੰਟ ਹੈਗੇ ਤਾਂ ਮੈਂ ਇੱਕ ਗੱਲ ਨੂੰ ਐਕਸਪਲੇਨ ਕਰਨਾ ਚਾਹੁੰਦਾ ਅਸਲ 'ਚ। ਕਰੋ। ਦੇਖੋ, ਮੈਂ ਗੁਰੂ ਪਾਤਸ਼ਾਹ 10ਵੇਂ ਤੋਂ ਗੱਲ ਸਟਾਰਟ ਕਰਨੀ ਚਾਹੁੰਦਾ ਕਿ ਜਦੋਂ 9ਵੇਂ ਪਾਤਸ਼ਾਹ ਦਾ ਸੀਸ ਲੈ ਕੇ ਪੁੱਜੇ ਉੱਥੇ ਭਾਈ ਜੇਤਾ ਜੀ, ਤਾਂ ਸੰਗਤ ਵਿੱਚ ਗੁਰੂ ਸਾਹਿਬ ਨੇ ਇੱਕ ਸਵਾਲ ਕੀਤਾ ਸੀ। ਉਹ ਅੱਜ ਵੀ ਸਵਾਲ ਜਿਹੜਾ ਆ ਸਿੱਖਾਂ ਵਾਸਤੇ ਖੜਾ ਆ। ਫਿਰ ਵੀ ਉਹ ਸਵਾਲ ਇਹ ਸੀਗਾ ਕਿ ਭਾਈ ਜੇਤਾ ਜੀ ਨੂੰ ਪੁੱਛਿਆ ਗਿਆ ਸੀਗਾ ਕਿ ਜਦੋਂ ਇਹ ਸਭ ਕੁਝ ਚਾਂਦਨੀ ਚੌਕ ਦੇ ਵਿੱਚ ਹੋਇਆ ਤਾਂ ਉੱਥੇ ਹੋਰ ਸਿੱਖ ਮੌਜੂਦ ਨਹੀਂ ਸਨ। ਤਾਂ ਭਾਈ ਜੇਤਾ ਜੀ ਦਾ ਜਵਾਬ ਸੀਗਾ ਕਿ ਸਨ, ਪਰ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਜੇ ਉਹ ਸਿੱਖ ਹੁੰਦੇ ਤਾਂ ਉੱਥੇ ਕੁਝ ਹੋਰ ਹੋਣਾ ਸੀਗਾ। ਉਹ ਹੈਗੀ ਜ਼ਿੰਮੇਵਾਰੀ, ਜਿਹੜੀ ਅੱਜ ਤੁਸੀਂ ਵੀ ਰੇਡੀਓ ਥਰੂ ਨਿਭਾ ਰਹੇ ਹੋ ਕਿ ਜ਼ਿੰਮੇਵਾਰੀ ਨਿਭਾ ਰਹੇ ਹੋ। ਮੈਂ ਤੁਹਾਡੀ ਕੋਈ ਪ੍ਰਸ਼ੰਸਾ ਨਹੀਂ ਕਰਦਾ, ਤੁਹਾਡਾ ਇਹ ਫਰਜ਼ ਹੀ ਬਣਦਾ। ਮੇਰਾ ਫਰਜ਼ ਹੈ ਜੀ। ਹਾਂਜੀ, ਪਰ ਉਹ ਸਵਾਲ ਜਿਹੜਾ ਗੁਰੂ ਸਾਹਿਬ ਦਾ 10ਵੇਂ ਪਾਤਸ਼ਾਹ ਦਾ ਕੀਤਾ ਹੋਇਆ ਉਹ ਖੜਾ ਆ ਹਰੇਕ ਵਾਸਤੇ, ਰੋਜ਼ ਖੜਾ। ਤੇ ਸਿੱਖ ਦੀ ਜ਼ਿੰਮੇਵਾਰੀ ਕੀ ਆ ਜਦੋਂ ਕੁਝ ਹੁੰਦਾ, ਨਾ ਕਿ ਇਕੱਲਾ ਉਹਨਾਂ ਦੇ ਆਪਣੇ ਤੇ, ਜੇ ਕਿਸੇ ਤੇ ਵੀ ਹੁੰਦਾ ਤਾਂ ਉਹਨਾਂ ਦਾ ਕਰੈਕਟਰ ਕੀ ਆ, ਉਹ ਕੀ ਕਰਦੇ ਆ ਉਸ ਟਾਈਮ। ਉਹ ਗੱਲ ਆ ਜਿਹੜਾ 1986 ਦੀ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਅਸਲ 'ਚ ਜੇ ਧਿਆਨ ਨਾਲ ਦੇਖਿਆ ਜਾਵੇ, ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਫਿਰ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਤੇ 85 ਦੇ ਵਿੱਚ ਲੌਂਗੋਵਾਲ ਨੇ ਸਮਝੌਤਾ ਕੀਤਾ, ਉਸ ਤੋਂ ਬਾਅਦ ਇੱਕ ਕੌਮ ਦੇ ਵਿੱਚ ਖਾਸ ਕਿਸਮ ਦੀ ਖਾਮੋਸ਼ੀ ਸੀਗੀ। ਜੇ ਧਿਆਨ ਨਾਲ ਤੁਸੀਂ ਉਹਨਾਂ ਦਿਨਾਂ 'ਚ ਵਾਪਸ ਚਲੇ ਜਾਓ, ਇਹ ਜਿਹੜਾ ਅਪ੍ਰੈਲ ਦੇ ਵਿੱਚ ਹੋਇਆ ਸੀ, ਇਕੱਲਾ ਐਲਾਨਨਾਮਾ ਨਹੀਂ ਹੋਇਆ ਸੀ, ਇਹਦੇ 'ਚ ਇੱਕ ਬਹੁਤ ਵੱਡਾ ਇਕੱਠ ਹੋ ਕੇ, ਜਿਹੜਾ ਕਿ ਕੌਮੀ ਇਕੱਠ ਸੀਗਾ, ਉਹਨੇ ਇੱਕ ਚੈਲੰਜ ਕੀਤਾ ਸੀ ਅਸਲ ਦੇ ਵਿੱਚ ਉਸ ਟਾਈਮ ਦੀ ਇਸਟੈਬਲਿਸ਼ਮੈਂਟ ਨੂੰ। ਮੈਨੂੰ ਲੱਗਦਾ, ਮੈਂ ਗਲਤ ਹੋ ਸਕਦਾ, ਮੇਰੀ ਨੌਲੇਜ ਆਪਣੀ ਆਟੋਬਾਇਓਗ੍ਰਾਫੀਕਲ ਜਿੰਨੇ ਕੁ ਮੈਨੂੰ ਪਤਾ ਆ, ਮੈਂ ਨਹੀਂ ਕਹਿੰਦਾ ਮੇਰੀ ਸਾਰੀ ਨੌਲੇਜ ਠੀਕ ਆ ਜਾਂ ਗਲਤ ਆ, ਪਰ ਜੋ ਕੁਝ ਮੈਨੂੰ ਦੇਖਿਆ ਜਾਂ ਪਤਾ ਮੈਂ ਉਹਦੇ ਹਿਸਾਬ ਨਾਲ ਗੱਲ ਕਰਦਾ ਕਿ ਜੇਕਰ ਜੂਨ 84 ਤੋਂ ਬਾਅਦ ਕੌਮ ਨੇ ਇਕੱਠੇ ਹੋ ਕੇ ਕਿਸੇ ਪਲੇਟਫਾਰਮ ਤੇ ਇਕੱਠ ਕੀਤਾ ਸੀ ਸਰਬੱਤ ਖਾਲਸਾ ਦਾ, ਉਹ ਇਕੱਠ ਸੀ
29 ਅਪ੍ਰੈਲ 1986 ਦਾ। ਉਸ ਤੋਂ ਬਾਅਦ ਉਹ ਮੂਵਮੈਂਟ ਕਿਵੇਂ ਚੱਲੀ, ਨਹੀਂ ਚੱਲੀ, ਕਿੰਨੀ ਕੁ ਉਹਦੀਆਂ ਪ੍ਰਾਪਤੀਆਂ ਨੇ। ਉਹਦੀ ਪ੍ਰਾਪਤੀ ਇਹ ਹੈਗੀ ਆ, ਜਿਹੜੀਆਂ ਕੌਮਾਂ ਦੀਆਂ ਜ਼ਿੰਦਗੀਆਂ ਵੱਧਦੀਆਂ ਨੇ ਸਟਰਗਲ ਦੇ ਥਰੂ ਵੱਧਦੀਆਂ ਨੇ। ਉਹਦੇ ਵਿੱਚ ਇਹ ਨਹੀਂ ਹੈਗਾ ਕਿ ਉਹ ਕਿੱਥੇ ਖੜੀ ਗਿਆ ਸੀ, ਉਹਨਾਂ ਨੇ ਕੀ ਕਰਨਾ। ਉਹ ਬਾਹਰ ਬਹਿ ਕੇ ਬੜੀ ਆਪਾਂ ਉਹਦਾ ਅਧਿਐਨ ਕਰ ਸਕਦੇ ਆ, ਪਰ ਹਿਸਟੋਰੀਕਲ ਪਰਸਪੈਕਟਿਵ ਦੇਖਿਆ ਸੀ ਇਹ ਇੱਕ ਉਸ ਦਿਨ ਦੇ ਵਿੱਚ ਉਸ ਸਮੇਂ ਦੀ ਸਰਕਾਰ ਨੂੰ ਚੈਲੰਜ ਸੀਗਾ, ਕੌਮੀ ਤੌਰ ਤੇ ਚੈਲੰਜ ਹੋਇਆ ਸੀਗਾ। ਜਿਹੜਾ ਉਸ ਤੋਂ ਪਹਿਲਾਂ ਹੋਇਆ ਹੋਊਗਾ ਆਪਾਂ ਛੋਟੇ ਹੋਵਾਂਗੇ, ਪਤਾ ਨਹੀਂ, ਪਰ ਆਪਣੀ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਦੇਖਿਆ ਸੀਗਾ ਜਦੋਂ ਕੌਮ ਨੇ ਉੱਠ ਕੇ, ਕੁਛ ਜਰਨੈਲ ਵੀ ਅੱਗੇ ਆਏ, ਐਲਾਨਨਾਮਾ ਵੀ ਕੀਤਾ, ਔਰ ਖੁੱਲੇ ਤੌਰ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਇਕੱਠ ਨੇ ਉਸ ਟਾਈਮ ਸਿੱਖਾਂ ਦੇ ਵਿੱਚ ਇੱਕ ਨਵਾਂ ਰੋਹ, ਇੱਕ ਨਵੀਂ ਲਹਿਰ ਪ੍ਰਾਪਤ ਕੀਤੀ, ਜਿਹੜੀ ਕਿ ਅਪਰੋਕਸੀਮੇਟਲੀ ਸਮਝ ਲਓ 11 ਸਾਲ ਚੱਲੀ ਹੈ ਲੋਕਾਂ ਵਾਸਤੇ। ਪਰ ਲਹਿਰਾਂ ਚੱਲਦੀਆਂ ਰਹਿੰਦੀਆਂ ਨੇ, ਅੰਦਰ ਖਾਤੇ ਚੱਲਦੀਆਂ ਨੇ। ਜਿਹੜੀ ਅੱਜ ਵੀ ਗੱਲ ਹੋ ਰਹੀ ਆ, ਜੇ ਹੋ ਰਹੀ ਹੈ ਇਹ ਲਹਿਰ ਦਾ ਕਾਰਨ ਹੀ ਆ। ਸੋ ਇਸ ਕਰਕੇ ਇਹਦੇ ਕੀ ਨਤੀਜੇ ਨਿਕਲਣਗੇ, ਇਹਦਾ ਕੀ ਭਵਿੱਖ ਹੋਊਗਾ, ਉਹ ਮੈਨੂੰ ਨਹੀਂ ਪਤਾ। ਪਰ ਇਹ ਗੱਲ ਪੱਕੀ ਆ ਕਿ ਕੌਮ ਨੂੰ ਜਿਹੜੀਆਂ ਆਪਣੀਆਂ ਅਜਿਹਾ ਇਤਿਹਾਸ ਆ ਉਹਦੇ ਬਾਰੇ ਰੋਜ਼ ਗੱਲ ਕਰਨੀ ਬਣਦੀ ਆ, ਜੇਕਰ ਉਹਨਾਂ ਨੇ ਕੁਝ ਪ੍ਰਾਪਤ ਕਰਨਾ। ਜੇ ਮੈਂ ਕੁਝ ਗਲਤ ਕਿਹਾ ਮੈਂ ਮਾਫ ਕਰਨਾ ਜੀ। ਧੰਨਵਾਦ। ਧੰਨਵਾਦ ਵੀਰ ਜੀ। ਸਤਿ ਸਿੰਘ ਜੀ, ਲਾਈਨ ਨੰਬਰ 4। ਥੈਂਕ ਯੂ ਗੱਲ ਸਾਹਿਬ। ਵੀਰ ਜੀ ਉਹਨਾਂ ਨੇ ਤੁਹਾਡੇ ਬਾਰੇ ਤਾਂ ਕਹਿ ਹੀ ਦਿੱਤਾ। ਚਲੋ ਮੈਂ ਵੀ ਇਹੀ ਗੱਲ ਕਹਿਣੀ ਸੀ ਵੀ ਜਿਹੜਾ ਤੁਸੀਂ ਆਪਦਾ ਫਰਜ਼ ਨਿਭਾ ਰਹੇ ਆ, ਧੰਨਵਾਦ ਤੁਹਾਡਾ। ਬਾਕੀ ਜੀ ਇਹ ਜਿਹੜਾ ਕੁਛ ਸਿੰਘ ਕਰ ਗਏ ਆ, ਜਿਹੜਾ ਕੌਮ ਦੀ ਖਾਤਰ, ਧਰਮ ਦੀ ਖਾਤਰ, ਚਾਹੇ ਕਿਸੇ ਟਾਈਮ ਦੇ ਲਾ ਲਓ, ਚਾਹੇ ਭਗਤ ਸਿੰਘ ਵੇਲੇ ਦੇ ਲਾ ਲਓ, ਚਾਹੇ ਹੁਣ ਦੇ ਲਾ ਲਓ, ਉਹਨਾਂ ਮੂਹਰੇ ਸਿਰ ਝੁਕਦਾ ਜੀ। ਉਹਨਾਂ ਦਾ ਦੇਣ ਸਿੱਖ ਕੌਮ ਜਾਂ ਉਹ ਲੋਕ ਨਹੀਂ ਦੇ ਸਕਦੇ ਜਿਨ੍ਹਾਂ ਲਈ ਉਹਨਾਂ ਨੇ ਕੀਤਾ। ਪਰ ਜਿਹੜੇ ਗਦਾਰ ਆ, ਜਿਹੜੇ ਅੱਜ ਵੀ ਤੁਸੀਂ ਦੱਸਦੇ ਆ, ਉਹਨਾਂ ਨੇ ਲੋਕਾਂ ਨੇ ਇੱਥੇ ਆ ਕੇ ਜੀ ਇਹ ਦੱਸ ਕੇ ਵੀ ਉਹਨਾਂ ਨਾਲ ਸਾਡੀਆਂ ਫੋਟੋਆਂ ਵਾ, ਅਸੀਂ ਇਕੱਠੇ ਪੜ੍ਹੇ, ਪਹਿਲਾਂ ਤਾਂ ਉੱਥੇ ਉਹਨਾਂ ਨੇ ਉਹਨਾਂ ਦਾ ਨੁਕਸਾਨ ਕੀਤਾ। ਕਲਾਸ ਫੈਲੋ ਸੀ ਅਸੀਂ, ਉਹਨਾਂ ਦੇ ਭੇਤ ਲਏ, ਉਹਨਾਂ ਦਾ ਇਹ ਕੰਮ ਕਰਾਇਆ, ਉਹਨਾਂ ਦਾ ਨੁਕਸਾਨ ਕਰਾਇਆ। ਮੁੜ ਕੇ ਇੱਥੇ ਆ ਕੇ ਉਹਨਾਂ ਨੇ ਉਹੀ ਫੋਟੋਆਂ ਦਿਖਾ ਕੇ ਮੁੜ ਕੇ ਆਪਦੀ ਪੱਕੀ ਕਰਾਈ, ਇੱਥੇ ਜਾਣਿਆ ਸਟੇ ਪੱਕੀਆਂ ਕਰਾਈਆਂ। ਉਹੀ ਅੱਜ ਗੱਲਾਂ ਕਰ ਰਹੇ ਨੇ, ਉਹੀ ਅੱਜ ਜਿਹੜੀ ਉਹ ਝੋਲੀ ਚੁੱਕ ਬਣੇ ਹੋਏ ਨੇ, ਚਾਹੇ ਉਹ ਬਾਦਲ ਦੇ ਹੋਣ। ਇਹ ਸਾਰੇ ਪਰਿਵਾਰ ਆ, ਇਹਨਾਂ ਦੀ ਸ਼ੁਰੂਆਤ ਦੇਖ ਲਓ, ਪਿੱਛੋਂ ਦੇਖ ਲਓ, ਉਹਦੇ ਨਿਗਾਹ ਮਾਰ ਲਓ, ਇਹਨਾਂ ਦੇ ਬਾਬੇ ਪੜਦਾਦੇ। ਤੇ ਅੱਜ ਕਹਿੰਦੇ ਆ ਨਾ ਵੀ ਸਾਡਾ ਬਾਬਾ ਵੀ MLA ਸੀ, ਸਾਡਾ ਦਾਦਾ ਵੀ ਫਲਾਣੇ ਨਾਲ ਸੀ। ਇਹ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਆਏ, ਤੇ ਹੁਣ ਵੀ ਉਹਨਾਂ ਦੇ ਗਾਂਹ ਜਵਾਕ ਇੱਥੇ ਆ ਕੇ ਵੀ ਉਹੀ ਕੰਮ ਕਰਦੇ ਆ। ਔਰ ਜਿਹੜੀ ਇਹ ਸਿੱਖ ਕੌਮ ਨੂੰ ਢਾਹ ਲਾ ਰਹੇ ਆ, ਬਾਣਾ ਪਾ ਕੇ ਜਾਂ ਉਹਦਾ ਸਿੱਖੀ ਰੂਪ ਇਹੀ ਲਾ ਰਹੇ ਆ। ਜਿਹੜਾ ਆਮ ਸਿੱਖ ਆ ਉਹ ਤਾਂ ਜੀ ਹਮੇਸ਼ਾ ਹੀ ਸੱਚਾ ਸੁੱਚਾ ਆ, ਹਮੇਸ਼ਾ ਹੀ ਉਹ ਕੁਰਬਾਨੀ ਲਈ ਤਿਆਰ ਆ। ਅਜੇ ਕੱਲ੍ਹ ਦੀਆਂ ਗੱਲਾਂ ਵਾ ਦੇਖੋ ਤੁਸੀਂ, ਜਦੋਂ ਪਿੱਛੇ ਜੇ ਫੇਰ ਸਰਬੱਤ ਖਾਲਸਾ ਹੋਇਆ ਤੇ ਕਿੱਦਾਂ ਸੰਗਤ ਪਹੁੰਚੀ ਆ, ਕਿੱਥੋਂ ਪਹੁੰਚੀ ਆ, ਬਾਹਰੋਂ ਗਏ। ਜਿਹੜਾ ਆਮ ਸਿੱਖ ਆ ਜੀ ਉਹ ਹਜੇ ਵੀ ਉੱਥੇ ਹੀ ਆ ਤੇ ਉੱਦਾਂ ਹੀ ਰਹਿਣਾ ਜੀ ਉਹਨੇ। ਪਰ ਇਹ ਜਿਹੜੇ ਟੁਕੜ ਬੋਚ ਆ, ਜਿਹੜੇ ਸ਼ੁਰੂ ਤੋਂ ਹੀ ਜਿਨ੍ਹਾਂ ਨੇ ਨੁਕਸਾਨ ਕਰਿਆ ਗੁਰੂ ਅਰਜਨ ਦੇਵ ਜੀ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਸਿੰਘਾਂ ਦਾ, ਉਹ ਹਜੇ ਵੀ ਜੀਂਦੇ ਉਹ ਇੱਥੇ ਸਾਡੇ ਨਾਲ ਹੀ ਆਈ। ਧੰਨਵਾਦ ਵੀਰ ਜੀ। ਧੰਨਵਾਦ। ਰਾਜਨੀਤੀ ਦੇ ਵਿੱਚ ਹੈ, ਰਾਜਨੀਤੀ ਨੂੰ ਮੈਂ ਮਾੜਾ ਨਹੀਂ ਮੰਨਦਾ। ਰਾਜਨੀਤੀ ਕਿਹੜੇ ਅਸੂਲਾਂ ਦੀ ਕੀਤੀ ਜਾਵੇ, ਬੇਗਮਪੁਰੇ ਦੀ ਕੀਤੀ ਜਾਵੇ, ਸਭ ਦੇ ਸਤਿਕਾਰ ਦੀ ਕੀਤੀ ਜਾਵੇ ਤੇ ਹੱਕ ਸੱਚ ਦੀ ਕੀਤੀ ਜਾਵੇ। ਰਾਜਨੀਤੀ ਮਾੜੀ ਨਹੀਂ। ਰਾਜਨੀਤੀ ਜਦ ਪੈਂਤੜੇ ਮਾੜੇ ਨੇ, ਉਹ ਗੱਲ, ਉਹ ਦੁੱਖ ਹੈ। ਅੱਜ ਦੀ ਸਿੱਖ ਸੰਘਰਸ਼ ਦਾ ਇੱਕ ਨਾਵਲ ਹੈ ਬਾਈ ਜੱਗੀ ਕੁੱਸੇ ਦਾ ਲਿਖਿਆ ਹੈ, ਜਿਹਦੇ ਕਰਕੇ ਉਹਨਾਂ ਨਾਲ ਪਿਆਰ ਪਿਆ ਸੀ ਤੇ ਜਿਹਦੇ ਕਰਕੇ ਇਸ ਨੂੰ ਇੰਗਲਿਸ਼ ਦੇ ਵਿੱਚ ਹੁਣ ਜਿਹੜਾ ਤਰਜਮਾ ਕੀਤਾ ਤੇ ਵੇਖਣ ਵਾਲਾ, ਉਹਦੇ ਵਿੱਚੋਂ ਇੱਕ ਕਹਾਣੀ ਤੁਹਾਨੂੰ ਸੁਣਾਉਣਾ ਤੇ ਉਹਨੂੰ ਕਹਾਣੀ ਦਾ ਰੂਪ ਆਪਾਂ ਦਿੱਤਾ। ਹੱਥ ਕਰਾਰੇ। ਠੰਡ ਥੋੜੀ ਥੋੜੀ ਘਟਣ ਲੱਗੀ, ਕਣਕ ਦੀਆਂ ਬੱਲੀਆਂ ਦਿਨੋਂ ਦਿਨ ਜੋਬਨ ਸੀ। ਰਾਤ ਝੀਲ ਦੇ ਪਾਣੀ ਵਾਂਗੂ ਨਿਤਰੀ ਅਸਮਾਨ ਦੀ ਹਿੱਕ ਤੇ ਜੜੇ ਤਾਰੇ ਪਰੀ ਦੇ ਲਿਵਾਸ ਵਾਂਗੂ ਤੇ ਲੱਗੇ ਮੋਤਿਆਂ ਵਾਂਗੂ ਹੱਸ ਰਹੇ ਸੀ। ਜੈਲਦਾਰ ਪ੍ਰੀਤ ਕਾਕਾ ਬਿੱਲੂ ਕਿਸੇ ਟਿਊਬਲ ਦੀ ਬੈਕ ਤੇ ਬੈਠੇ ਸੀ। ਰੋਟੀ ਉਹਨਾਂ ਰੂਹ ਨਾਲ ਨਹੀਂ ਸੀ ਖਾਧੀ, ਕਾਲਜੇ ਤਪ ਰਿਹਾ ਸੀ। ਜੈਲਦਾਰ ਦੇ ਬਜ਼ੁਰਗ ਮਾਈ ਬਾਪ ਦੀ ਗ੍ਰਿਫਤਾਰੀ ਦੀ ਖਬਰ ਮਿਲ ਗਈ। ਮਾਪਿਆਂ ਨੂੰ ਧੂ ਕੇ ਥਾਣੇਦਾਰ ਪਿੰਡ ਦੇ ਵਿੱਚੋਂ ਲੈ ਗਿਆ। ਬਥੇਰਾ ਟਾਲਾ ਕਰਦੇ ਆਉਣੇ, ਪਰ ਗਰੇਵਾਲ ਦਾ ਅੰਨ ਪਾਣੀ ਮੁੱਕ ਗਿਆ ਲੱਗਦਾ। ਜੈਲਦਾਰ ਨੇ ਸਹਿ ਸਵਾਜ, ਗੱਲ ਜ਼ਰੂਰ ਹੈ ਕਿ ਅੱਗੋਂ ਕੀ ਪਿੱਛੋਂ ਕੀ, ਗਰੇਵਾਲ ਨੂੰ ਆਖਰ ਸੋਧਣਾ ਹੀ ਪੈਣਾ। ਬਿੱਲੂ ਬੋਲਿਆ, ਜਿੰਨਾ ਚਿਰ 5-4 ਅਫਸਰ ਨਾ ਗੱਡੀ ਨਹੀਂ ਚੜ੍ਹਦੇ, ਇਹਨਾਂ ਨੇ ਟਿਕਣਾ ਨਹੀਂ। ਇਹ ਨਸਲ ਮਾੜੀ ਹੈ, ਕੁੱਕਰ ਦੀ ਨਸਲ ਦੇ ਵਿੱਚੋਂ ਹੈ। ਮੁੜ ਮੁੜ ਕੇ ਤਿੜਕਦਾ, ਨੇ ਝਟਕਾ ਨਹੀਂ ਨਾਲੇ ਸਹਿਣਾ। ਇਹਨੂੰ ਪਤਾ ਵੀ ਜੈਲਦਾਰ ਬਹੁਤ ਔਖਾ ਸੀ। ਜੈਲਦਾਰ ਪ੍ਰੀਤਮ ਸਿੰਘ ਨੂੰ ਕਹਿੰਦੇ, ਮਜ਼੍ਹਬੀਆਂ ਦਾ ਮੁੰਡਾ, ਵਕਤ ਦਾ ਮਾਰਾ ਘਰੋਂ ਭੱਜਿਆ, ਮਾਪਿਆਂ ਨੂੰ
ਥਾਣੇਦਾਰ ਲੈ ਕੇ ਤੁਰ ਗਏ। ਇਹ ਗੱਲ ਮੈਂ ਮੰਨਦਾ ਕਿ ਬੁੱਚੜਾਂ ਨੂੰ ਨਰਕੀ ਤੋਰੇ ਬਿਨਾਂ ਕੰਮ ਨਹੀਂ ਹੋਣੇ, ਪਰ ਸਾਰਿਆਂ ਜਥੇਬੰਦੀਆਂ ਦੀ ਸਹਿਮਤੀ ਬਿਨਾਂ ਐਕਸ਼ਨ ਨਹੀਂ ਕਰ ਸਕਦੇ ਆਪਾਂ। ਕੋਈ ਜਥੇਦਾਰ ਦੀ ਇਜਾਜ਼ਤ ਲਈਏ, ਕਾਕੇ ਨੇ ਕਿਹਾ। ਜਥੇਦਾਰ ਤੇ ਜਥੇਬੰਦੀਆਂ ਨੇ ਤਾਂ ਮਹੀਨਾ ਇਕੱਠਾ ਨਹੀਂ ਹੋਣਾ, ਪਤਾ ਨਹੀਂ ਕਿਹੜੇ ਕੂੰਟੀ ਚੜ ਗਏ। ਉਦੋਂ ਤੱਕ ਕੁੱਤਾ ਗਰੇਵਾਲ ਬੁੜੀ ਦਾ ਗੁੱਗਾ ਪੂਜ ਦੂ। ਜੈਲਦਾਰ ਅੰਦਰੋਂ ਪਲਿਆ ਪਿਆ ਸੀ। ਜੈਲਦਾਰਾ, ਤੇਰੇ ਮਾਂ ਪਿਓ ਨਹੀਂ, ਸਾਡੇ ਵੀ ਨੇ, ਅਸੀਂ ਤੇਰੇ ਨਾਲ ਮਨ ਤੋਂ ਪਹਿਲਾਂ, ਪਰ ਕਾਹਲੀ ਅਤੇ ਜਜ਼ਬਾਤ ਹਮੇਸ਼ਾ ਸੂਰਮੇ ਲਈ ਘਾਤਕ ਸਿੱਧ। ਗਰੇਵਾਲ ਕਿਤੇ ਭੱਜ ਚੱਲਿਆ, ਇੱਥੇ ਨਹੀਂ ਤਾਂ ਇੱਥੇ, ਆਪਾਂ ਜਾਂ ਇੱਥੇ ਤਾਂ ਉੱਥੇ ਸੀ, ਕਿਤੇ ਤਾਂ ਕੜੀਆਂ ਮਿਲਣਗੀਆਂ। ਕਾਕੇ ਨੇ ਜੈਲਦਾਰ ਨੂੰ ਸਮਝਾਉਣ ਲਈ ਕਿਹਾ, ਮੇਰੇ ਬੁੜੇ ਮਾਈ ਬਾਪ ਉੱਠੇ ਟੰਗੇ ਹੋਏ ਆ ਤੇ ਤੂੰ ਸਬਰ ਪਿੱਟੀ ਜਾਂਦਾ। ਦੱਸੋ ਕਿਹੜਾ ਤੁਰਦਾ ਮੇਰੇ ਨਾਲ? ਮੈਂ ਤਾਂ ਅੱਜ ਜਾਂ ਮਰੂ ਜਾਂ ਮਾਰੂ। ਆ ਖਿੱਚਤੀ ਲਕੀਰ। ਜੈਲਦਾਰ ਖੜ ਗਏ। ਪੈਰ ਦੇ ਊਠੇ ਨਾਲ ਉਹਨੇ ਜਦ ਲੀਕ ਖਿੱਚੀ। ਇਹਨਾਂ ਦੀ ਹਿੰਡ ਬਹੁਤ ਭੈੜੀ ਹੁੰਦੀ ਆ। ਬਿੱਲੂ ਹੱਸ ਪਿਆ। ਭੂਸਰਿਆ ਸਾਨ ਤੇ ਹਿੰਡ ਤੇ ਆਇਆ। ਇਹ ਟੱਬਰ ਬਹੁਤ ਮਾੜਾ ਹੁੰਦਾ, ਤਬਾਹੀ ਹੁੰਦੀ ਆ। ਪ੍ਰੀਤ ਨੇ ਵੀ ਕਿਹਾ, ਜਿੱਦਣ ਪਿੰਡ 'ਚ ਕੋਈ ਕਤਲ ਹੁੰਦਾ ਇਹਨਾਂ 'ਚ ਕੋਈ ਨਾਲ ਹੁੰਦਾ, ਇਹਨੇ ਨਹੀਂ ਮੁੜਨਾ। ਪਿਛਲੇ ਪਾਸੋਂ ਸਾਰਿਆਂ ਨੇ ਆਖੜੇ। ਰਾਤ ਦੇ 11 ਵੱਜ ਗਏ। ਥਾਣਾ 4 ਕਿਲੋਮੀਟਰ ਦੂਰ ਸੀ। ਖੇਤਾਂ ਦੀਆਂ ਵੱਟਾਂ ਮਿੱਧ ਦੇ ਤੀੜ ਦੇ ਜਾਂਦੇ। ਦੂਰੋਂ ਸ਼ਹਿਰ ਦੀਆਂ ਬੱਤੀਆਂ ਦਿਖਣ ਲੱਗੀਆਂ। ਥਾਣਾ ਅੱਧਾ ਕਿਲੋਮੀਟਰ ਦੁਧੀਆ ਟਿਊਬਾਂ ਦਾ ਚੰਨ ਸੜਕਾਂ ਤੇ ਸੀ। ਸੜਕ ਚੰਨ ਤੋਂ ਪਹਿਲਾਂ ਕਾਕੇ ਨੇ ਇਸ਼ਾਰੇ ਨਾਲ ਰੋਕ ਲਿਆ। ਮਨੀਸ਼ਨ ਕਿੰਨਾ ਕੁ ਹੈ? ਬੇਆਮਾ, ਫਿਕਰ ਨਾ ਕਰ, ਹਥਿਆਰ ਚੈੱਕ ਕਰ ਲਓ। ਫਿਰ ਸਾਰਿਆਂ ਨੇ ਹਥਿਆਰ ਚੈੱਕ ਕਰਕੇ ਝੋਲਿਆਂ 'ਚ ਮੈਗਜ਼ੀਨ, ਸਾਈਡਾਂ ਥਾਂ ਸਿਰ ਕਰ ਲਈਆਂ। ਲੱਕ ਨਾਲ ਟੰਗੇ ਰਿਵਾਲਵਰਾਂ ਦੀ ਪੜਚੋਲ ਕਰ ਲਈ। ਧੋਬੀ ਪਟੜਾ ਸੀ। ਗੱਲ ਇੱਕ ਹੋਰ ਆ ਮਿੱਤਰੋ, ਧਾਵਾ ਜਦ ਬੋਲਣਾ ਪੁਲਿਸ ਵਾਲੇ ਨੂੰ ਸੁਰਤ ਨਾ ਮਿਲੇ ਜਮਾਂ ਹੀ। ਪ੍ਰੀਤ ਤੋਂ ਹਵਾਲਾਤੀਆਂ ਨੂੰ ਕਿਵੇਂ ਨਾ ਕਿਵੇਂ ਥਾਣੇ 'ਚੋਂ ਬਾਹਰ ਕੱਢਣਾ, ਪਿੱਛੋਂ ਅਸੀਂ ਸੰਭਾਲਾਂਗੇ। ਜਿੰਨੀ ਜਲਦੀ ਹੋ ਸਕੇ ਐਕਸ਼ਨ ਬਾਹਰ। ਰਾਤ ਨੂੰ ਥਾਣੇ ਦੇ ਵੱਡੇ ਦਰਵਾਜ਼ੇ ਬੰਦ ਹੁੰਦੇ ਨੇ, ਛੋਟੀ ਉਹ ਖੁੱਲੀ ਹੁੰਦੀ ਹੈ। ਕਾਇਮ ਰਹੋ। ਐਕਸ਼ਨ ਤੋਂ ਬਾਅਦ ਜੇ ਨਿਖੜ ਗਏ ਤਾਂ ਇੱਥੇ ਮਿਲਾਂਗੇ। ਤੇ ਸਾਈਨਡ ਹੈਗਾ ਸਾਰਿਆਂ ਕੋਲ? ਹੈਗੇ ਆ, ਸਾਰੇ ਬੋਲੇ। ਜਿਹਦੇ ਪੁਲਿਸ ਦੇ ਹੱਥ ਨਹੀਂ ਆਉਣਾ। ਐਕਸ਼ਨ ਕਰਨ ਤੋਂ ਬਾਅਦ CRP ਤੇ ਵਾਹਿਗੁਰੂ ਕਮਾਂਡੋ ਘੇਰੇ 'ਚ ਲੈਣ ਦੀ ਕੋਸ਼ਿਸ਼ ਕਰਕੇ ਖਬਰਦਾਰ ਰਹਿਣਾ। ਚੱਲ ਬੋਲੋ ਵਾਹਿਗੁਰੂ। ਫਿਰ ਸਾਰੇ ਖਤਾਨਾਂ ਦੀ ਹੋ ਕੇ ਸੜਕ ਤੇ ਆ ਗਏ। 4 AK-47 ਉਹਨਾਂ ਦੇ ਬੁੱਕਲਾਂ ਦੇ ਵਿੱਚ ਕੌਡੀਆਂ ਦੇ ਸੱਪ ਵਾਂਗੂ ਜੀਬਾਂ ਕੱਢਦੀਆਂ। ਥਾਣੇ ਦਾ ਵੱਡਾ ਦਰਵਾਜ਼ਾ ਪਾਰ ਕਰਨ ਤੋਂ ਬਾਅਦ ਫਾਇਰਿੰਗ ਸ਼ੁਰੂ ਕਰਤੀ। ਮੋਰਚੇ 'ਚ ਖੜਾ ਸਿਪਾਹੀ ਸੰਤਰੀ ਦੀ ਇੱਕ ਬਰਸ਼ ਨਾਲ ਖੜਾ ਸੰਤਰੀ ਇੱਕੋ ਬਰਸ਼ ਨਾਲ ਭਿਆਂ ਕਰ ਗਿਆ। ਅੰਦਰ ਹਾਹਾਕਾਰ ਮਚ ਗਈ। ਹਥਿਆਰ ਪੁਲਿਸ ਵਾਲੇ ਨੇ ਚੁੱਕ ਲਏ। ਮੁਨਸ਼ੀ ਬੈਰਲਸ ਨੂੰ ਚਿੰਬੜ ਗਿਆ। ਹੈਲੋ ਸਦਰ ਥਾਣੇ ਦਾ ਮੁਨਸ਼ੀ ਬੋਲਦਾ, ਫੋਰਸ ਭੇਜੋ, ਅੱਤਵਾਦੀ ਮਕਲਾਵਾ ਦੇਣੇ ਥਾਣੇ ਨੂੰ ਪੈ ਗਏ। ਮੈਂ ਕਿਹਾ ਯਾਰ ਅੱਤਵਾਦੀ ਜਮਾਂ ਹੀ ਪੈ ਗਏ, ਭੇਜੋ ਛੇਤੀ। ਮੁਨਸ਼ੀ ਸਾਰੇ ਕੋਡ ਕਾਰਡ ਭੁੱਲਿਆ ਫਿਰਦਾ ਸੀ। ਸੈੱਟ 'ਚ ਹੱਥ ਕੰਬਦਾ, ਸੈੱਟ ਹੱਥ 'ਚ ਫੜਿਆ ਕੰਬਦਾ। ਨਾਲ ਸਿਪਾਹੀਆਂ ਨੂੰ, ਮੇਰੇ ਸਾਲਿਓ ਛੱਤ ਤੇ ਜਾ ਕੇ ਉੱਪਰ ਮੋਰਚੇ ਵੱਲੋਂ ਇੱਥੇ ਖੁਰਵਟ ਕਰਦੇ ਫਿਰਦੇ ਹੋ। ਤੁਹਾਡੇ ਪ੍ਰਾਹੁਣੇ ਦਰਵਾਜ਼ਾ ਤੋੜ ਕੇ ਅੰਦਰ ਵੜ ਕੇ ਲੈ ਗਏ। ਖੜਾ ਕੰਬਣ ਲੱਗਾ ਹੈ। ਡੋਕਲ ਕੱਛਾ ਪਾਇਆ ਹੋਇਆ ਸੀ ਤੇ ਮੂਹਰੇ ਨਾਲਾ ਲਮਕਦਾ। ਦਾੜੀ ਜਿਹੜੀ ਬੰਨੀ ਸੀ ਉਹਦੀ ਗੁੱਟੀ ਖੁੱਲ ਗਈ ਸੀ। ਸਿਰ ਦੇ ਉੱਪਰ ਜੂੜੀ ਸੀ। ਕੰਬਣ ਲੱਗਿਆ ਹੈ ਸਾਰਾ। ਸੂਚਨਾ ਮਿਲਦੇ ਫੋਰਸ ਦੀਆਂ ਜੀਪਾਂ, ਟਰੱਕਾਂ ਤੇ ਸਦਰ ਥਾਣੇ ਨੂੰ ਛੂਟ ਵੱਟ ਲਈ। ਉਦੋਂ ਤੱਕ ਸਾਰੇ ਸਿਪਾਹੀ ਛੱਤ ਤੇ ਸੀ। ਸਦਰ ਥਾਣਾ ਪੁਰਾਣੇ ਕਿਲੇ ਵਰਗਾ ਸੀ। ਅੰਦਰ ਦਾਖਲ ਹੋਣ ਲਈ ਦਵੱਲੀ ਫਾਇਰਿੰਗ ਸ਼ੁਰੂ ਹੋ ਗਈ। 20-25 ਮਿੰਟ ਗੋਲੀ ਚੱਲਣੀ ਸੀ। ਮਿਲਟਰੀ ਦੀਆਂ ਬਖਤਰਬੰਦ ਗੱਡੀਆਂ ਥਾਣੇ 'ਚ ਹੋ ਗਈਆਂ। ਸਰਚ ਲਾਈਟਾਂ ਦਿਨ ਚੜ੍ਹਤਾ। ਸਾਰੇ ਘਿਰ ਗਏ। ਬਿੱਲੂ ਆਪਣੀ ਰਾਈਫਲ ਦਾ ਮੂੰਹ ਉੱਪਰ ਨੂੰ ਕਰਨ ਲੱਗਾ। ਮੋਰਚੇ 'ਚ ਗੋਲੀ ਚੱਲੀ, ਪੁੱਪੜੀ ਚੀਰ ਗਈ। ਹਮਲੇ ਦੇ ਉਹਲੇ ਪ੍ਰੀਤ ਨੇ ਹੱਲਾ ਕੀਤਾ। ਇੱਕ ਬਰਸਟ ਉਹਦੇ ਲੱਗਿਆ। ਕਾਕੇ ਤੇ ਜੈਲਦਾਰ ਘਿਰ ਗਏ। ਜਦ ਸਾਈਨਾਈਡ ਮੂੰਹ 'ਚ ਪਾ ਦੀ, ਹੱਥ ਬੰਨ ਕੇ ਕਾਕਾ ਤੇ ਜੈਲਦਾਰ ਫੜ ਲਏ। ਥਾਣੇਦਾਰ ਕੋਈ ਗਰੇਵਾਲ ਕੁਦਰਤੀ ਥਾਣੇ 'ਚ ਨਹੀਂ ਸੀ। ਟੈਲੀਫੋਨ ਕਰਕੇ ਮੁਨਸ਼ੀ ਨੇ ਖਬਰ ਦਿੱਤੀ। ਥਾਣੇਦਾਰ ਉੱਭੜਿਆ। ਬੈੱਡ ਤੇ ਕਿਤੇ ਖਾਸ ਅਦਾ 'ਚ ਪਿਆ, ਭੱਜਿਆ। 4.5 ਫੁੱਟ ਦਾ ਸੀ। ਭੱਜੇ ਜਾਂਦੇ ਦਾ ਪਤਾ ਵੀ ਨਹੀਂ ਸੀ ਲੱਗਦਾ ਵੀ ਰੁੜਦਾ ਕਿ ਭੱਜਦਾ। ਢਿੱਡ ਬਾਹਰ ਸੀ, ਪਿੱਛਾ ਵੀ ਬਾਹਰ ਸੀ। ਉੱਚੀ ਅੱਡੀ ਦੇ ਸੈਂਡਲਾਂ ਵਾਂਗੂ ਜੁੱਤੀਆਂ ਪਾਉਂਦਾ। ਪਤਾ ਨਹੀਂ ਸੀ ਲੱਗਦਾ ਕਿ ਕਿੱਧਰ ਨੂੰ ਤੁਰਦਾ, ਮੂੰਹ ਕਿਹੜਾ ਤੇ ਮੱਥਾ ਕਿਹੜਾ। ਜਦ ਭੱਜ ਕੇ ਬਾਹਰ ਆਇਆ, ਜਿਹੜੇ ਸਿਪਾਹੀ ਖੜਾ ਸੀ ਜਿਹੜਾ ਬਹੁਤ ਜੀਪ ਸਟਾਰਟ ਕੀਤੀ ਤੇ ਘਰੇ ਪਹੁੰਚਿਆ। ਆਉਂਦੇ ਹੀ ਥਾਣੇਦਾਰ ਨੇ SP ਨੂੰ ਫੋਨ ਮਿਲਾਇਆ। ਹੈਲੋ, ਸਦਰ ਥਾਣੇ ਤੋਂ SHO ਗਰੇਵਾਲ ਬੋਲਦਾ, ਸਾਹਿਬ ਨਾ ਕਰਾਓ ਗੱਲ। ਸਾਹਿਬ ਸੌਂ ਰਹੇ ਨੇ, ਅਰਜੁਨੀ ਨੇ ਕਿਹਾ। ਦੇਖੋ ਥਾਣੇ ਤੇ ਅੱਤਵਾਦੀਆਂ ਨੇ ਹਮਲਾ ਕਰਤਾ, ਕਿਰਪਾ ਕਰਕੇ ਗੱਲ ਕਰਾਓ ਸਾਹਿਬ ਨਾਲ ਛੇਤੀ। ਪਲਾਂ 'ਚ ਕਿਸੇ ਨੇ ਚੱਕ ਕੇ ਹੈਲੋ ਆਖਿਆ ਤਾਂ ਥਾਣੇਦਾਰ ਟੇਪ ਰਿਕਾਰਡਿੰਗ ਨੂੰ ਬੋਲਿਆ, ਕਹਾਣੀ ਸੁਣਾਤੀ। SP ਨੂੰ ਮੁੜਕਾ ਆ ਗਿਆ। ਆਪਣਾ ਕੋਈ ਬੰਦਾ ਤਾਂ ਨਹੀਂ ਨੁਕਸਾਨਿਆ ਗਿਆ? ਦਵਿੰਦਰ ਸਿੰਘ ਸਿਪਾਹੀ ਮਾਰਿਆ ਗਿਆ ਜਨਾਬ। ਤੇ SP ਨੇ ਲੰਬਾ ਸਾਹ ਖਿੱਚਿਆ ਤੇ
ਬਹੁਤ ਵੱਡਾ ਐਕਸ਼ਨ ਸੀ। ਥਾਣੇ ਨੂੰ 4 ਬੰਦੇ ਕਿੰਨੇ ਸੀ? ਬਸ 4 ਜੀ, 2 ਮਾਰ ਤੇ 2 ਫੜ ਲਏ, 4 ਬੰਦੇ ਥਾਣੇ ਨੂੰ ਪੈ ਗਏ। ਵੈਸੇ ਤਾਂ ਜੀ ਪ੍ਰੈਸ ਨੇ ਸਾਰਾ ਕਵਰ ਕਰ ਲਿਆ। ਕੀ ਕਿਹਾ? ਪ੍ਰੈਸ ਨੂੰ ਖਬਰ ਹੈ। ਕਿਹਨੇ ਬੁਲਾਇਆ ਪ੍ਰੈਸ ਨੂੰ? ਮੈਂ ਬੁਲਾ ਲਿਆ ਸੀ ਜੀ। ਘਰ ਵਾਲਾ ਤੂੰ ਜਹਾਨ ਦਾ 2 ਜਹਾਨਾਂ ਦਾ ਬੇਵਕੂਫ ਹੈ। ਹੁਣ ਤੇਰੇ ਪਿਓ ਦੇ ਜਿਹੜੇ ਜਿਉਂਦੇ ਫੜੇ ਉਹਨਾਂ ਨੂੰ ਕੱਲ ਨੂੰ ਕੋਰਟ 'ਚ ਕਰੀ ਪੇਸ਼। ਫੁਕਰਿਆਂ ਵਾਲਾ ਹੀ ਕੰਮ ਰਹੀ ਸਾਰੀ ਜ਼ਿੰਦਗੀ, ਤੂੰ ਨਾ ਬਦਲੀ, ਆਹੀ ਕੰਮ ਤੇਰਾ ਲਿਆ। ਲਾਇਨ ਹਾਜ਼ਰ ਤੈਨੂੰ ਕਰਨਾ ਹੀ ਕਰਨਾ। SP ਗੁੱਸੇ ਨਾਲ ਬੋਲਿਆ। ਪਰ ਹਜੂਰ ਉਹਨਾਂ ਨੇ ਤਾਂ ਖੁੱਲ੍ਹੇਆਮ ਸ਼ਰੇਆਮ ਥਾਣੇ ਤੇ ਹਮਲਾ ਕਰਤਾ ਜੀ। ਫਿਰ ਪ੍ਰੈਸ ਵਾਲੇ ਤਾਂ ਸੱਦਣੇ ਹੀ ਸੀ। ਆ ਖੜਾ ਲਾ ਪ੍ਰੈਸ ਵਾਲਿਆਂ ਦੇ ਮੂਹਰੇ ਖੜ ਕੇ ਖਿਚਾਣਾ ਫੋਟੋਆਂ। ਆਖਿਆ ਜਨਾਬ ਹੁਕਮ ਕੀ ਹੈ? ਬਸ ਹੁਣ ਕੁਛ ਨਹੀਂ, ਲਾਸ਼ਾਂ 3 ਲਾਸ਼ਾਂ ਪੋਸਟਮਾਰਟਮ ਲਈ ਭੇਜ, ਦੂਜੇ ਹਰਾਮਜ਼ਾਦਿਆਂ ਤੋਂ ਸਾਰਾ ਕੁਝ ਬਗਵਾ, ਸਵੇਰੇ 10 ਵਜੇ ਪਹੁੰਚਦਾ। ਥਾਣੇਦਾਰ ਦਾ ਮੱਥਾ ਤੇ ਪਿੱਠ ਪਸੀਨੇ ਨਾਲ ਭਿੱਜੀ ਹੋਈ ਸੀ। ਆਪਾਂ ਤਾਂ ਪ੍ਰੈਸ ਬੁਲਾ ਕੇ ਗਲਤੀ ਕੀਤੀ। ਥਾਣੇਦਾਰ ਦੇ ਮੁਨਸ਼ੀ ਮੂਹਰੇ ਮਾਂ ਬਣਿਆ ਖੜਾ ਸੀ। ਬਿਲਕੁਲ ਕੀਤੀ। ਇਹ ਤਾਂ ਸਰਕਾਰ ਤੁਸੀਂ ਕਿਸੇ ਦੀ ਸਲਾਹ ਨਹੀਂ ਪੁੱਛਦੇ, ਕੱਚ ਚੋਂ ਮੂੰਗਲਾ ਕੱਢਦੇ ਹੋ। ਕਿਹਨੇ ਕਿਹਾ ਸੀ ਤੁਹਾਨੂੰ ਸੱਦਣ ਨੂੰ ਪੱਤਰ ਪ੍ਰੇਰਕ ਨੂੰ? ਉਹ ਮੈਂ ਤਾਂ ਰਾਹ 'ਚ ਆਉਂਦੇ ਫੋਨ ਕਰ ਲਿਆ ਦੀਪਕ ਨੂੰ ਬਈ ਆ ਜਾ, ਉਹ ਆ ਗਿਆ ਇੱਥੇ। ਬਸ ਲੈ ਲਓ, ਹੁਣ ਲਵਾ ਲਓ ਮੋਢੇ ਤੇ ਫੀਤੀਆਂ ਜਿੰਨੀਆਂ ਲੱਗਦੀਆਂ। ਚੱਲ ਕੋਈ ਨਾ, ਗੌਰਮੈਂਟ ਐਂ ਹੀ ਘੂਰਦੇ, ਤੁਸੀਂ ਮੈਨੂੰ 4 ਗਾਲਾਂ ਕਰੋ। ਪਰ ਆਉਂਦਾ ਪਤਿਓਰਿਆਂ ਦਾ ਕੀ ਕਰੀਏ? ਟਾਰਚਰ ਕਰੀਏ ਇਹਨਾਂ ਨੂੰ ਹੁਣੇ? ਨਾ ਪਹਿਲਾਂ ਮਿੱਠੇ ਪਿਆਰੇ ਹੋ ਗਏ ਪਲੋਸੋ, ਮੂਧੇ ਤੇ ਜਦੋਂ ਮਰਜ਼ੀ ਪਾ ਲਓ। ਘਰ ਦੀ ਮੁਰਗੀ ਦਾਲ ਬਰਾਬਰ। ਪ੍ਰੀਤਮ ਮਜਬੀਆਂ ਦਾ ਮੁੰਡਾ ਵੜਿਆ ਕੇ ਲਾਈਨ ਤੇ ਲੈ ਆਓ। ਜੇ ਮੰਨ ਜੇ ਤਾਂ ਮੰਨ ਜੇ ਨਾ ਮੰਨਿਆ ਬਸ ਫੇਰ ਕੀ ਕਰਨਾ ਹੈ? ਫਿਰ ਗਾਹਾਂ ਕਰਾਂਗੇ। ਜਾਨੂੰ ਲਾਸ਼ਾਂ ਜਿਹੜਾ ਲੈ ਕੇ ਗਿਆ ਉਧਰੋਂ ਹੌਲਦਾਰ ਦਾ ਫੋਨ ਆ ਗਿਆ। ਹੈਲੋ ਗਰੇਵਾਲ ਸਾਹਿਬ ਬੋਲਦੇ ਹੋ? ਹਾਂ ਬੋਲਦਾ। ਹਜੂਰ ਜਿਹੜੇ ਅੱਤਵਾਦੀਆਂ ਲਾਸ਼ਾਂ ਸੀ ਪੋਸਟਮਾਰਟਮ ਲਈ ਲੈ ਗਏ ਸੀ ਉਹਨਾਂ ਚੋਂ ਇੱਕ ਜਿਉਂਦਾ। ਇਹ ਕਿਵੇਂ ਹੋ ਸਕਦਾ? ਇੱਥੋਂ ਤਾਂ ਮਰੇ ਹੋਏ ਲੈ ਕੇ ਗਏ ਹੋ। ਹਜੂਰ ਲੱਤਾਂ 'ਚ ਗੋਲੀਆਂ ਸੀ, ਇੱਕ ਤਾਂ ਬੇਹੋਸ਼ ਹੀ ਹੋਇਆ ਸੀ, ਉਹਨੂੰ ਹੋਸ਼ ਆ ਗਈ। ਹੁਣ ਕੀ ਕਰੀਏ? ਇਲਾਜ ਲਈ ਦਾਖਲ ਕਰਾਈਏ ਜੀ। ਹੌਲਦਾਰ ਵਧੀਆ ਟੱਬਰ ਦਾ, ਕਿਉਂ ਇਹਨੂੰ ਸਾਕ ਕਰਨਾ ਹੈ? ਅੱਤਵਾਦੀ ਪ੍ਰੈਸ ਤੇ ਪੁਲਿਸ ਦੀਆਂ ਨਜ਼ਰਾਂ 'ਚ ਮਰ ਚੁੱਕਿਆ। ਬਾਹਰ ਜਾ ਕੇ ਗੋਲੀਆਂ 4 ਮਾਰ ਕੇ ਦੁਬਾਰਾ ਲੈ ਆਓ ਵਾਪਸ। ਫੋਨ ਕਿੱਥੋਂ ਕੱਢ? ਹਸਪਤਾਲ ਹੀ ਆ, ਬਸ ਲੈ ਜਾਓ ਬਾਹਰ। ਬੜੇ ਯਾਰ ਔਖੇ ਹੋਏ। ਕੀ ਹੋਇਆ? ਬਸ ਸੁਣ ਲਿਆ ਤੁਸੀਂ? ਆਪਣੇ 'ਚ ਦੋਨਾਂ 'ਚ ਗੱਲ ਆ। ਮੁਨਸ਼ੀ ਨੇ ਕਿਹਾ। ਮੁਨਸ਼ੀ ਚਾਹ ਲੈ ਕੇ ਆ ਗਿਆ। ਚਾਹ ਪੀ ਕੇ ਕਾਕੇ ਤੇ ਪ੍ਰੀਤਮ ਜੈਲਦਾਰ ਕੋਲ ਪਹੁੰਚ ਗਏ। ਹਵਾਲਾਤ 'ਚ ਥਾਣੇ ਦੀ ਪਿਛਲੀ ਘੋਰ ਜੀ 'ਚ ਤਾੜੇ ਹੋਏ ਸੀ ਬਿਜਲੀ ਦੇ ਵੱਡੇ ਲਾਟੂ। ਥਾਣੇਦਾਰ ਨੇ ਇਸ਼ਾਰੇ ਤੇ ਜੈਲਦਾਰ ਕਾਕੇ ਨੂੰ ਵੱਖ ਕਰ। ਹਾਂ ਬਈ ਜੈਲਦਾਰਾ, ਕੀ ਹਾਲ ਆ? ਪ੍ਰੀਤਮ ਸਿਆਂ ਤੇਰਾ? ਜੈਲਦਾਰ ਚੁੱਪ। ਪ੍ਰੀਤਮ ਸਿਆਂ ਮੇਲੇ ਹੋ ਹੀ ਗਏ ਆਪਣੇ, ਤੈਨੂੰ ਮਿਲਣ ਨੂੰ ਮੇਰਾ ਬਹੁਤ ਜੀਅ ਕਰਦਾ। ਨਿਡਰ ਤੇ ਦਲੇਰ ਬੰਦੇ ਦਾ ਮੈਂ ਮਾਣ ਪਹਿਲੇ ਹੀ ਕਰਦਾ। ਥਾਣੇ ਦੇ ਅੰਦਰ ਆ ਕੇ ਹਮਲਾ ਕਰਕੇ ਸਿਰੇ ਲਾਤੀ ਤੇ ਕਹਾਣੀ। ਤੂੰ ਇਹ ਧਾਵਾ ਆਪਣੇ ਮਾਈ ਬਾਪ ਛਡਾਉਣ ਨੂੰ ਕੀਤਾ ਸੀ ਨਾ ਜੀ? ਹਜੂਰ ਮੂਹਰੇ ਗੱਲ ਕਰਨ ਤੋਂ ਪਹਿਲਾਂ ਮੁਨਸ਼ੀ ਬੋਲਿਆ। ਪ੍ਰੀਤਮ ਸਿੰਘ ਦੇ ਸਰਦਾਰ ਦੇ ਮਾਂ ਬਾਪ ਛੱਡ ਦਿਓ ਬਈ, ਜੋ ਹੁਕਮ ਹਜੂਰ। ਮੁਨਸ਼ੀ ਚਲੇ ਗਿਆ। ਜੈਲਦਾਰ ਦਾ ਚਿਹਰਾ ਟਸ ਤੋਂ ਮਸਣਾ। ਛੱਡ ਦਿੱਤੇ ਸਰਕਾਰ, ਬਹੁਤ ਅੱਛੇ। ਹਾਂ ਵੀ ਪ੍ਰੀਤਮ ਸਿੰਘ ਖੁਸ਼ ਆ। ਹੁਣ ਉਹ ਦੱਸਦੇ ਵੀ ਨਾਲ ਦਾ ਮੁੰਡਾ ਕੌਣ ਹੈ? ਜਿਹੜੇ 2 ਮਰਿਆ ਉਹ ਕਿਹਨਾਂ ਦੇ ਆ? ਬਸ ਗੱਲ ਇਹੀ। ਜੈਲਦਾਰ ਨੇ ਗਹਿਰੀ ਅੱਖ ਵੱਲ ਥਾਣੇਦਾਰ ਨੂੰ ਤੱਕਿਆ। ਲਾਲ ਗੇਰੂ ਅੱਖ 'ਚ ਕੋਈ ਤਬਾਹੀ ਸੀ। ਪ੍ਰੀਤਮ ਸਿੰਘ ਜੋਸ਼ ਹਮੇਸ਼ਾ ਸੋਚ ਤੋਂ ਮਾਰ ਖਾਂਦਾ। 10ਵੇਂ ਪਾਤਸ਼ਾਹ ਦੀ ਕਸਮ ਖਾ ਕੇ ਕਹਿਣਾ ਤੂੰ ਬਾਹਲਾ ਮਾਫ ਬਣ ਗਿਆ, ਸਿੱਧਾ ਬਰੀ, ਪੁਲਿਸ ਦੀ ਨੌਕਰੀ। ਆ ਵੇਖ ਲਾ 3 ਮੋਢਿਆਂ ਤੇ ਚਮਕਦੇ ਆ ਨਾ, ਇਹੋ ਜਿਹੇ 3 ਲਵਾ ਦੋ। ਸਿੱਧਾ ਵੱਡਾ ਥਾਣੇਦਾਰ। ਤੇ ਜੱਟਾਂ ਨੂੰ ਕੁੱਟੀ ਜਾਈ ਜਿੰਨਾ ਮਰਜੀ, ਕੋਈ ਨਹੀਂ ਕੁਛ ਕਹਿੰਦਾ। ਜੈਲਦਾਰ ਹੱਸ ਪਿਆ। ਹੱਸ ਕੇ ਕਹਿੰਦਾ ਓਏ ਡੂੰਗਾ ਸੋਚ ਲੈ, ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧੇ ਫਿਰਦੇ ਹੋ। ਕੀ ਖੱਟਣਾ ਹੈ? ਇਹ ਤੁਹਾਡਾ ਕੁਛ ਨਹੀਂ ਬਣਨਾ। ਖਾਲ ਖੂਲਸਤਾਨ ਜਿਹਾ ਇਹ ਕਿਸੇ ਕੰਜਰ ਨਹੀਂ ਦੇਣਾ। ਕਿਸੇ ਬੁੜੀ ਨੇ ਕਿਹਾ ਸੀ ਵੀ ਪੁੱਤ ਚਾਹੇ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣਨਾ। ਰਹਿਣ ਦਿਓ, ਨਾ ਕਰੋ ਘੁਲਾੜੀ 'ਚ ਬਾਂਹ। ਬੋਲ ਲਿਆ ਹੁਣ ਤੂੰ, ਹੋ ਗਈ ਗੱਲ ਤੇਰੀ। ਪ੍ਰੀਤਮ ਸਿੰਘ ਨੇ ਜਦ ਇਹ ਗੱਲ ਕਹੀ, ਮੈਂ ਨਰਮਾਈ ਵਰਤਦਾ ਪ੍ਰੀਤਮ ਸਿੰਘ। ਬਿੱਲੀ ਲੱਖ ਮਾਸੀ ਬਣੇ, ਚੂਹੇ ਨੂੰ ਆਪਦੇ ਹਸ਼ਰ ਦਾ ਪ੍ਰਤੱਖ ਹੁੰਦਾ। ਤੇਰੀ ਜਵਾਨੀ ਤੇ ਤਰਸ ਆਉਂਦਾ ਮੈਨੂੰ। ਗਰੇਵਾਲ ਕਹਿੰਦਾ ਸਰਦਾਰਾ ਰਣਜੋਤ ਦੀ ਜਵਾਨੀ ਤੇ ਤਰਸ ਨਹੀਂ ਕੀਤਾ? ਸਾਡੇ ਪਿੰਡ ਵਾਲਾ ਮੁੰਡਾ ਜਿਹੜਾ ਚੱਕ ਕੇ ਮਾਰਿਆ, ਬਾਬੇ ਜਪਨਾਬ ਨੂੰ ਚੱਕ ਕੇ ਮਾਰਿਆ ਕਿ ਨਹੀਂ? ਮੈਂ ਤੇਰੇ ਤੇ ਕਿਵੇਂ ਇਤਵਾਰ ਕਰ ਲਾਂ? ਦੁੱਧ ਦੀ ਰਾਖੀ ਬਿੱਲਾ ਬਿਠਾਇਆ, ਭੱਦਰਕਾਰੀ ਨਹੀਂ ਤਾਂ ਕਰਨੀ। ਕੁੱਤੇ ਦੇ ਮੂੰਹ ਖੂਨ ਲੱਗਿਆ ਹੋਇਆ। ਜਦ ਕੁੱਤਾ ਕਿਹਾ
ਮੈਂ ਹਲੀਮੀ ਵਰਤਦਾ, ਪੰਜਾਲੀ ਥੱਲੇ ਆ ਜਾ। ਤੇਰੇ ਵਰਗਾ 3900 ਮਲੰਗ ਤੁਰਿਆ ਫਿਰਦਾ। ਓਏ ਘਰੇ ਵਾਲਾ ਗੱਲ ਸੁਣ ਮੇਰੀ। ਜਦ ਇੰਨੀ ਗੱਲ ਜੈਲਦਾਰ ਨੇ ਕਹੀ, ਲੜਾਈ ਤੇ ਮੁਹੱਬਤ 'ਚ ਜਾਇਜ਼ ਆ ਸਾਰਾ ਕੁਛ। ਅਸੀਂ ਬੁੜੀਆਂ ਨੰਗੀਆਂ ਕਰ ਦਿੰਦੇ ਹੁੰਦੇ ਆ। ਇੰਨੀ ਜਦ ਕਹੀ ਜੈਲਦਾਰ ਨੂੰ ਗੁੱਸਾ ਚੜ ਗਿਆ। ਹੱਥ ਕੜੀ ਵਾਲਾ ਹੱਥ ਜੋੜ ਕੇ ਗਰੇਵਾਲ ਥਾਣੇਦਾਰ ਦੇ ਬਥਾੜੇ ਤੇ ਮਾਰਿਆ। ਤਿੱਖਾ ਨੱਕ ਅੰਬੀ ਵਰਗਾ ਜਦ ਜੜੈਕ ਦੇ ਕੇ ਟੁੱਟਿਆ ਤਾਂ ਵਿੱਚੋਂ ਧਰਾਲ ਖੂਨ ਦੀ ਡਿੱਗੀ। ਖੂੰਜੋਂ ਲੱਕੜ ਦਾ ਬਾਲਾ ਚੱਕ ਕੇ ਥਾਣੇਦਾਰ ਨੇ ਜੈਲਦਾਰ ਨੂੰ ਕੋਹਣਾ ਸ਼ੁਰੂ ਕਰ, ਪਰ ਜੈਲਦਾਰ ਨੇ ਮੂੰਹ ਹਾਏ ਤੱਕ ਨਾ ਕੀ ਹੱਪ ਕੇ ਥਾਣੇਦਾਰ ਨੇ ਬਾਲਾ ਦੂਰ ਭਗਾ ਕੇ ਮਾਰੇ। ਲੈ ਕੁੱਤੀਏ ਜਾਤੇ, ਫਿਰ ਮੂੰਹ ਤੋਂ ਹੱਥ ਲਾ ਲਾ ਹੁਣ। ਜੇ ਨਾ ਤੇਰਾ ਮੁਕਾਬਲਾ ਬਣਾ, ਮੈਨੂੰ ਅਸਲੀ ਪਿਓ ਦੀ ਸੱਟ ਨਾ ਜਾਣੀ ਹੁਣ। ਥਾਣੇਦਾਰ ਨੇ ਕਿਹਾ, ਤੂੰ ਕੁੱਤਿਆ ਹੋਰ ਫਿਰ ਕਰ ਵੀ ਕੀ ਸਕਦਾ ਹੈ? ਕਰੇਗਾ ਕੀ ਹੋਰ? ਜਾਂ ਤਾਂ ਖੋਲ ਫਿਰ ਹੱਥ ਵਿੱਚ, ਤੈਨੂੰ ਦੱਸਾਂ ਮਾੜਾ ਜਿਹਾ। ਜੈਲਦਾਰ ਫੇਰ ਕਹਿਣਾ ਸੀ, ਤੈਨੂੰ ਦਿਖਾਵਾ ਧਰਮਰਾਜ ਦਾ ਘਰ। ਇੰਨੀ ਕਹਿ ਕੇ ਫੇਰ ਦੁਬਾਰਾ ਫੇਰ ਗਰੇਵਾਲ ਨੇ ਬਾਲਾ ਚੱਕ ਲਿਆ। ਜਦ ਇੰਨੀ ਗੱਲ ਕੀਤੀ ਤਾਂ ਫੇਰ ਕਿਹਾ, ਤੇਰੀ ਬੇਬੇ ਨੂੰ ਨੰਗੀ ਕਰਕੇ ਖੜਾਊਂ, ਯਾਦ ਰੱਖੀ। ਇੰਨੀ ਗੱਲ ਕੀਤੀ ਤਾਂ ਘੁੰਮ ਕੇ ਜੈਲਦਾਰ ਨੇ ਹੱਥ ਕੜੀ ਵਾਲਾ ਹੱਥ ਉੱਪਰ ਦੀ ਗਰੇਵਾਲ ਦੇ ਗਲ 'ਚ ਪਾ ਲਿਆ। ਸਿਪਾਹੀ ਖਿੱਚਣ ਜਾਂ ਗਰੇਵਾਲ ਨੂੰ ਥੱਲਿਓਂ ਖਿੱਚਣ ਤਾਂ ਵੀ ਗਲ ਘੁੱਟ ਹੋਵੇ, ਜਾਂ ਜੈਲਦਾਰ ਨੂੰ ਖਿੱਚਣ ਤਾਂ ਵੀ ਗਲ ਘੁੱਟੇ। ਮਸਾਂ ਬਾਹਾਂ ਮਰੋੜ ਕੇ ਜਦ ਹੱਥ ਕੱਢਿਆ, ਜਨ ਨੂੰ ਸਿਪਾਹੀ ਖਬਰ ਲੈ ਕੇ ਆ ਗਿਆ। ਖਾਸ ਹੁਣ ਖਿਆਲ ਰੱਖੀ, ਦਿਹਾੜੀ ਇੱਕ ਹੀ ਹੈ। ਉਹ ਜਾ ਤੂੰ, ਤੇਰੇ ਵਰਗੇ 20 ਮਲੰਗ ਤੁਰੇ ਫਿਰਦੇ, ਕਰ ਲਈ ਜਿਹੜਾ ਕੋਈ ਕਰਨਾ। ਜਿੱਦਣ ਧਮਕੀਆਂ ਤੂੰ ਮਾਰਦਾ, ਦੇਖਾਂ ਕੌਣ ਕਿਹਨੂੰ ਮਾਰਦਾ। ਪਤਾ ਨਹੀਂ ਜੈਲਦਾਰ ਕਿਵੇਂ ਗੁੱਸੇ 'ਚ। ਸਰਦਾਰ ਹੌਲਦਾਰ ਹੋਰੀ ਆ ਗਏ, ਇਹਨੂੰ ਸਿੱਟੋ ਅੰਦਰ ਮੇਰੇ ਸਹੁਰੇ ਨੂੰ। ਥਾਣੇਦਾਰ ਨੇ ਹੁਕਮ ਕੀਤਾ, ਲੈ ਪੁੱਤ ਜਿਹੜੇ ਗੁਰਪੀਰ ਨੂੰ ਧਿਆਉਣਾ ਧਿਆਲੀ, ਤੇਰੇ ਤੁਰੰਤ ਆ ਗਏ। ਜੇ ਮੈਂ ਨਾ ਬੱਕਰੇ ਨੂੰ ਕੁਤਰਿਆ, ਗਰੇਵਾਲ ਪਿਓ ਦੀ ਨਹੀਂ, ਤੁਹਾਡੇ ਵਿਹੜੇ 'ਚੋਂ ਹੀ ਕਿਸੇ ਦਾ ਸਊ ਹੈਗਾ ਹੀ ਸਾਡੇ 'ਚੋਂ ਹੈ। ਤੇਰਾ ਚਿਹਰਾ ਮੋਹਰਾ ਰੱਖਦਾ ਦਫਸਲਾ ਹੈ। ਇੰਨੀ ਗੱਲ ਕਹਿ ਕੇ ਜੈਲਦਾਰ ਅੰਦਰ ਹੋ ਗਏ। ਥਾਣੇਦਾਰ ਬਾਹਰ ਆ ਕੇ ਫੂਕਰਾ ਮਾਰੇ, ਨਾਲ ਫੌਜ ਮੁਨਸ਼ੀ ਭੱਜਾ ਵੇ, ਜਨਾਬ ਤੁਸੀਂ ਬੈਠੋ ਬੈਠੋ ਬੈਠੋ, ਐ ਨਾ ਰੌਲਾ ਨਾ ਪਾਓ, ਐ ਨਹੀਂ ਗੱਲ ਬਣਨੀ। ਦੂਜੇ ਦਿਨ ਇਲਾਕਾ ਮੈਜਿਸਟਰੇਟ ਦੇ ਪੇਸ਼ ਕਰਕੇ ਥਾਣੇਦਾਰ ਨੇ 1 ਹਫ਼ਤੇ ਦਾ ਫੇਰ ਰਿਮਾਂਡ ਲੈ ਲਿਆ। ਬੁੱਚੜਖਾਨਾ ਸ਼ੁਰੂ ਹੋ ਗਿਆ। ਫੇਰ ਜੈਲਦਾਰ ਦੇ ਦੋਨੇ ਪੱਟ ਚੀਰ ਕੇ ਲਾਲ ਮਿਰਚਾਂ ਭਰਤੀਆਂ, ਖੁੱਚਾਂ 'ਚ ਮੋਟਾ ਡੰਡਾ ਰੱਖ ਕੇ ਰੱਸਿਆਂ ਨਾਲ ਨੜ ਕੇ ਗੋਡਿਆਂ ਭਾਰ ਸੁੱਟਤਾ। ਪੀੜਾਂ ਦੇ ਹਜ਼ਾਰਾਂ ਬਿੱਛੂਆਂ ਨੇ ਡੰਗਣਾ ਸ਼ੁਰੂ ਕਰ ਦਿੱਤਾ। ਬੁੱਚੜਖਾਨੇ 'ਚ ਦਿਨ ਰਾਤ ਨੂੰ ਕੁੱਟਦੇ, ਸਾਰੀ ਰਾਤ ਤੇ ਸਵੇਰੇ ਬੁੱਚੜਖਾਨੇ 'ਚੋਂ ਕੱਢ ਕੇ ਹਵਾਲਾ 'ਚ ਛੱਡ ਦਿੰਦੇ। ਅੱਧੇ ਘੰਟੇ ਬਾਅਦ ਟਾਕੀ ਦੇਖ ਲੈਂਦੇ ਕਿ ਜਿਉਂਦੇ ਨੇ ਕਿ ਨਹੀਂ। ਗੱਲਾਂ ਕਰਦੇ ਕਰਦੇ ਕਾਕਾ ਤੇ ਜੈਲਦਾਰ ਨੇ ਸਰੀਰ ਘੜੀਸ ਕੇ ਕੰਧ ਨਾਲ ਲਾ ਲਿਆ। ਕਈ ਹਾਲ ਹੈ, ਝੋਜੀ ਪ੍ਰੀਤਮ ਦੇ ਭਾਣੇ 'ਚ ਬਾਗੋ ਬਾਗ ਹੈ। ਗੱਲ ਦੀ ਸਮਝ ਆ ਗਈ ਹੈ ਕਿ ਕਿਹੜੀ ਭਾਈ ਮਨੀ ਸਿੰਘ, ਤਾਰੂਵਰ ਸਿੰਘ ਵਰਗੇ ਸਿਰੜੀ ਸੂਰਮੇ ਕਾਹਦੇ ਸੀ। ਉਹੀ ਸਿਰੜ ਹੈ, ਨਹੀਂ ਬੰਦਾ ਇਹਨਾਂ ਦੇ ਜ਼ਾਲਮਾਂ ਦੇ ਮੂਹਰੇ ਕੀ ਹੈ। ਹੁਣ ਪਤਾ ਲੱਗਦਾ ਕਿਵੇਂ ਯੋਧੇ ਨੇ ਨਖਾਸ ਚੌਂਕ ਦੇ ਵਿੱਚ ਆਪਣੀ ਖੋਪਰੀ ਲਹਾ ਕੇ ਕਿਵੇਂ 20 ਦਿਨ ਜਿਉਂਦਾ ਰਿਹਾ, ਜੁੱਤੀ ਦੀ ਨੋਕ ਤੇ ਜ਼ਕਰੀਆ ਨੂੰ ਮੂਹਰੇ ਲਾ ਕੇ ਲੈ ਗਿਆ। ਇਹ ਕੀ ਕਹਾਣੀ ਸੀ, ਇਹਦੀ ਵੀ ਸੁਣ ਲੈ। ਬੰਨ ਪੈ ਗਿਆ ਸੀ ਜ਼ਕਰੀਆ ਨੂੰ। ਕਿਸੇ ਨੇ ਸਿਆਣੇ ਨੇ ਕਹਿਤਾ, ਤਾਰੂ ਸਿੰਘ ਦੀ ਜੁੱਤੀ ਫੇਰੋ ਸਿਰ ਤੇ। ਜਦ ਸਿਰ ਤੇ ਜੁੱਤੀ ਮਾਰਦੇ ਤੁਪਕਾ ਪਿਸ਼ਾਬ ਦਾ ਆਉਂਦਾ। ਜ਼ਕਰੀਆ ਜੁੱਤੀਆਂ ਮਰਵਾ ਕੇ ਮਰ ਗਿਆ। ਧੰਨ ਗੁਰੂ ਦੀ ਸਿੱਖੀ। ਰਾਤ ਦੇ 9 ਵਜੇ ਬੁੱਚੜਖਾਨੇ ਦਾ ਦਰਵਾਜ਼ਾ ਫੇਰ ਖੁੱਲ ਗਿਆ। ਉਹੀ ਰਾਤ ਤੇ ਰਾਤ ਸਾਰੀ ਰਾਤ ਲਾ ਕੇ ਸਵੇਰੇ ਫੇਰ ਸਿਰਦਾ। ਦੋਨਾਂ ਦਾ ਹੁਣ ਇਲਾਜ ਸ਼ੁਰੂ ਹੋ ਗਿਆ। ਹਫ਼ਤਾ ਪੂਰਾ ਹੋ ਗਿਆ। ਮੈਜਿਸਟਰੇਟ ਦੇ ਪੇਸ਼ ਕਰਨਾ ਸੀ। ਇਹ ਤਬਦੀਲੀ ਇੰਨੀ ਕਿਉਂ ਹੈ? ਲੱਤਾਂ ਪਾੜ ਕੇ ਹੁਣ ਇਲਾਜ ਸ਼ੁਰੂ ਕਰਤਾ। ਜੈਲਦਾਰ ਪੱਟੀਆਂ ਪਲੋਸਦਾ। ਬਸ ਹੁਣ ਸਿਰੇ ਲਾਉਣਗੇ ਜਾਂ ਪੇਸ਼ ਕਰਨਗੇ। ਬਾਹਰ ਨਹੀਂ ਆਪਾਂ ਨੂੰ ਕਰਦੇ। ਹੁਣ ਰੌਲਾ ਪੈ ਗਿਆ ਬਾਹਰ, ਪ੍ਰੈਸ ਨੂੰ ਪਤਾ, ਪਰ ਕਰਨਗੇ ਤਾਂ ਸਹੀ ਕੁਛ। ਸਾਰੀ ਰਾਤ ਸਿੰਘਾਂ ਸੂਰਮਿਆਂ ਦੀਆਂ 18ਵੀਂ ਸਦੀ ਦੇ ਯੋਧਿਆਂ ਦੀਆਂ ਗੱਲਾਂ ਕਰਦੇ। ਕਾਕੇ ਤੇ ਜੈਲਦਾਰ ਦਾ ਰਿਮਾਂਡ ਪੂਰਾ ਹੋ ਗਿਆ। ਜ਼ਖਮ ਭਰ ਗਏ ਤੇ ਠੰਡ ਨਾਲ ਹੱਡ ਤਾਂ ਚਸਕਦੇ, ਗੋਡਿਆਂ ਦੇ ਦਰਦ ਵੀ ਹੁੰਦੇ ਤੇ ਡਾਕਟਰ ਅਨੁਸਾਰ 3 ਮਹੀਨੇ ਘੱਟੋ ਘੱਟ ਦਰਦਾਂ ਰਹਿਣੀਆਂ। ਸਾਰੀਆਂ ਖਾੜਕੂ ਜਥੇਬੰਦੀਆਂ ਬਿੱਲੂ ਤੇ ਪ੍ਰੀਤੀ ਦੀ ਸ਼ਹੀਦੀ ਬਾਰੇ ਤੇ ਜੈਲਦਾਰ ਦੇ ਕਾਕੇ ਦੀ ਗ੍ਰਿਫਤਾਰੀ ਦੀਆਂ ਗੱਲਾਂ ਚੱਲਣ ਲੱਗੀਆਂ। ਹੁਣ ਕਹਾਣੀ ਇਹ ਸੀ ਵੀ ਪਤਾ ਕਦ ਲੱਗੇ ਪੇਸ਼ ਕਰਨਾ। ਥਾਣੇ ਦਾ ਇੱਕ ਸਿਪਾਹੀ ਗੰਢਿਆ ਹੋਇਆ
ਦਿੱਤੀ ਉਹਨੇ ਜਥੇਬੰਦੀ ਨੂੰ, ਦੱਸਦਾ ਸਵੇਰੇ 10 ਵਜੇ ਕਾਕੇ ਤੇ ਜਰਨੈਲ ਨੂੰ ਅਦਾਲਤ 'ਚ ਪੇਸ਼ ਕਰਨਾ। ਟਰੱਕ ਥਾਣੇ ਦੇ ਵਿਹੜੇ 'ਚ ਖੜਾ, ਥਾਣੇਦਾਰ ਤੇ ਮੁਨਸ਼ੀ ਦਫ਼ਤਰ 'ਚ ਫਾਈਲਾਂ ਲੱਗੇ, ਕਾਕੇ ਤੇ ਜੈਲਦਾਰ ਨੂੰ ਹੱਥ ਲੱਗੇ, ਵਿਹੜੇ 'ਚ ਪੁੰਜੇ ਬਿਠਾਇਆ। ਮੇਰੀ ਗਲਤੀ ਕਾਰਨ ਦਾ ਕੀ ਹੋ ਗਿਆ, 2 ਸਾਥੀ ਵਿਛੜੇ। ਜੈਲਦਾਰ ਨੇ ਕਿਹਾ ਗੁਰੂ ਦਾ ਭਾਣਾ ਹਰ ਹਾਲਤ ਬੀਤ ਕੇ ਰਹਿਣਾ, ਇਹੋ ਜਿਹੀਆਂ ਗੱਲਾਂ ਨਹੀਂ ਸੋਚੀਆਂ ਹੁੰਦੀਆਂ, ਬੀਤ ਗਈਆਂ ਦਾ ਕਾਹਦਾ ਪਛਾਵਾ। ਗੌਰਮੈਂਟ ਨੇ ਨੂੰ ਪਤਾ ਹੀ ਸੀ ਅੱਜ ਸ਼ਹੀਦ ਹੁੰਦੇ ਨੇ, 10 ਦਿਨਾਂ ਨੂੰ ਹੋਰ, ਮਹੀਨੇ ਨੂੰ ਹੋਰ, ਇਹਦੀ ਕਿਹੜੀ ਕਹਾਣੀ ਹੈ। ਦੇਖੀ ਸਹੀ, ਕ੍ਰਾਂਤੀਆਂ ਤੇ ਬਾਅਦ ਇਨਕਲਾਬ ਆਉਂਦੇ ਆ, ਕਾਇਮ ਰਹਿ। 9 ਵੱਜ ਗਏ, ਧੁੱਪ ਤੇ ਨਿੱਘਦਾ ਸਵੇਰ ਦਾ ਨਿਗਾਹ ਸੀ। ਕਾਕੇ ਤੇ ਜੈਲਦਾਰ ਨੂੰ ਟਰੱਕ ਚੜਾ ਪੁਲਿਸ ਵਾਲੇ ਤੁਰ ਗਏ। ਥਾਣੇਦਾਰ, ਹੌਲਦਾਰ, ਡਰਾਈਵਰ ਨਾਲ ਡਟੇ ਬੈਠੇ ਸੀ। ਆਦ ਅਦਾਲਤ ਥਾਣੇ ਤੋਂ ਤਕਰੀਬਨ ਅੱਧੇ ਘੰਟੇ ਦੀ ਬਾਅਦ ਟਰੱਕ ਆਪਣੀ ਚਾਲ ਤੁਰੇ। ਕਾਕੇ ਤੇ ਜੈਲਦਾਰ ਦੇ ਹੱਥ ਕੜੀਆਂ ਲੱਗੀਆਂ। ਟਰੱਕ ਦੇ ਦੋਨੇ ਪਾਸੇ ਸਾਈਡਾਂ 3 ਸਿਪਾਹੀ। ਕਾਕਾ ਬਾਰ-ਬਾਰ ਗੁਰਮੀਤ ਸਿਪਾਹੀ ਵੱਲ ਗਹਿਰੀ ਨਜ਼ਰ ਨਾਲ ਵੇਖਦਾ ਸੀ, ਕਿਉਂਕਿ ਗੁਰਮੀਤ ਨੇ ਬਹੁਤ ਟੌਰਚਰ ਕੀਤਾ ਸੀ। ਸ਼ਹਿਰ 'ਚ ਆਵਾਜਾਈ ਹਲੇ ਘੱਟ ਸੀ ਤੇ ਲੋਕ ਹਲੇ ਹੌਲੀ ਹੌਲੀ ਆ ਰਹੇ ਸੀ। ਤਕਰੀਬਨ 9:30 ਵਜੇ ਟਰੱਕ ਕਚਹਿਰੀਆਂ 'ਚ ਲਿਆ ਖੜਿਆ। ਥਾਣੇਦਾਰ ਸੰਬੰਧਿਤ ਫਾਈਲਾਂ, ਕਾਛੜ, ਡੱਬੀਆਂ ਦੀ 3 ਸਿਪਾਹੀ ਕਾਕੇ ਤੇ ਜੈਲਦਾਰ ਦੇ ਅੱਗੇ ਤੇ ਪਿੱਛੇ ਤੁਰ ਜਾਂਦੇ। ਥਾਣੇਦਾਰ ਤੇ ਹੌਲਦਾਰ ਸਾਰਿਆਂ ਤੋਂ ਅੱਗੇ ਸੀ। ਸਤਿ ਸ੍ਰੀ ਅਕਾਲ ਜੀ, ਪਾਸਿਓਂ ਕਿਸੇ ਨੇ ਥਾਣੇਦਾਰ ਗਰੇਵਾਲ ਨੂੰ ਕਿਹਾ। ਥਾਣੇਦਾਰ ਉੱਧਰ ਝਾਕਿਆ, ਬੰਦਾ ਪਛਾਣ। ਸਤਿ ਸ੍ਰੀ ਅਕਾਲ, ਕੌਣ ਆ ਬਈ? ਕਿਉਂਕਿ ਪਾਟਗਿਰੀ 'ਚ ਤੁਰਿਆ ਜਾਂਦਾ ਸੀ, ਪਤਾ ਨਹੀਂ ਸੀ ਕੌਣ ਹੈ, ਪਰ ਨਹੀਂ ਤਾਂ ਤੁਰੇ ਜਾਂਦਾ, ਸਿਆਣਾ ਹੁੰਦਾ, ਗੱਲ ਗਾਂਹ ਕਰਦਾ। ਤੇ ਗਰੇਵਾਲ ਨੂੰ ਇਹ ਹੋ ਗਿਆ ਵੀ ਦੇਖੀਏ ਕਿਹਨੇ ਫਤਿਹ ਬੁਲਾਈ ਹੈ। ਤੂੰ ਕੌਣ ਹੈ ਬਈ? ਥਾਣੇਦਾਰ ਨੇ ਹੈਰਾਨ ਨਾਲ ਕਿਹਾ। ਪਛਾਣਿਆ ਨਹੀਂ? ਪਤਿਓਰਾ ਤੇਰਾ। ਜਾਗਟ ਹਿੱਤੋਂ ਜਦ ਬੰਦੇ ਖਾਣੀ ਨਿਕਲੀ, ਥਾਣੇਦਾਰ ਤੇ ਹੌਲਦਾਰ ਭਰਾੜ ਖੂਨ ਦਾ ਖਾਲ ਬਹਿ ਗਿਆ। ਭੱਜ ਕੇ ਟਰੱਕ ਕੋਲ ਚਲੋ, ਗੁਰਪਾਲ ਨੇ ਕਾਕੇ ਉਹਨਾਂ ਨੂੰ ਲਲਕਾਰ ਕੇ ਕਿਹਾ। ਗੋਲੀ ਚਾਰੇ ਪਾਸੇ ਚੱਲਦੀ। ਕਚਹਿਰੀਆਂ 'ਚ ਪਰਲੋ ਆ ਗਈ, ਭਗਦੜ ਮੱਚ ਗਈ। ਸਿਪਾਹੀ ਗੋਲੀ ਚਲਾਉਣਾ ਹੀ ਭੁੱਲ ਗਏ। ਜੱਜ, ਵਕੀਲ, ਰੀਡਰ, ਟਾਈਪਿਸਟ, ਖੋਖਿਆਂ ਦੇ ਥੱਲੇ ਦੀ 5 ਸਿਪਾਹੀ ਤੁਰ ਗਏ। ਗੁਰਮੀਤ ਦੇ ਸਹਿਗਦਾ ਜੈਲਦਾਰ ਨੇ ਗੁਰਵੰਤ ਤੋਂ 47 ਫੜੀ। ਫੜਾਈ ਕਿਹੜਾ ਮਾਰੀ ਜੀ, ਤੁਸੀਂ ਚਲੋ ਟਰੱਕ ਤੇ। ਕਿਉਂ ਇਹ ਰੱਬ ਬਣਿਆ ਫਿਰਦਾ ਸੀ? ਹੁਣ ਬੋਲ। ਉਹਦੀ ਹੱਥ ਛਾਤੀ ਤੇ ਦੋਨੇ ਪੈਰ ਰੱਖ ਕੇ ਜੈਲਦਾਰ ਚੜ ਗਿਆ। ਜੈਲਦਾਰਾ ਛੇਤੀ ਆ ਜਾ, ਟਾਈਮ ਘੱਟ ਹੈ। ਬੰਬ ਨੇ ਰੌਲਾ ਪਾਇਆ, ਟਾਈਮ ਵੀ ਘੱਟ, ਨਹੀਂ ਤੇਰੇ ਨਾਲ ਲੰਮਾ ਚੌੜਾ ਹਿਸਾਬ ਕਰਨਾ ਸੀ। ਲੱਕਾ ਤਿਆਰੀ ਨਰਕਾਂ ਦੀ। ਜੈਲਦਾਰ ਨੇ 2 ਫਾਇਰ ਗੁਰਮੀਤ ਦੀ ਖੋਪੜੀ ਤੇ ਮਾਰੇ। ਗੁਰਮੀਤ ਦੀ ਚੀਕ ਮੂੰਹ 'ਚ ਨਿਸ਼ਾ ਕਰਕੇ ਜੈਲਦਾਰ ਚੀਤੇ ਵਾਂਗੂ ਟਰੱਕ ਤੇ ਜਾ ਚੜਿਆ। ਆ ਗਏ ਬਈ, ਆ ਗਏ, ਬੋਲ ਵਾਹਿਗੁਰੂ। ਸ਼ਿਕਾਰੀ ਕੁੱਤਿਆਂ ਵਾਂਗੂ ਟਰੱਕ ਆਪਣੇ ਰਸਤੇ ਪਏ। ਕਚਹਿਰੀਆਂ 'ਚ ਹਾੜ ਬੋਲਿਆ। ਦੁਕਾਨਾਂ, ਖੋਖਿਆਂ 'ਚ ਲਟੇ ਲੋਕ ਰੱਬ ਵਾਹਿਗੁਰੂ 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 ਕਰਦੇ। ਕਿਸੇ ਨੇ ਫੋਰਸ ਨੂੰ ਫੋਨ ਕਰਨ ਦਾ ਹੀਆ ਨਹੀਂ। ਹਰ ਦੇ ਦਿਲ 'ਚ ਸੀ ਵੀ ਪਤਾ ਨਹੀਂ ਕਿੱਥੇ ਨੇ, ਫੇਰ ਨਿਕਲੇ ਆਉਣਗੇ। ਥਾਣੇਦਾਰ ਗਰੇਵਾਲ, ਹੌਲਦਾਰ 6 ਸਿਪਾਹੀਆਂ ਦੇ ਨਾਲ ਧਰਤੀ ਤੇ ਪਾੜਿਆ ਪਿਆ ਸੀ। ਯੋਧੇ ਆਪਣੀ ਨਵੀਂ ਮੰਜ਼ਿਲ ਵੱਲ ਨੂੰ ਜਾ ਰਹੇ ਸੀ। ਤੁਰੇ ਜਾਂਦੇ ਟਰੱਕ 'ਚ ਜੈਲਦਾਰ ਨੇ ਕਿਹਾ, ਹੱਥਾਂ ਬਾਝ ਕਰਾ ਰਿਆਂ, ਬੈਰੀ ਹੋਣ ਨਾ ਮਿੱਤ, ਬੈਰੀ ਹੋਣ ਨਾ ਮਿੱਤ। ਇੱਕ ਦਾਸਤਾਨ ਬਾਈ ਕੁੱਸੇ ਨੇ ਜਦ ਨਾਵਲ ਲਿਖਿਆ, ਪੰਜਾਬ 'ਚ ਜਾ ਕੇ 2 ਮਹੀਨੇ ਰਹਿ ਕੇ ਪਿੰਡਾਂ ਦੇ, ਉਹਨਾਂ ਦੇ ਪਿੰਡਾਂ ਦੀ ਉਹ ਕਹਾਣੀ ਹੈ ਇਹ, ਮੋਗੇ ਦੇ ਆਲੇ ਦੁਆਲੇ ਸਾਰੇ ਪਿੰਡਾਂ ਦੀ, ਤੇ ਗੁਲਾਬੇ ਹੋਰਾਂ ਦੀ ਸ਼ਾਇਦ। ਤੇ ਨਾਵਲ ਨੂੰ ਲਿਖਿਆ ਉਹਨਾਂ ਨੇ, ਤੇ ਨਾਵਲ ਛਾਪਦਾ ਨਹੀਂ ਸੀ ਕੋਈ, ਬੜਾ ਔਖਾ ਸਮਾਂ ਸੀ, ਪਰ ਅਖੀਰ ਛਾਪ ਦਿੱਤਾ। ਕੁਲਵਿੰਦਰ ਸਿੰਘ ਥਿੰਦ, 604 828 7213, thinkinsurance.ca, ਅਲਬਰਟਾ ਤੇ BC ਸੇਵਾਵਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮਾਰਗੇਜ, ਸੁਪਰਵਾਈਜ਼ਰ, ਡਿਸੇਬਿਲਿਟੀ ਦੀ ਇੰਸ਼ੋਰੈਂਸ। ਯਾਦ ਰੱਖਿਓ ਪਰਮਿੰਦਰ ਸਿੰਘ ਥਿੰਦ ਨੂੰ 6048287213, 604 828 7213, thinkinsurance.ca। ਇਹ ਕਹਾਣੀਆਂ ਜਿਹੜੀਆਂ ਕਾਂਡ ਹੈ ਜਿਹੜੇ ਇਹ ਪੜ੍ਹਨੇ ਬੜੇ ਔਖੇ ਆ। ਜਦ ਤੁਸੀਂ ਉਹਦਾ ਸਮਾਂ ਤੇ ਉਹ ਚਿਤਵਦਾ ਬੰਦਾ ਥਾਣੇ ਦੇ ਸਮੇਂ ਨੂੰ, ਤੇ ਇਹ ਨਾਵਲ ਜਦ ਤੁਸੀਂ ਪੜ੍ਹਨਾ ਸ਼ੁਰੂ ਕਰਦੇ ਹੋ, ਜਦ ਤੱਕ ਮੁੱਕਦਾ ਨਹੀਂ, ਬੰਦਾ ਬੰਦ ਨਹੀਂ ਕਰ ਸਕਦਾ। ਕੜੀ ਇਸ ਤਰ੍ਹਾਂ ਮਿਲਦੀ ਹੈ ਤੇ ਸਭ ਕੁਛ ਨੂੰ ਇਹਦੇ ਵਿੱਚ ਉਹਨਾਂ ਨੇ ਸਮੋਇਆ। ਤਵੀ ਤੋਂ ਤਲਵਾਰ ਤੱਕ, ਪੁਰਜਾ ਪੁਰਜਾ ਕਟਮਰੇ ਤੇ ਬਾਹਰੀ ਕੋਹੀ ਬਲਦਾ ਦੀਵਾ, 3 ਨਾਵਲ ਨੇ ਜਿਹੜੇ ਉਹਦਾ ਦੇ ਪੜ੍ਹਨ ਵਾਲੇ ਆ। ਉਹਨਾਂ ਨੂੰ ਪੜ੍ਹਿਓ, ਬਹੁਤ ਬੈਲੈਂਸ ਕਰਕੇ ਲਿਖਿਆ। ਤੇ ਪੰਜਾਬ ਦੇ ਉਸ ਸਮੇਂ ਨੂੰ ਜਿਹੜੇ ਕਿਤਾਬਾਂ ਨੇ ਜਿਹੜੀਆਂ, ਉਹ ਅਜਮੇਰ ਸਿੰਘ ਉਹਨਾਂ ਦੀਆਂ, ਦਲਵੀਰ ਸਿੰਘ ਪੱਤਰਕਾਰ ਦੀਆਂ,
ਇੰਦਰ ਸਿੰਘ ਪੱਤਰਕਾਰ ਦੀਆਂ, ਰਾਜਵਿੰਦਰ ਸਿੰਘ ਰਾਹੀ ਉਹਨਾਂ ਨੇ ਤਾਂ ਇਹਨਾਂ ਨੇ ਲਿਖੀਆਂ, ਤੇ ਕਮਲ ਨੇ ਵੀ ਲਿਖਿਆ ਪੰਜਾਬ ਦੇ 9 ਖੱਤ, ਤੇ ਅਖੀਰਲੇ ਸਮੇਂ ਦੇ ਵਿੱਚ ਜਾ ਕੇ ਸੰਤਾਂ ਨੂੰ ਜਦੋਂ ਕਹਿਣ ਗਿਆ ਸੀ ਜੂਨ ਦੇ ਦਿਨਾਂ 'ਚ ਤੁਰੇ ਆਉਂਦੇ ਨੂੰ ਪੌੜੀਆਂ ਤੇ, ਸੰਤ ਕਹਿੰਦੇ ਬੰਦਾ ਚੰਗਾ ਪਰ ਤਾਂ ਕਮਿਊਨਿਸਟਾਂ ਵਾਲੀ ਕੱਚ ਨਹੀਂ ਤੇਰੇ ਚੋਂ ਗਈ ਹਲੇ ਕਮਲ। ਸੋ ਇਹ ਜਿਹੜਾ ਇੱਕ ਅਲੱਗ ਕਿਸਮ ਦਾ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਅਲੱਗ-ਅਲੱਗ ਬੰਦੇ ਦੀ ਅਲੱਗ-ਅਲੱਗ ਸੋਚਣੀ ਹੈ, ਤੇ ਉਹਨੂੰ ਤੁਸੀਂ ਕਿਵੇਂ ਸੋਚਦੇ ਹੋ। ਜੇ ਤਾਂ ਸਿੱਖੀ ਦਾ ਮਾਦਾ ਹੈ ਵਿੱਚ, ਕੌਮ ਦਾ ਪਿਆਰ ਹੈ, ਤੇ ਤੁਸੀਂ ਇੱਕ ਤਰੀਕੇ ਨਾਲ ਸੋਚੋਗੇ। ਜੇ ਉਹ ਵੀ ਚਲੋ ਜੱਟਾਂ ਦੇ ਜੰਮੇ ਆ, ਸਿੱਖ ਹੀ ਹੈ, ਜਿਵੇਂ ਮਰਜ਼ੀ ਕਰੀ ਚੱਲੋ, ਫਿਰ ਕੋਈ ਕਹਾਣੀ ਨਹੀਂ ਹੈ। ਉਸ ਦਾ ਕਿਰਦਾਰ ਜਿਹੜਾ ਉਸ ਸਮੇਂ ਰਿਹਾ, ਉਹ ਗੱਲ ਇਹ ਹੈ ਵੀ ਉਸ ਕਰਕੇ ਜਦ ਇਲੈਕਸ਼ਨ ਜਿੱਤੀ ਗਈ ਕਿ ਇਹ ਸਮੇਂ 'ਚ 92-93 ਤੋਂ ਬਾਅਦ ਜਦ ਪਹਿਲੀ ਇਲੈਕਸ਼ਨ ਬਾਦਲ ਹੋਣਾ ਜਿੱਤੀ, ਕਿ ਇਹਨਾਂ ਨੂੰ ਸਾਰਿਆਂ ਨੂੰ ਮੈਂ ਜਿਹੜਾ ਇਹਨਾਂ ਤੇ ਕਮਿਸ਼ਨ ਬਿਠਾਊਂ, ਜੇ ਕਿਤੇ ਕਮਿਸ਼ਨ ਬਹਿ ਜਾਂਦਾ ਇਹਨਾਂ ਬੁੱਚੜਾਂ ਤੇ ਫਿਰ ਗੱਲ ਹੋਰ ਹੋਣੀ ਸੀ, ਪਰ ਨਾ ਬੈਠ ਸਕਿਆ। ਪੁਲਿਸ ਦੇ ਅੱਗੇ ਜ਼ੋਰ ਘਟ ਗਿਆ ਜਦ ਨਵੇਂ ਬਣੇ ਸੀ, ਬਿਠਾ ਕੇ ਅੰਦਰ ਸਮਝਾਤਾ ਹੋਊ ਵੀ ਜੇ ਸਾਨੂੰ ਟਾਈਟ ਕਰੇਗਾ ਦੁਬਾਰਾ ਫਿਰ ਮੁਹਿੰਮ ਸ਼ੁਰੂ ਹੋ ਜੂ, ਕਿਹਨੇ ਰਾਜਨੀਤੀ ਛੱਡਣੀ ਹੈ। ਨਹੀਂ ਕਿਤੇ ਹੋ ਸਕਦਾ ਤੀ ਇਜ਼ਹਾਰ ਆਲਮ ਵਰਗੇ ਇੱਥੇ ਤੁਰੇ ਫਿਰਦੇ ਤੇ ਨੌਕਰੀਆਂ, ਤੇ ਉਸ ਤੋਂ ਬਾਅਦ ਐਮਪੀਆਂ ਦੀਆਂ, MLA ਦੀ ਘਰ ਦੇ ਵਿੱਚ, ਤੇ ਸੀਤੇ ਵਰਗੇ, ਗਰੇਵਾਲ ਵਰਗੇ, ਤੇ ਇਹ ਸਾਰੇ ਘੋਟਣਾ, ਤੇ ਉਹਦੇ ਬਾਅਦ ਸੰਧੂ, ਬਹੁਤ ਲੰਮੀ ਲਾਈਨ ਹੈ ਜਿਹੜੀ ਜਿਨ੍ਹਾਂ ਨੇ, ਠੀਕ ਹੈ ਇੱਕ ਲੜਾਈ ਤੁਸੀਂ ਅਮਨ ਕਾਨੂੰਨ ਨੂੰ ਰੱਖਣਾ, ਇੱਕ ਬਾਗੀ ਨੇ ਸਿੱਧੀਆਂ ਜਦ ਚੱਲਦੀਆਂ ਨੇ ਉਹਦੇ ਵਿੱਚ ਮੁਕਾਬਲਾ ਤਾਂ ਮੁਕਾਬਲਾ ਹੀ ਹੈ, ਤੇ ਬਾਕੀ ਜਿਹੜਾ ਕੁਛ ਫੇਕ ਇਨਕਾਊਂਟਰ ਟੱਬਰਾਂ ਨੂੰ ਲਿਆ ਕੇ ਜਿਹੜਾ ਕੋਈ ਜ਼ੁਲਮ ਹੋਇਆ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਜਿੱਥੇ ਫਿਰ ਅਸਲ ਮੁਕਾਬਲੇ ਚੱਲੇ ਨੇ 36 ਘੰਟੇ, 48 ਘੰਟੇ, ਤੇ ਫਿਰ ਉਹਦੀ ਦਾਸਤਾਂ ਅਲੱਗ ਹੈ। ਸ਼ਰੇਆਮ ਹੁਣ ਸਰਦਾਰ ਬੁੱਟਰ ਨੂੰ ਕਹਿ ਕੇ ਉਮਰਾ ਨੰਗਲ ਨੇ ਪਤਾ ਨਹੀਂ ਕਿਹਨੂੰ ਗੁਰਨਾਮ ਸਿੰਘ ਬੁੱਟਰ ਦੀ ਜਗ੍ਹਾ ਮਾਰਤਾ, ਉਹ ਵੀ ਨਹੀਂ ਪਤਾ ਕਰ ਸਕੇ। ਸੋ ਇਹ ਜਿਹੜਾ ਕੁਛ ਹੁਣ ਇਹ ਸਵਾਲ ਨੇ, ਇਹ ਰਾਜਨੀਤਿਕ ਬੰਦਿਆਂ ਦੇ, ਤਾਂ ਕੌਮ ਜਾਂ ਕਦੇ ਪੁੱਛੇ ਜੇ ਇੱਕ ਕਿਤੇ ਪਲੇਟਫਾਰਮ ਤੇ ਇਕੱਠੀ ਹੋਵੇ। ਇਹੀ ਅਰਦਾਸ ਹੈ ਤੇ ਇਹੀ ਬੇਨਤੀ। ਅਖੀਰ ਦੇ ਵਿੱਚ ਮਾਨ ਸਿੰਘ ਕਵੀਸ਼ਰ ਤੁਹਾਡੇ ਲਈ ਕੱਲ ਨੂੰ 11 ਵਜੇ ਫੇਰ ਮੁੜਦੇ ਆ। ਧੰਨਵਾਦ, ਚੜ੍ਹਦੀ ਕਲਾ। ਸਾਰੇ ਵੱਲ ਨੂੰ ਬੱਬਰ ਸ਼ੇਰ ਤੇ ਸਾਥੀ ਕੁਝ ਨਾਲ ਵੀਰੋ, ਲਾਸ਼ ਸ਼ਸਤਰਾਂ ਦੇ ਨਾਲ ਫੱਬਦੇ ਸੀ, ਜੱਗੋਂ ਵੱਖਰੀ ਚੜਤ ਕਮਾਲ ਵੀਰੋ। ਤੇ ਰੱਬ ਤੋਂ ਡਰਦੀ ਸਰਕਾਰ ਕੰਬੇ, ਪਿੰਡਰਾਂ ਵਾਲਾ ਸੀ ਸਮਾਰ ਪਾਈ, ਜਾਂਦੀ ਛੂਕਦੀ ਕਾਰਜ ਜਾਰੂਆਂ ਦੀ, ਕੰਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ। ਜਗਤ ਤੇ ਲੰਮੀਆਂ ਹਨ ਬਾਵਾ, ਅੱਗ ਜੋਸ਼ ਦੀ ਨੈਣਾਂ ਵਿੱਚ ਭੜਕਦੀ ਹੈ, ਤਕੜੇ ਹਾਕਮਾਂ ਦਾ ਸੰਗ ਪਿਆ ਸੁੱਕਾ, ਬਿਜਲੀ ਮੌਤ ਦੀ ਉਹ ਨਾਸਰ ਕੜਕਦੀ ਹੈ। ਚੌਦਵੀਂ ਭੰਮਦਵੀਂ ਸੰਸਦਾ ਦਾ ਕਹਿਣੀ ਕਰਨੀ ਦਾ ਪੂਰਾ ਜਥੇਦਾਰ ਪਾਈ, ਜਾਂਦੀ ਛੂਕਦੀ ਕਾਰਜ ਜਾਰੂਆਂ ਦੀ, ਕੰਨਾ ਸ਼ੀਸ਼ਿਆਂ ਚੋਂ ਦਿਸਣ ਪਾਰ ਪਾਈ। ਕੀਤੇ ਬਚਨਾ ਤੇ ਦਿੜ ਰਹਿਣ ਸੂਰੇ, ਵੈਰੀ ਕੁਫਰ ਦੇ ਤੇ ਹਾਮੀ ਸੱਚ ਦੇ ਨੇ, ਜੋਣਾ ਸੱਚ ਲਈ ਮਰਨ ਖਾਤਰ, ਲੜ ਪੈਣ ਤੇ ਤੇਗਾ ਤੇ ਨੱਚਦੇ ਨੇ। ਅਮਰਤ ਧਾਰੀ ਪਰ ਤੱਕ ਨਟਣ ਚਾਉਂਦੇ, ਕਲਗੀ ਵਾਲੇ ਦੇ ਸਿੰਘ ਸਰਦਾਰ ਪਾਈ, ਚਾਂਦੀ ਛੂਕਦੀ ਕਾਰਜ ਜਾਰੂਆਂ ਦੀ, ਕੰਨਾ ਸ਼ੀਸ਼ਿਆਂ ਚੋਂ ਦਿਸਣ ਬਾਹਰ ਪਾਈ। ਪੁੱਲੜ ਲੋਕਾਂ ਦੀ ਸਮਝ ਤੋਂ ਬਾਹਰ ਗੱਲਾਂ, ਕਿਹੜੀ ਗੱਲ ਤੋਂ ਬਾਬੇ ਹਥਿਆਰ ਰੱਖੇ, ਛੇਵੇਂ ਗੁਰਾਂ ਨੇ ਕੀਤਾ ਸਦਾਤ ਲਾਗੂ, ਸ਼ਸਤਰ ਰੱਖੇ ਤੇ ਨਾਲ ਸਤਕਾਰ ਰੱਖੇ। ਤਖਤ ਰਚਿਆ ਚੰਗੀ ਫੌਜ ਰੱਖੀ, ਰੋਕਣ ਵਾਸਤੇ ਅਤਿਆਚਾਰ ਪਾਈ, ਚਾਂਦੀ ਛੂਕਦੀ ਕਾਰਜ ਜਾਰੂਆਂ ਦੀ, ਕੰਨਾ ਸ਼ੀਸ਼ਿਆਂ ਚੋਂ ਦਿਸਣ ਬਾਹਰ